ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਮੈਂ ਹਾਂ ਬਲਬੀਰ ਜੰਡੂ। ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਸੰਸਾਰ ਭਰ ਦੀਆਂ ਨਜ਼ਰਾਂ ਇਸ ਵੇਲੇ ਭਾਰਤ ਦੀ ਰਾਜਨੀਤੀ ਉੱਤੇ ਲੱਗੀਆਂ ਹੋਈਆਂ ਕਿ ਭਾਰਤ ਦੀ ਰਾਜਨੀਤੀ ਦੇ ਵਿੱਚ ਜੋ ਇਸ ਸਮੇਂ ਇਤਿਹਾਸਕ ਤੇ ਮਹੱਤਵਪੂਰਨ ਘਟਨਾਵਾਂ ਵਾਪਰ ਰਹੀਆਂ ਔਰ ਜਿਨ੍ਹਾਂ ਘਟਨਾਵਾਂ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਇਹ ਘਟਨਾਵਾਂ ਹੀ ਭਾਰਤ ਦੀ ਰਾਜਨੀਤੀ ਦਾ ਭਵਿੱਖ ਕੀ ਹੈ, ਉਸ ਦੀ ਦਿਸ਼ਾ ਅਤੇ ਦਸ਼ਾ ਤੈਅ ਕਰਨਗੀਆਂ। ਇਸੇ ਗੱਲ ਨੂੰ ਲੈ ਕੇ ਜੋ ਕੁਝ ਵਾਪਰ ਰਿਹਾ ਦੇਸ਼ ਦੇ ਵਿੱਚ, ਖਾਸ ਕਰਕੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਸਮੇਂ ਜੋ ਕੁਝ ਅਦਾਲਤਾਂ ਵੱਲੋਂ ਹੋ ਰਿਹਾ, ਜੋ ਕੁਝ ਸਰਕਾਰ ਵੱਲੋਂ ਹੋ ਰਿਹਾ, ਜੋ ਕੁਝ ਲੋਕ ਸੋਚ ਰਹੇ ਆ, ਉਹ ਸਾਰੇ ਨੂੰ ਲੈ ਕੇ ਜਿਹੜਾ ਇੰਡੀਆ ਗੱਠਜੋੜ ਬਣਿਆ, ਉਸ ਗੱਠਜੋੜ ਦੀ ਤੀਸਰੀ ਮੀਟਿੰਗ ਤੇ ਬੜੀ ਮਹੱਤਵਪੂਰਨ ਤੇ ਇਤਿਹਾਸਿਕ ਮੀਟਿੰਗ ਮੁੰਬਈ ਦੇ ਵਿੱਚ ਹੋਈ ਹੈ 31 ਤੇ 1 ਸਤੰਬਰ ਨੂੰ। ਉਸ ਮੀਟਿੰਗ ਦੇ ਵਿੱਚ ਉਸ ਗੱਠਜੋੜ ਨੇ ਇਸ ਗੱਲ ਦਾ ਸੰਕਲਪ ਲਿਆ ਕਿ ਉਹ ਸਾਰੇ ਰਲ ਕੇ ਚੋਣਾਂ ਲੜਨਗੇ, ਮਿਲ ਕੇ 2024 ਦੀਆਂ ਲੋਕ ਸਭਾ ਚੋਣਾਂ ਚ ਉਤਰਨਗੇ ਤਾਂ ਜੋ ਕੇਂਦਰ ਵਿੱਚੋਂ ਨਰਿੰਦਰ ਮੋਦੀ ਨੂੰ ਪਾਸੇ ਕੀਤਾ ਜਾ ਸਕੇ। ਉਸ ਦੇ ਲਈ ਜਿਹੜੇ ਦੋ ਮਹੱਤਵਪੂਰਨ ਫੈਸਲੇ ਉਹਨਾਂ ਤਿੰਨ ਲਏ ਆ, ਉਹਨਾਂ ਵਿੱਚ ਇੱਕ ਤਾਂ ਉਹਨਾਂ ਦਾ ਜਿਹੜਾ ਥੀਮ ਹੋਏਗਾ, ਜੁੜੇਗਾ ਭਾਰਤ, ਜਿੱਤੇਗਾ ਇੰਡੀਆ। ਇਸ ਥੀਮ ਦੇ ਤਹਿਤ ਜਿਹੜੀ ਹੈ ਸਾਰੀ ਉਹਨਾਂ ਦੀ ਚੋਣ ਮੁਹਿੰਮ ਹੋਏਗੀ। ਸਾਰਾ ਉਹ ਆਪਣਾ ਆਉਣ ਵਾਲੇ ਸਮੇਂ ਦੇ ਅੰਦਰ ਕੰਮਕਾਜ ਜਿਹੜਾ ਹੈਗਾ ਜਾਂ ਰਾਜਸੀ ਜਿਹੜੀਆਂ ਰੈਲੀਆਂ, ਰਾਜਸੀ ਜਿਹੜੇ ਸੁਨੇਹੇ ਆ, ਉਹ ਇਸ ਥੀਮ ਦੇ ਤਹਿਤ ਹੀ ਹੋਣਗੇ। ਉਸ ਦੇ ਲਈ ਉਹਨਾਂ ਨੇ ਬਕਾਇਦਾ 13 ਮੈਂਬਰੀ ਇੱਕ ਕੋਆਰਡੀਨੇਸ਼ਨ ਕਮੇਟੀ ਬਣਾਈ ਹੈ ਤੇ ਉਸ ਕਮੇਟੀ ਦਾ ਕੋਈ ਕਨਵੀਨਰ ਨਹੀਂ, ਕੋਈ ਚੇਅਰਮੈਨ ਨਹੀਂ ਹੋਏਗਾ ਜਾਂ ਚੇਅਰਪਰਸਨ ਨਹੀਂ ਹੋਏਗਾ, ਪਰ ਉਹਨਾਂ ਨੇ ਉਸ ਦੇ ਨਾਲ ਹੋਰ 4 ਜਿਹੜੇ ਵੱਖਰੇ ਵੱਖਰੇ ਵਰਕਿੰਗ ਗਰੁੱਪ ਹੈ ਜਾਂ ਕਮੇਟੀਆਂ, ਵਰਕਿੰਗ ਕਮੇਟੀਆਂ ਉਹ ਬਣਾਈਆਂ। ਉਹਨਾਂ ਵਿੱਚ ਸਭ ਤੋਂ ਮਹੱਤਵਪੂਰਨ ਜਿਹੜੀ ਹੈ ਚੋਣ ਮੁਹਿੰਮ ਕਮੇਟੀ ਹੈ। ਇਸ ਤਰ੍ਹਾਂ ਹੀ ਇੱਕ ਵਰਕਿੰਗ ਗਰੁੱਪ ਮੀਡੀਆ ਲਈ ਹੈ, ਮੀਡੀਆ ਕਮੇਟੀ ਹੈ। ਉਸ ਨੂੰ ਉਹਨਾਂ ਨੇ 2 ਹਿੱਸਿਆਂ ਵਿੱਚ ਰੱਖਿਆ, ਇੱਕ ਤਾਂ ਮੁੱਖ ਮੀਡੀਆ, ਦੂਸਰਾ ਸੋਸ਼ਲ ਮੀਡੀਆ। ਔਰ ਇਸ ਦੇ ਨਾਲ ਉਹਨਾਂ ਨੇ ਬਕਾਇਦਾ ਇੱਕ ਜਿਹੜੀ ਹੈ ਰਣਨੀਤੀ ਕਮੇਟੀ ਬਣਾਈ ਹੈ, ਇੱਕ ਰਿਸਰਚ ਗਰੁੱਪ ਬਣਾਇਆ ਤੇ ਉਹਨਾਂ ਨੇ ਜਿਹੜੇ ਇਹਨਾਂ ਦੇ ਕੰਮ ਬਿਆਨ ਕੀਤੇ ਆ, ਉਹਦੇ ਵਿੱਚ ਰਿਸਰਚ ਗਰੁੱਪ ਦਾ ਕੰਮ ਜਿਹੜਾ ਮੁੱਖ ਤੌਰ ਤੇ ਉਹ ਇਹ ਹੋਏਗਾ ਕਿ ਉਹ ਸਾਰੀ ਰਿਸਰਚ ਕਰਕੇ ਨੀਤੀਆਂ ਦੇ ਜਿਹੜੇ ਖਰੜੇ ਆ, ਪ੍ਰਪੋਜ਼ਲ ਹੈ, ਉਹ ਤਿਆਰ ਕਰੇਗਾ ਤੇ ਉਹਦੇ ਜ਼ਿੰਮੇ ਹੀ ਹੈ ਕਿ ਉਸਨੇ ਜਿਹੜਾ ਕਾਮਨ ਮਿਨੀਮਮ ਪ੍ਰੋਗਰਾਮ ਲਈ ਕੰਮ ਕਰਨਾ। ਸੋ ਇਸ ਕਿਸਮ ਦਾ ਉਹਨਾਂ ਨੇ ਬਣਾ ਕੇ ਤਾਂ ਜੋ ਕੁਝ ਉੱਥੇ ਬੋਲਿਆ ਜਿਹੜੇ ਬੁਲਾਰਿਆਂ ਨੇ ਉਸ ਮੀਟਿੰਗ ਤੋਂ ਬਾਅਦ, ਉਹਦੇ ਵਿੱਚ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਮਲਕਾਰਜੁਨ ਖੜਗੇ, ਉਹਨਾਂ ਤਾਂ ਸਪਸ਼ਟ ਇਹ ਗੱਲ ਕਹੀ ਹੈ ਕਿ ਦੇਸ਼ ਤਾਨਾਸ਼ਾਹੀ ਵੱਲ ਜਾ ਰਿਹਾ ਤੇ ਅਸੀਂ ਦੇਸ਼ ਨੂੰ ਉਸ ਤੋਂ ਬਚਾਉਣਾ, ਸੰਵਿਧਾਨ ਨੂੰ ਬਚਾਉਣਾ, ਜਮਹੂਰੀਅਤ ਨੂੰ ਬਚਾਉਣਾ। ਇਹੀ ਗੱਲ ਲਾਲੂ ਪ੍ਰਸਾਦ ਯਾਦਵ ਨੇ ਵੱਖਰੇ ਸ਼ਬਦਾਂ 'ਚ ਕਹੀ ਹੈ, ਨਤੀਸ਼ ਕੁਮਾਰ ਨੇ ਕਹੀ ਹੈ, ਰਾਹੁਲ ਗਾਂਧੀ ਨੇ ਕਹੀ ਹੈ। ਰਾਹੁਲ ਗਾਂਧੀ ਨੇ ਤਾਂ ਖਾਸ ਕਰਕੇ ਜਿਹੜਾ ਅਡਾਨੀ ਵਾਲਾ ਮਾਮਲਾ, ਜਿਹੜੀਆਂ ਹੁਣ ਰਿਪੋਰਟਾਂ ਸਾਹਮਣੇ ਆਈਆਂ, ਉਸ ਨੂੰ ਲੈ ਕੇ ਆਪਣੀ ਗੱਲ ਕੀਤੀ ਹੈ ਤੇ ਇਹ ਵੀ ਗੱਲ ਆ ਰਹੀ ਹੈ ਕਿ ਜਿਹੜਾ $1 ਬਿਲੀਅਨ ਭਾਰਤ ਤੋਂ ਜਾ ਕੇ ਫਿਰ ਵਾਪਸ ਆਣ ਕੇ ਅਡਾਨੀ ਦੀਆਂ ਕੰਪਨੀਆਂ ਦੇ ਵਿੱਚ ਉਹ ਨਿਵੇਸ਼ ਕੀਤਾ ਗਿਆ, ਉਹ ਪੈਸਾ ਕਿਸ ਦਾ ਹੈ? ਰਾਹੁਲ ਗਾਂਧੀ ਤਾਂ ਬਾਰ-ਬਾਰ ਇਹੀ ਸਵਾਲ ਉਠਾ ਰਿਹਾ ਤੇ ਇਹ ਗੱਲ ਆ ਰਹੀ ਹੈ ਕਿ ਉਹ ਪੈਸਾ ਤਾਂ ਅਸਲ 'ਚ ਰਾਜਸੀ ਪੈਸਾ ਸੀ ਜਿਹੜਾ ਇਕੱਠਾ ਹੋਇਆ, ਜਿਸ ਨੂੰ ਗੋਲਮਾਲ ਦੇ ਤੌਰ ਤੇ ਮੰਨਿਆ ਜਾਂਦਾ ਹੈ। ਉਸ ਦੇ ਬਾਰੇ ਸਵਾਲ ਉਹਨਾਂ ਨੇ ਚੁੱਕਿਆ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਜਾਂ ਉਸ ਦੀ ਸਰਕਾਰ, ਉਹ ਇਹ ਸਾਰੇ ਕੁਝ ਦੇ ਟਾਕਰੇ ਦੇ ਲਈ ਉਹਨਾਂ ਨੇ ਹੁਣ ਸਪੈਸ਼ਲ ਇੱਕ ਜਿਹੜਾ ਪਾਰਲੀਮੈਂਟ ਦਾ ਇਜਲਾਸ ਹੈ ਉਹ ਸੱਦਿਆ 18 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ। ਉਸ ਦੇ ਵਿੱਚ ਉਹਨਾਂ ਨੇ ਬਕਾਇਦਾ ਇਹ ਐਲਾਨ ਕੀਤਾ ਕਿ ਵਨ ਨੇਸ਼ਨ ਵਨ ਇਲੈਕਸ਼ਨ ਦਾ ਜਿਹੜਾ ਮਾਮਲਾ ਹੈਗਾ, ਇਸ ਨੂੰ ਲੈ ਕੇ ਆਂਦਾ ਜਾਏਗਾ, ਇਸ ਸੰਬੰਧੀ ਬਿੱਲ ਆਏਗਾ। ਉਹ ਕੀ ਅੱਗੇ ਉਹਦੀਆਂ ਪ੍ਰਕਿਰਿਆਵਾਂ ਹੁੰਦੀਆਂ ਉਹ ਵੱਖਰਾ ਮਾਮਲਾ, ਪਰ ਉਸ ਦੇ ਲਈ ਉਹਨਾਂ ਨੇ ਜਿਹੜੀ ਕਮੇਟੀ ਬਣਾਈ ਹੈ ਉਹ ਸਾਬਕਾ ਰਾਸ਼ਟਰਪਤੀ ਜਿਹੜੇ ਰਾਮਨਾਥ ਕੋਵਿੰਦ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਬਣੀ ਹੈ। ਸੋ ਇਹ ਜਿਹੜੀ ਸਾਰੀ ਸਥਿਤੀ ਬਣੀ ਹੈ ਦੇਸ਼ ਦੇ ਅੰਦਰ, ਉਸ ਦੇ ਉੱਤੇ ਅਸੀਂ ਚਰਚਾ ਕਰਾਂਗੇ ਅੱਜ। ਇਸ ਚਰਚਾ ਦੇ ਲਈ ਸਾਡੇ ਨਾਲ ਜਿਹੜੇ ਸਾਡੇ ਅੱਜ ਵਿਸ਼ੇਸ਼ ਮਹਿਮਾਨ ਜੁੜੇ ਨੇ,
ਉੱਘੇ ਬੁੱਧੀਜੀਵੀ, ਉੱਘੇ ਰਾਜਸੀ ਚਿੰਤਕ ਸਤਨਾਮ ਚਾਨਾ ਜੀ। ਇਸ ਤਰ੍ਹਾਂ ਹੀ ਸਾਡੇ ਦੂਸਰੇ ਵਿਸ਼ੇਸ਼ ਮਹਿਮਾਨ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਪਾਲ ਸਿੰਘ ਸਿੱਧੂ ਜੀ। ਦੋਨਾਂ ਮਹਿਮਾਨਾਂ ਨੂੰ ਮੈਂ ਜੀ ਆਇਆਂ ਆਖਦਾ। ਸਿੱਧੂ ਸਾਹਿਬ, ਚਾਨਾ ਜੀ, ਤੁਹਾਡਾ ਸਵਾਗਤ ਹੈ। ਸ਼ੁਕਰੀਆ ਜੀ ਜੰਡੂ ਸਾਹਿਬ। ਸ਼ੁਕਰੀਆ। ਜਿਸ ਤਰ੍ਹਾਂ ਅਸੀਂ ਅੱਗੇ ਵੀ ਗੱਲ ਕਰਦੇ ਹਾਂ, ਔਰ ਸਾਡੇ ਦੋਨਾਂ ਮਹਿਮਾਨਾਂ ਦੇ ਬਾਰੇ ਤੁਸੀਂ ਬੜੇ ਚੰਗੀ ਤਰ੍ਹਾਂ ਜਾਣਦੇ ਵੀ ਹੋ ਕਿ ਉਹਨਾਂ ਦਾ ਇੱਕ ਬੜਾ ਵਿਸ਼ਾਲ ਤਜਰਬਾ ਹੈ, ਚਾਨਾ ਜੀ ਦਾ ਵੀ, ਸਿੱਧੂ ਸਾਹਿਬ ਦਾ ਵੀ, ਆਪੋ ਆਪਣੇ ਖੇਤਰਾਂ ਦਾ। ਤੇ ਉਹ ਇਹਨਾਂ ਘਟਨਾਵਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਆ ਇਸ ਵੇਲੇ, ਤੇ ਜੋ ਦੇਸ਼ ਦੇ ਵਿੱਚ ਵਾਪਰ ਰਿਹਾ ਤੇ ਇਹਨਾਂ ਦਾ ਉਹਨਾਂ ਦਾ ਕੀ ਅਸਰ ਪਏਗਾ ਘਟਨਾਵਾਂ ਦਾ, ਉਸ ਦੇ ਬਾਰੇ ਅਸੀਂ ਉਹਨਾਂ ਤੋਂ ਜਾਣਨਾ ਚਾਹਾਂਗੇ। ਚਾਨਾ ਜੀ, ਜਿਸ ਤਰ੍ਹਾਂ ਹੁਣ ਮੁੰਬਈ ਦੇ ਵਿੱਚ ਬਕਾਇਦਾ ਜਿਹੜੀ ਇੰਡੀਆ ਦੀ ਗੱਠਜੋੜ ਬਣਿਆ ਹੈਗਾ, 28 ਪਾਰਟੀਆਂ ਇਸ ਵਾਰ ਉਹਦੇ ਸ਼ਾਮਲ ਹੋਈਆਂ। ਜਿਹੜੀਆਂ ਪਹਿਲੀਆਂ ਮੀਟਿੰਗਾਂ ਹੋਈਆਂ ਸੀ ਪਟਨਾ 'ਚ, ਬੰਗਲੌਰ ਦੇ ਵਿੱਚ, ਉਹਦੇ ਵਿੱਚ 26 ਪਾਰਟੀਆਂ ਸ਼ਾਮਲ ਹੋਈਆਂ ਸੀ। ਹੁਣ 28 ਪਾਰਟੀਆਂ ਸ਼ਾਮਲ ਹੋਈਆਂ। ਤੇ ਉਸ ਜਿਹੜੀ ਮੀਟਿੰਗ ਹੋਈ ਆ, ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਬਕਾਇਦਾ ਸਾਰੇ ਦੇਸ਼ ਨੂੰ ਸੁਨੇਹਾ ਦਿੱਤਾ, ਇਸ ਦੇ ਬਾਰੇ ਤੁਹਾਡਾ ਕੀ ਕਹਿਣਾ? ਇੱਕ ਤਾਂ ਜੰਡੂ ਸਾਹਿਬ, ਇਹ ਜਿਹੜਾ ਸੈਸ਼ਨ ਹੋ ਕੇ ਹਟਿਆ ਨਾ ਬੰਬਈ ਦੇ ਵਿੱਚ ਜੀ, ਤੇ ਜਿਹੜਾ ਪਹਿਲਾ ਸੈਸ਼ਨ ਹੋਇਆ ਸੀਗਾ ਪਟਨੇ 'ਚ, ਉਹਦੇ ਦਰਮਿਆਨ ਜੋ ਕੁਝ ਵਾਪਰਦਾ ਰਿਹਾ, ਜਿਸ ਤਰ੍ਹਾਂ ਦੇ ਸ਼ੰਕੇ ਉਠਾਏ ਜਾਂਦੇ ਰਹੇ, ਤੇ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਜਾਂ ਮੋਦੀ ਵੱਲੋਂ ਆਪ ਇਹ ਗੱਲਾਂ ਉਠਾਈਆਂ ਜਾਂਦੀਆਂ ਰਹੀਆਂ ਸੀਗੀਆਂ ਕਿ ਇਹ ਹੋਂਦ ਵਿੱਚ ਹੀ ਨਹੀਂ ਆ ਸਕਦਾ, ਉਹ ਤਰ੍ਹਾਂ ਦੀਆਂ ਦਲੀਲਾਂ ਦਿੰਦੇ ਸੀ। ਮੇਰਾ ਖਿਆਲ ਆ ਕਿ ਜਿਹੜੀ ਬੰਬੇ ਦੇ ਵਿੱਚ 2 ਦਿਨ ਦੀ ਮੀਟਿੰਗ ਹੋ ਕੇ ਹਟੀ ਆ, ਉਹਨੇ ਪਿਛਲੇ ਸਾਰੇ ਸ਼ੰਕੇ ਸਵਾਲ ਵੀ ਸਾਰੇ ਨਿਵਰਤ ਕਰ ਦਿੱਤੇ ਆ। ਜਿਹੜਾ ਕੋਈ ਹੋਰ ਭਵਿੱਖ ਦੇ ਵਿੱਚ ਉੱਠ ਸਕਦਾ, ਉਹਦਾ ਵੀ ਜਵਾਬ ਇਹਦੇ 'ਚ ਹੀ ਦੇ ਦਿੱਤਾ ਹੈ। ਯਾਨੀ ਕੋਈ ਚੀਜ਼ ਐਸੀ ਨਹੀਂ ਬਚੀ ਜਿਹਦੇ ਬਾਰੇ ਸਵਾਲ ਉਠਾਇਆ ਜਾ ਸਕੇ ਕਿ ਇਹਦਾ ਕੀ ਬਣੇਗਾ, ਇਹ ਬਣ ਵੀ ਜਾਏਗਾ ਕਿ ਨਹੀਂ ਬਣ ਜਾਏਗਾ। ਬਲਕਿ ਗੱਲ ਇਹਦੇ ਤੋਂ ਉਲਟੀ ਹੋਈ ਆ, ਇੱਕਦਮ ਉਹਦੇ ਵਿਪਰੀਤ ਹੋਇਆ ਜੋ ਕੁਛ ਅੰਦਾਜ਼ੇ ਲਗਾਏ ਜਾ ਰਹੇ ਸੀ ਜਾਂ ਦਾਅਵੇ ਕੀਤੇ ਜਾ ਰਹੇ ਸੀ। ਔਰ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਪ੍ਰੈਸ ਕਾਨਫਰੰਸ ਦੇ ਵਿੱਚ ਜਿਸ ਤਰ੍ਹਾਂ ਦੀ ਪ੍ਰੋਜੈਕਸ਼ਨ ਕੀਤੀ ਗਈ ਆ ਮੀਟਿੰਗ ਤੋਂ ਬਾਅਦ, ਉਹ ਇਹ ਦੱਸਦੀ ਆ ਕਿ ਕੋਈ ਵੀ ਪਾਰਟੀ ਇਸ ਤਰ੍ਹਾਂ ਉੱਥੇ ਨਹੀਂ ਪਹੁੰਚੀ ਕਿ ਇੰਡੀਆ ਅਲਾਇੰਸ ਦੇ ਵਿੱਚੋਂ ਸਾਨੂੰ ਕੀ ਮਿਲੂਗਾ। ਸਗੋਂ ਉਲਟਾ ਇੰਪ੍ਰੈਸ਼ਨ ਦਿੱਤਾ ਸਾਰੇ ਲੀਡਰਾਂ ਨੇ ਕਿ ਅਸੀਂ ਇੰਡੀਆ ਅਲਾਇੰਸ ਵਾਸਤੇ ਅਸੀਂ ਕੀ ਕਰ ਸਕਦੇ। ਇਹਨਾਂ 2 ਗੱਲਾਂ 'ਚ ਬਹੁਤ ਵੱਡਾ ਫਰਕ ਹੈਗਾ। ਇੱਕ ਪੋਲੀਟੀਕਲ ਬੈਨੀਫਿਟ ਲੈਣ ਦੇ ਵਾਸਤੇ ਜਿਹੜਾ ਨਾ ਯੂਨਾਈਟਿਡ ਫਰੰਟ ਬਣਾਇਆ ਜਾਂਦਾ ਜਾਂ ਏਕਤਾ ਕੀਤੀ ਜਾਂਦੀ ਆ ਦੋਹਾਂ ਧਿਰਾਂ ਦੀ, 3 ਧਿਰਾਂ ਦੀ, ਹੁਣ 28 ਧਿਰਾਂ ਦੀ। ਉਮੀਦ ਤਾਂ ਇਹ ਹੋਣੀ ਚਾਹੀਦੀ ਸੀ ਕਿ ਅਸੀਂ ਇਹਦੇ ਵਿੱਚੋਂ ਸਾਰੀਆਂ ਪਾਰਟੀਆਂ ਆਪਣਾ ਖੱਟ ਕੇ ਨਿਕਲਾਂਗੇ। ਮੈਂ ਰੈਫਰੈਂਸ ਦੇਣਾ ਚਾਹੁੰਦਾ ਆ ਮਮਤਾ ਬੈਨਰਜੀ ਦੇ ਇੱਕ ਸੈਂਟੈਂਸ ਦਾ, ਔਰ ਉਹਨੇ ਇਹ ਕਿਹਾ, ਜਦੋਂ ਅਸੀਂ ਕਿਹਾ ਵੀ ਸੀਟ ਸ਼ੇਅਰਿੰਗ ਦੇ ਉੱਤੇ ਲੜ ਪੈਣਗੇ ਇਹ, ਜਾਂ ਸੀਟ ਸ਼ੇਅਰਿੰਗ ਕਰ ਸਕਣਗੇ ਕਿ ਨਹੀਂ ਕਰ ਸਕਣਗੇ, ਉਹਨਾਂ ਨੇ ਸ਼ੇਅਰਿੰਗ ਦਾ ਜਿਹੜਾ ਨਾਂ ਉਹ ਅਰਥ ਹੀ ਬਦਲ ਦਿੱਤਾ। ਔਰ ਉਹ ਸੈਂਟੈਂਸ ਦੇ ਵਿੱਚੋਂ ਨਜ਼ਰ ਆਉਂਦਾ, ਉਹਨੇ ਕਿਹਾ ਕਿ ਸਾਡੇ ਕੋਲ ਜੋ ਕੁਛ ਹੈ ਅਸੀਂ ਸ਼ੇਅਰ ਕਰਾਂਗੇ। ਜਾਣੀ ਸ਼ੇਅਰਿੰਗ ਕਰਨੀ, ਤੇ ਮੇਰੇ ਕੋਲ 2 ਰੋਟੀਆਂ ਨੇ, ਮੈਂ ਕਹਾਂ ਕਿ ਮੈਂ ਇੱਕ ਸ਼ੇਅਰ ਕਰੂੰਗਾ ਤੁਹਾਡੇ ਨਾਲ, ਹੈ ਨਾ। ਉਹਨਾਂ ਨੇ ਸ਼ੇਅਰਿੰਗ ਦਾ ਅਰਥ ਹੀ ਬਦਲ ਦਿੱਤਾ ਬੰਬੇ ਦੇ ਵਿੱਚ ਬੈਠ ਕੇ, ਕਿ ਸ਼ੇਅਰਿੰਗ ਦਾ ਮਤਲਬ ਇਹ ਨਹੀਂ ਕਿ ਖੋ ਖਿੰਝ ਕਰਾਂਗੇ ਕਿ ਮੈਨੂੰ ਕਿੰਨਾ ਸ਼ੇਅਰ ਮਿਲੂਗਾ ਤੇ ਮੈਨੂੰ ਕਿੰਨਾ ਸ਼ੇਅਰ ਮਿਲੂਗਾ। ਉਹ ਹੋ ਗਿਆ ਕਿ ਮੈਂ ਕਿੰਨਾ ਸ਼ੇਅਰ ਕਰ ਸਕਦਾ ਹਾਂ। ਔਰ ਇਸ ਦੇ ਵਿੱਚ ਵੱਡੀਆਂ ਪਾਰਟੀਆਂ ਵੀ ਹੈਗੀਆਂ ਜਿਹੜੀਆਂ ਆਪਣੇ ਸਟੇਟ ਦੇ ਵਿੱਚ ਬਹੁਤ ਵੱਡੀਆਂ ਨੇ, ਔਰ ਉਹਨਾਂ ਦੀ ਬੜੀ ਧਾਂਕ ਹੈਗੀ ਆ। ਉਹਨਾਂ ਹੀ ਸਟੇਟਸ ਦੇ ਵਿੱਚ ਦੂਸਰੀਆਂ ਪਾਰਟੀਆਂ ਵੀ ਹੈਗੀਆਂ ਜਿਨ੍ਹਾਂ ਪਾਰਟੀਆਂ ਨੇ ਇਸ ਅਲਾਇੰਸ ਦੇ ਵਿੱਚ ਜਿਹੜੀਆਂ ਪਾਰਟਨਰ ਹੋ ਗਈਆਂ ਆ। ਔਰ ਹੁਣ ਇਹ ਆ ਕਿ ਜਿਹੜੀ ਸਭ ਤੋਂ ਵੱਡੀ ਤਾਕਤ ਆ ਵੱਖਰੇ ਸੂਬਿਆਂ ਦੇ ਵਿੱਚ, ਵੱਖਰੀਆਂ ਸਟੇਟਾਂ ਦੇ ਵਿੱਚ, ਔਰ ਉਹਨਾਂ ਦੀ ਸ਼ੇਅਰਿੰਗ ਦੇ ਮਾਇਨੇ ਬਦਲ ਗਏ ਕਿ ਅਸੀਂ ਸ਼ੇਅਰ ਕਰਾਂਗੇ। ਸੋ ਇਸ ਕਰਕੇ ਉਹ ਵੀ ਮੁੱਕ ਗਿਆ। ਦੂਸਰਾ ਇਹ ਹੈ ਕਿ ਪਹਿਲਾਂ 26 ਸੀ, ਇਸ ਵਾਰ 28 ਪਾਰਟੀਆਂ ਹੋ ਗਈਆਂ। ਇਹਦੇ ਵਿੱਚ ਜਿਹੜਾ ਨਾ ਸਭ ਤੋਂ ਵੰਡਰਫੁਲ ਜਿਹੜੀ ਸਟੇਟਮੈਂਟ ਆ ਨਾ, ਉਹ ਅਰਵਿੰਦ ਕੇਜਰੀਵਾਲ ਦੀ ਸੀ। ਉਹਨੇ ਕਿਹਾ ਕਿ ਅਲਾਇੰਸ 28 ਪਾਰਟੀਆਂ ਦਾ ਨਹੀਂ ਹੈ, ਇਹ 114 ਕਰੋੜ ਲੋਕਾਂ ਦਾ ਅਲਾਇੰਸ ਹੈ। ਹੁਣ ਇਹ ਇੱਕ ਬਹੁਤ ਵੱਡੀ 140 ਕਰੋੜ ਲੋਕਾਂ ਦਾ ਅਲਾਇੰਸ ਆ। ਹੁਣ ਉਹ ਇਹ ਅਸਲ ਵਿੱਚ ਰੀਅਲ ਸੈਂਸ ਕੀ ਹੈਗੀ ਆ ਕਿ ਲੋਕਾਂ ਦਾ ਅਲਾਇੰਸ ਜਿਹੜਾ ਨਾ ਇਨਫੋਰਮੇਸ਼ਨ ਹੈਗਾ ਔਰ ਬਣਤਰ ਦੇ ਵਿੱਚ ਹੈਗਾ ਆ। ਉਹਨੇ ਇਹ ਦਾਅਵਾ ਕਰ ਦਿੱਤਾ ਕਿ ਇਹ ਹੋ ਚੁੱਕਾ ਆ,
ਆਪਾਂ ਪਿਛਲੀਆਂ ਜਦੋਂ ਇਹਨੂੰ ਐਨਾਲਾਈਜ਼ ਕਰਨ ਦੀ ਕੋਸ਼ਿਸ਼ ਕਰਦੇ ਸੀ ਨਾ, ਉਹ ਇਹੀ ਸੀ ਕਿ ਸ਼ੰਕੇ ਕਿੱਥੇ ਪੈਦਾ ਹੁੰਦੇ ਆ। ਸ਼ੰਕੇ ਉਦੋਂ ਪੈਦਾ ਹੁੰਦੇ ਆ ਜਦੋਂ ਲੋਕਾਂ ਦਾ ਪਿੱਛੇ ਬਹੁਤ ਵੱਡਾ ਦਬਾਅ ਜਾਂ ਪ੍ਰੈਸ਼ਰ ਨਾ ਹੋਵੇ, ਔਰ ਜਦੋਂ ਉਹ ਕੋਈ ਚਾਹਣ ਵੀ ਲੀਡਰਸ਼ਿਪ, ਕੋਈ ਪਾਰਟੀ ਚਾਹਵੇ ਵੀ, ਤਾਂ ਵੀ ਉਹ ਐਸੇ ਹਾਲਾਤ ਪੈਦਾ ਨਹੀਂ ਕਰ ਸਕਦੀ ਜਿਹਦੇ ਤੋਂ ਲੋਕਾਂ ਚੋਂ ਉਹ ਨਿਖੜ ਜਾਵੇ। ਲੋਕਾਂ ਦੀ ਇੱਛਾ ਕੀ ਆ? ਉਹ ਇਸ ਅਲਾਇੰਸ ਦੇ ਜਿਹੜਾ ਬੰਬੇ ਦੇ ਵਿੱਚ ਮੀਟਿੰਗ ਹੋ ਕੇ ਹਟੀ ਆ, ਉਹ ਇਸ ਦੇਸ਼ ਦੇ ਲੋਕਾਂ ਦੀ ਇੱਛਾ ਦਾ ਪ੍ਰਗਟਾਵਾ ਹੈਗਾ। ਇਸ ਕਰਕੇ ਇਸ ਅਲਾਇੰਸ ਦਾ ਅੱਗੇ ਵਧਣਾ। ਦੂਸਰਾ ਇਹ ਉਹਦੇ ਗੱਲ ਵਿੱਚ ਹੈ, ਚਾਨਾ ਜੀ ਰਾਹੁਲ ਗਾਂਧੀ ਨੇ ਵੀ ਇਹ ਗੱਲ ਕਹੀ ਹੈ ਕਿ ਜਿਹੜੇ ਇੱਥੇ ਰਿਪਰੈਜ਼ੈਂਟੇਟਿਵ ਬੈਠੇ ਆ, ਜਿਹੜੇ ਇੱਥੇ ਆਗੂ ਆਏ ਆ, ਉਹ ਦੇਸ਼ ਦੀ 60% ਆਬਾਦੀ ਦੀ ਪ੍ਰਤੀਨਿਧਤਾ ਕਰਦੇ ਆ। ਹਾਂ, ਉਹ ਇਹ ਆ ਕਿ ਵੀ ਉਹਨਾਂ ਨਾਲੋਂ ਕਿੰਨਾ ਹੋਰ ਟੁੱਟ ਰਿਹਾ ਆ, ਕਿੰਨਾ ਨਹੀਂ। ਔਰ ਇਹਨੂੰ ਪਿੰਨ ਪੁਆਇੰਟ ਕਰਨ ਦੇ ਲਈ ਜਿਹੜਾ ਨਤੀਸ਼ ਕੁਮਾਰ ਦੀ ਸਟੇਟਮੈਂਟ ਹੈ, ਉਹ ਕਹਿੰਦਾ ਕਿ ਮੋਦੀ ਗਿਆ, ਲਿਖ ਕੇ ਲੈ ਲਓ। ਉਹਦੇ ਇਸ ਯਕੀਨ ਦਾ ਮਹਿਨਾ ਇਹੀ ਹੈ ਵੀ 60% ਤਾਂ ਅਸੀਂ ਲੈ ਕੇ ਬੈਠੇ ਹਾਂ, ਔਰ ਇਸ ਕਰਕੇ ਮੋਦੀ ਦੇ ਵਾਪਸ ਆਉਣ ਦਾ ਕੋਈ ਚਾਂਸ ਨਹੀਂ ਹੈ। ਉਹ ਜਿਹੜਾ ਕਹਿੰਦਾ ਨਾ ਕਿ ਲਿਖ ਕੇ ਲੈ ਲਓ, ਤੇ ਉਹਨੇ ਜਿੰਨਾ ਜੌਲੀ ਮੂਡ ਦੇ ਵਿੱਚ ਔਰ ਖੁਸ਼ੀ ਦੇ ਮੂਡ ਦੇ ਵਿੱਚ ਗੱਲ ਕੀਤੀ ਆ, ਤੇ ਉਹ ਐਂ ਲੱਗਦਾ ਕਿ ਅਸਲ 'ਚ ਮੀਟਿੰਗ ਨਹੀਂ ਹੋ ਕੇ ਹਟੀ ਜਿੱਦਾਂ ਇਲੈਕਸ਼ਨ ਜਿੱਤ ਕੇ ਨਿਕਲੇ ਹੁੰਦੇ ਆ। ਇਸ ਤਰ੍ਹਾਂ ਦਾ ਪ੍ਰਭਾਵ ਦਿੱਤਾ ਉਹਨਾਂ ਨੇ, ਇਸ ਤਰ੍ਹਾਂ ਦਾ ਉਹਨਾਂ ਨੇ ਪ੍ਰਭਾਵ ਦਿੱਤਾ ਹੈ। ਔਰ ਦੂਸਰੀ ਜਿਹੜੀ ਇੰਪੋਰਟੈਂਟ ਗੱਲ ਇਹ ਆ ਕਿ ਲਓ ਜੀ, ਇਹਨਾਂ ਕੋਲੋਂ ਤੈਅ ਹੀ ਨਹੀਂ ਕਰ ਹੋਣਾ ਕਿ ਪ੍ਰਧਾਨ ਮੰਤਰੀ ਕੌਣ ਬਣੂਗਾ, ਜਾਂ ਇਹ ਉਦੋਂ ਲੜਨਗੇ ਜਦੋਂ ਕਨਵੀਨਰ ਬਣਾਉਣਗੇ। ਇੱਕ ਲੀਡਰ ਨੇ ਇਹ ਆਫਰ ਕੀਤੀ ਆ ਕਿ ਮੈਂ ਕੁਝ ਨਹੀਂ ਬਣਨਾ। ਸਾਡੀ ਸਾਂਝ ਹੀ ਇਹ ਆ ਕਿ ਅਸੀਂ ਡੈਮੋਕ੍ਰੇਸੀ ਨੂੰ ਕਿੱਦਾਂ ਬਚਾਉਣਾ ਹੈ, ਜਿਹਦੀ ਤੁਸੀਂ ਵੀ ਹੁਣ ਗੱਲ ਕਰਕੇ, ਸੰਵਿਧਾਨ ਨੂੰ ਤੇ ਡੈਮੋਕ੍ਰੇਸੀ ਦੋਨਾਂ ਚੀਜ਼ਾਂ, ਸੰਵਿਧਾਨ ਨੂੰ, ਕਿਉਂਕਿ ਤਾਂ ਹੀ ਖੜਗੇ ਸਾਹਿਬ ਕਹਿੰਦੇ ਨਾ ਕਿ ਡਿਕਟੇਟਰਸ਼ਿਪ ਵੱਲ ਨੂੰ ਦੇਸ਼ ਵੱਧ ਰਿਹਾ। ਦਾ ਮਹਿਨਾ ਇਹ ਹੈ ਕਿ ਜਮਹੂਰੀਅਤ ਖਤਰੇ ਵਿੱਚ ਆ। ਅਸੀਂ ਜਮਹੂਰੀਅਤ ਨੂੰ ਬਚਾਉਣ ਦੇ ਲਈ ਇਕੱਠੇ ਹੋਏ ਆ, ਲੀਡਰਸ਼ਿਪ ਲੈਣ ਲਈ ਇਕੱਠੇ ਨਹੀਂ ਹੋਏ, ਪ੍ਰਧਾਨ ਮੰਤਰੀ ਬਣਨ ਦੇ ਲਈ ਇਕੱਠੇ ਨਹੀਂ ਹੋਏ। ਸੋ ਇਹ ਜਿਹੜੀਆਂ ਨਾ ਇਹ ਬੜੀਆਂ ਸਪਸ਼ਟ ਵਿਆਖਿਆਵਾਂ ਨੇ, ਇਹ ਜਿਹੜਾ ਇਹ ਸਾਬਤ ਕਰਦਾ ਹੈ ਕਿ ਦੇਸ਼ ਦੇ ਇਤਿਹਾਸ ਦਾ ਇੱਕ ਬਹੁਤ ਵੱਡਾ ਮੋੜ ਸ਼ੁਰੂ ਹੋ ਗਿਆ, ਔਰ ਇਹ ਇੱਕ ਨਵਾਂ ਚੈਪਟਰ ਸ਼ੁਰੂ ਹੋ ਗਿਆ ਆ, ਜਿਹੜਾ ਅੱਗੇ ਹੁਣ ਤੇਜ਼ੀ ਨਾਲ ਵਧੇਗਾ, ਜਿਹੜੀ ਉਮੀਦ ਹੈ। ਸਾਹਿਬ, ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਜਿਸ ਤਰ੍ਹਾਂ ਚਾਨਾ ਜੀ ਨੇ ਇਹ ਸਾਰੀ ਗੱਲ ਦੇ ਬਾਰੇ ਆਪਣੀ ਟਿੱਪਣੀ ਕੀਤੀ ਹੈ, ਤੁਹਾਡੀ ਇਹਦੇ ਬਾਰੇ ਕੀ ਕਹਿਣਾ? ਇੱਕ ਦੂਸਰਾ, ਜਿਸ ਤਰ੍ਹਾਂ ਚਾਨਾ ਜੀ ਨੇ ਕਿਹਾ ਹੈਗਾ ਕਿ ਜਿਸ ਤਰ੍ਹਾਂ ਮਲਕ ਅਰਜਨ ਖੜਗੇ ਨੇ ਗੱਲ ਕਹੀ ਹੈ ਕਿ ਦੇਸ਼ ਸਾਡਾ ਤਾਨਾਸ਼ਾਹੀ ਵੱਲ ਵੱਧ ਰਿਹਾ, ਇਸ ਦੇ ਬਾਰੇ ਤੁਹਾਡੀ ਕੀ ਰਾਏ? ਦੇਖੋ, ਇਹ ਠੀਕ ਹੈ, ਬਿਲਕੁਲ ਸਪਸ਼ਟ ਹੈ ਵੀ ਦੇਸ਼ ਤਾਨਾਸ਼ਾਹੀ ਵੱਲ ਵੱਧ ਰਿਹਾ ਹੈ। ਤਾਨਾਸ਼ਾਹੀ ਦਾ ਦੂਜਾ ਨਾਮ ਹਿੰਦੂ ਰਾਸ਼ਟਰ ਹੈ, ਤੇ ਹਿੰਦੂ ਰਾਸ਼ਟਰ ਦਾ ਮਤਲਬ ਹੈ ਵੀ ਹਿੰਦੂਆਂ ਦੀ ਹੈਜਮਨੀ, ਉਹਨਾਂ ਦੀ ਧੌਂਸ, ਉਹਨਾਂ ਦਾ ਧੱਕਾ ਤੇ ਉਹਨਾਂ ਦਾ ਹੀ ਮੁਲਕ, ਬਾਕੀ ਦੂਜੇ ਸੈਕੰਡ ਰੇਟ ਸਿਟੀਜ਼ਨ। ਮਤਲਬ ਕਿ ਇਹ ਸਿੱਧਾ ਮਤਲਬ ਬਣਦਾ ਦੂਜੇ ਦਰਜੇ ਦੇ ਬਾਕੀ ਸਿਟੀਜ਼ਨ, ਮਿਨੋਰਿਟੀਆਂ ਨੂੰ ਤਾਂ ਆਲਮੋਸਟ ਅਹਿਸਾਸ ਕਰਾਤਾ ਵੀ ਇਹ ਸੈਕੰਡ ਰੇਟ ਸਿਟੀਜ਼ਨ ਹੈਗੇ ਤੇ ਹੋਣਾ ਹੀ ਹੈ ਇਹਨਾਂ ਨੇ ਇਸ ਲੈਵਲ ਤੇ। ਇਸ ਕਰਕੇ ਜਿਹੜਾ ਉਹਨੇ ਕਿਹਾ ਵੀ ਕਿੱਧਰ ਨੂੰ ਜਾ ਰਹੇ ਆ, ਤੇ ਜਿਹਨੂੰ ਲਾਲੂ ਨੇ ਸਪਸ਼ਟ ਸ਼ਬਦਾਂ 'ਚ ਕਿਹਾ ਵੀ ਮਿਨੋਰਿਟੀ ਤੇ ਸਾਡੀਆਂ ਜਿਹੜੀਆਂ ਅਲਪ ਸੰਖਕ ਹੈ ਉਹ ਬਹੁਤ ਜ਼ਿਆਦਾ ਖਤਰੇ 'ਚ ਹੈਗਾ, ਉਹਦੇ ਉੱਤੇ ਤਾਂ ਉਹਨੇ ਇੱਥੋਂ ਤੱਕ ਹੈ ਵੀ 2002 ਗੁਜਰਾਤ ਨੂੰ ਵੀ ਯਾਦ ਦੇ ਉੱਤੇ ਵੀ ਗੱਲ ਕਰਨ ਦੀ ਥੋੜੀ ਜਿਹੀ ਹਿੰਟ ਮਾਤਰ ਉਹਨੇ ਕਾਫੀ ਕੋਸ਼ਿਸ਼ ਕੀਤੀ ਹੈ। ਤੇ ਇਹ ਕਲੀਅਰ ਹੈ ਵੀ ਉਹ ਜਿਹੜਾ 2002 ਸੀ ਜਾਂ ਮੋਦੀ ਸੀ ਉਹਨਾਂ ਦਿਨਾਂ ਦੇ ਵਿੱਚ ਚੀਫ ਮਿਨਿਸਟਰ, ਉਹਨੇ ਆਪਦਾ ਜਿਹੜਾ ਰਾਜ ਧਰਮ ਹੈ ਉਹ ਨਹੀਂ ਨਿਭਾਇਆ, ਇਸ ਨੂੰ ਸਾਰਾ ਉਹਨੇ ਕਿਹਾ। ਹੁਣ ਦੂਜੀ ਗੱਲ ਇਹ ਰਹੇਗੀ ਸਾਰੀ ਵੀ ਇਹ ਹੁਣ ਲੜਾਈ ਹੈ ਜਿਹੜੀ ਇੱਕ ਤਰੀਕੇ ਨਾਲ ਵੀ 60% ਨੂੰ ਉਹ ਕਹਿੰਦੇ ਵੀ ਅਸੀਂ ਰਿਪਰੈਜ਼ੈਂਟ ਕਰਦੀਆਂ 28 ਪਾਰਟੀਆਂ ਸਾਡੀਆਂ, ਜਿਹਨੂੰ ਰਾਹੁਲ ਗਾਂਧੀ ਨੇ ਵੀ ਕਿਹਾ। ਪਰ ਜਿਹੜੇ ਬੀਜੇਪੀ ਹੈ ਜਾਂ ਉਹਦੇ ਸਾਰੇ ਗਰੁੱਪ ਹੈ ਜਾਂ ਸਾਰਾ ਉਹਦੇ ਨਾਲ ਜੁੜੇ ਹੋਏ, ਉਹ ਬੀਜੇਪੀ ਖਾਸ ਕਰਕੇ ਓਪਨਲੀ ਕਹਿੰਦੀ ਹੈ ਵੀ ਅਸੀਂ 85% ਹਿੰਦੂਆਂ ਨੂੰ, ਦੇਸ਼ ਦਿਆਂ ਨੂੰ ਰਿਪਰੈਜ਼ੈਂਟ ਕਰਦੇ ਆ। ਉਹ ਇੱਥੇ ਖੜੇ ਆ, ਉਹਨਾਂ ਦੀ ਕੋਸ਼ਿਸ਼ ਹੈ ਵੀ ਹਿੰਦੂ ਨੂੰ ਮਤਲਬ ਕਿ ਪੋਲਰਾਈਜੇਸ਼ਨ ਕਰਕੇ ਜਾਂ ਇੱਕ ਵੱਡਾ ਜਿਹੜਾ ਇੱਕ ਨੈਰੇਟਿਵ ਹਿੰਦੂ ਰਾਸ਼ਟਰ ਦਾ ਜਾਂ ਹਿੰਦੂਆਂ ਦਾ ਦੇਸ਼ ਹੈ, ਹਿੰਦੂ ਰਾਸ਼ਟਰ ਦਾ ਮਤਲਬ ਹੀ ਉਹਨਾਂ ਨੂੰ ਇਹ ਅਹਿਸਾਸ ਕਰਾਉਣਾ, ਇੱਕ ਇਹ ਮਾਹੌਲ ਖੜਾ ਹੀ ਕਰਨਾ ਵੀ ਇਹ ਹਿੰਦੂਆਂ ਦਾ ਦੇਸ਼ ਹੈ ਤੇ ਉਹਨਾਂ ਨੇ ਹੀ ਸਰਕਾਰ ਬਣਾਉਣੀ ਹੈ, ਉਹਨਾਂ ਦਾ ਹੀ ਸੱਤਾ ਤੇ ਜਾਣਾ ਤੇ ਮੈਂ ਉਹਨਾਂ ਦਾ ਹੀ ਨੁਮਾਇੰਦਾ। ਇਹ ਬਣ ਕੇ ਜਾਣ ਦੀ ਜਿਹੜੀ ਮੋਦੀ ਦੀ ਖਾਸ਼ ਹੈ, ਉਹਦੇ ਵਿੱਚ ਉਹ ਦੇਖਦੇ ਆ ਵੀ ਆਪਣਾ
ਵੋਟ ਬੈਂਕ ਹੈ ਜਿਹੜਾ ਕਿੰਨਾ ਕੁ ਵਧਾਉਂਦਾ ਹਿੰਦੂਆਂ ਦੇ ਵਿੱਚ। ਪਹਿਲਾਂ ਤਾਂ ਉਹ ਕਿਹਾ ਜਾਂਦਾ ਵੀ 44% ਦੇ ਨੇੜੇ ਤੇੜ 80 ਚੋਂ 85 ਚੋਂ ਉਹਦੇ ਕੋਲੇ ਹਿੰਦੂ ਵੋਟ ਹੈ, ਪਿਛਲੀ 19 ਚ ਪਈ ਹੈ, ਐਤਕੀ ਕਿੰਨੀ ਪੈਂਦੀ ਹੈ। ਪਰ ਇਹ ਵੀ ਗੱਲ ਨਾਲ ਹੈ ਵੀ ਜੇ ਪੋਲਰਾਈਜੇਸ਼ਨ ਜਿਹੜੀ ਹੈ ਹੁਣ ਪਾਕਿਸਤਾਨ ਦੇ ਨਾਲ ਨਹੀਂ ਬਣਨੀ ਜਿਹੜੀ ਪਾਕਿਸਤਾਨ ਵਾਲੀ ਸਾਈਡ ਤੋਂ ਪੋਲਰਾਈਜੇਸ਼ਨ ਹੈ, ਇਸ ਕਿਸਮ ਦਾ ਇਸ਼ਾਰਾ ਮੀਟਿੰਗ 'ਚ ਵੀ ਸੀਗਾ। ਤੇ ਉਹ ਕਿਉਂਕਿ ਪਾਕਿਸਤਾਨ ਵਾਲੀ ਗੱਲ ਤਾਂ ਬਿਲਕੁਲ ਕਲੀਅਰ ਹੈ, ਜਿਹੜਾ ਕਿ ਬਹੁਤੇ ਬਾਹਰਲੇ ਵਿਦਵਾਨਾਂ ਦਾ ਵੀ ਇਹੀ ਹੈ ਵੀ ਪਾਕਿਸਤਾਨ ਨੂੰ ਜੇ ਹੁਣ ਕੁਝ ਕਰਨਗੇ ਜਾਂ ਕਿਵੇਂ ਕਰਨਗੇ, ਪੁਲਵਾਮਾ ਨਹੀਂ ਹੋ ਸਕਦਾ, ਚਾਈਨਾ ਉਦੋਂ ਬਹੁਤ ਵੱਡਾ ਖੜਾ ਉਹਨਾਂ ਦੀ ਮਦਦ ਤੇ ਆ ਜੂ। ਇਸ ਕਰਕੇ ਉਹ ਗੱਲ ਦਬੀ ਰਹਿਣੀ ਹੈ। ਹੁਣ ਜਿਹੜਾ ਹੈ ਇਹ ਅੰਦਰ ਹੀ ਹੋਣਾ। ਸੈਕੰਡ ਰੇਟ ਸਿਟੀਜ਼ਨ ਜੇ ਅਸੀਂ ਕਹੀਏ ਤਾਂ ਆਲਰੇਡੀ ਵੀ ਬਣਾਏ ਹੋਏ ਆ। ਨਹੀਂ ਸਾਹਿਬ, ਇੱਕ ਤਾਂ ਇਹ ਵੀ ਗੱਲ ਆ ਰਹੀ ਹੈ ਨਾ ਕਿ ਜਿਸ ਤਰ੍ਹਾਂ ਜਿਹੜੀ ਹੈ ਜਰਮਨ ਦੇ ਵਿੱਚ ਜੋ ਕੁਝ ਵਾਪਰਿਆ ਸੀ, ਤੇ ਆਮ ਤੌਰ ਤੇ ਜਿਹੜੀ RSS ਦੀ ਵਿਚਾਰਧਾਰਾ ਹੈ, BJP ਦੀ ਵਿਚਾਰਧਾਰਾ ਹੈ, ਉਹਨੂੰ ਜੇ ਕੁਝ ਜਰਮਨ 'ਚ ਵਾਪਰਿਆ ਉਹਨਾਂ ਵਿਚਾਰਧਾਰਾਵਾਂ ਨਾਲ ਜਿਹੜਾ ਹੈ ਮੇਲਿਆ ਜਾਂਦਾ ਹੈ, ਉਹਨਾਂ ਦਾ ਸੁਮੇਲ ਉਹਨਾਂ ਨਾਲ ਹੁੰਦਾ ਹੈ, ਜਾਂ ਸਵਾਸਤਕ ਦਾ ਨਿਸ਼ਾਨ ਹੈ ਉਹਨਾਂ ਦਾ, ਜਾਂ ਸਿੰਬਲ ਨੇ ਜਿਹੜੇ, ਉਹ ਸਾਰਾ ਹਿਟਲਰ ਨਾਲ ਮੇਲ ਕੇ ਤੇ ਉਹਨੂੰ ਪੇਸ਼ ਕੀਤਾ ਜਾਂਦਾ ਹੈ। ਕਈ ਵਾਰ, ਬਹੁਤ ਵਾਰ ਹੁੰਦਾ ਹੈ। ਪਰ ਅਸੀਂ ਦੇਖਦੇ ਹਾਂ ਕਿ ਕੀ ਜੋ ਕੁਝ ਹਿਟਲਰ ਨੇ ਉੱਥੇ ਕੀਤਾ ਸੀਗਾ, ਯਹੂਦੀਆਂ ਨੂੰ ਖਤਮ ਕਰਤਾ ਸੀ, ਇੱਥੇ ਵੀ ਇਸ ਤਰ੍ਹਾਂ ਦਾ ਹੀ ਕੋਈ ਚਾਂਸ ਲੱਗਦਾ, ਜਾਂ ਕੋਈ ਤੁਸੀਂ ਇਹਨੂੰ ਵੱਖਰੇ ਤਰ੍ਹਾਂ ਦੇ? ਇਸ ਤਰ੍ਹਾਂ ਦਾ ਬਹੁਤਾਂ ਦਾ ਵਿਊ ਇਹ ਹੈ ਵੀ ਐਲੀਮੀਨੇਸ਼ਨ ਦਾ ਪ੍ਰੋਗਰਾਮ ਨਹੀਂ, ਖਾਤਮੇ ਦਾ ਪ੍ਰੋਗਰਾਮ ਨਹੀਂ ਜਿਹੜਾ ਉੱਥੇ ਸੀਗਾ। ਇੱਥੇ ਉਹਨਾਂ ਨੂੰ ਸੈਕੰਡ ਰੇਟ ਸਿਟੀਜ਼ਨ ਬਣਾਉਣ ਦੀ ਗੱਲਬਾਤ ਹੈ। ਇਹੀ ਮੈਂ ਤੁਹਾਡੀ ਗੱਲ ਅੱਗੇ ਕਰ ਰਿਹਾ ਸੀ ਵੀ ਸੈਕੰਡ ਰੇਟ ਸਿਟੀਜ਼ਨ ਬਣਾਉਣ ਦੇ ਵਿੱਚ ਦੇਖੀਏ ਦਲਿਤ 25%। ਹੁਣ ਰੋਜ਼ਾਨਾ ਕੋਈ ਦਿਨ ਨਹੀਂ ਇਹੋ ਜਿਹਾ ਆਉਂਦਾ ਜਿਵੇਂ ਦਲਿਤਾਂ ਦੇ ਉਹਨੂੰ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਮਤਲਬ ਕਿ ਮਾਰਿਆ ਕੁੱਟਿਆ ਜਾ ਰਿਹਾ, ਨੰਗੇ ਕਰਕੇ ਕੱਲੇ ਨੂੰ ਸਾਰਾ ਕੀਤਾ ਜਾ ਰਿਹਾ। ਔਰਤਾਂ ਦੀ ਵੀ ਸਾਰੀ ਇਹਨਾਂ ਦੇ ਬੰਦਿਆਂ ਵੱਲੋਂ ਕੀਤਾ ਜਾ ਰਿਹਾ, ਬੀਜੇਪੀ ਪੱਖੀ ਬੰਦਿਆਂ ਵੱਲੋਂ ਜਾਂ ਇਹਨਾਂ ਦੀਆਂ ਜਿਹੜੀਆਂ ਅਫੀਲੀਏਟ ਸਾਰੀਆਂ ਆਰਗੇਨਾਈਜੇਸ਼ਨ ਉਹਨਾਂ ਵੱਲੋਂ ਓਪਨ ਕੀਤਾ ਜਾ ਰਿਹਾ। ਜਥੇਬੰਦੀਆਂ ਜਿਹੜੀਆਂ ਫਰੰਟਲ ਆਰਗੇਨਾਈਜੇਸ਼ਨ, ਤੁਸੀਂ ਇਹ ਦੇਖੋ ਵੀ 25% ਇਹ 8-10% ਜਿਹੜੇ ST ਹੈ ਆਦਿਵਾਸੀ ਹੈ, 30-40% ਤਾਂ ਇਹ ਹੈ। ਬਾਕੀ ਜਿਹੜੇ OBC ਤੇ ਉਹ ਸਾਰੇ ਇਲਾਕੇ ਦਾ ਬਹੁਤ ਵੱਡੀ ਗਿਣਤੀ ਤਾਂ ਆਲਰੇਡੀ। ਪਹਿਲੀ ਗੱਲ ਤਾਂ ਜੇ ਅਸੀਂ ਸੈਕੰਡ ਰੇਟ ਸਿਟੀਜ਼ਨ ਆ, ਸਿੱਧੇ ਰੂਪ ਦੇ ਵਿੱਚ ਤਾਂ 30% ਦੇ ਨੇੜੇ ਤੇ 35% ਪਾਪੂਲੇਸ਼ਨ ਸੈਕੰਡ ਰੇਟ ਸਿਟੀਜ਼ਨ। ਸਾਡੇ ਹਿੰਦੁਸਤਾਨ 'ਚ ਤਾਂ ਜਾਤ ਪਾਤ ਦੇ ਆਧਾਰ ਤੇ ਵੀ ਇਹੀ ਸੈਕੰਡ ਸਿਟੀਜ਼ਨ ਵਾਲੀ ਗੱਲ ਹੈ। ਜਦੋਂ ਛੂਆ-ਛੂਤ ਦੀ ਗੱਲ ਆਉਂਦੀ, ਹਾਂ, ਉਹ ਤਾਂ ਬਿਲਕੁਲ ਹੀ ਸਿੱਧੇ ਆਉਂਦੇ ਆ। ਉਹਦੇ ਬਾਰੇ ਤਾਂ ਉਹ ਕਦੇ ਲਕੋਸ਼ ਪੋਲ ਹੀ ਰੱਖਦੇ ਜਿਹੜਾ ਦਲਿਤ ਵਾਲੇ ਮਸਲੇ ਦੇ ਵਿੱਚ। ਉਹਦਾ ਪਬਲਿਕਲੀ ਟ੍ਰੀਟਮੈਂਟ ਵੀ ਉਹ ਦੇ ਰਹੇ ਆ। ਬਾਕੀ ਜਾਤ ਪਾਤ ਦਾ ਤਾਹਾਂ ਤੱਕ ਸਾਰਾ ਚੱਲਦਾ ਹੈ, ਉਹ ਵੀ ਆ ਰਿਹਾ। ਬੇਸਿਕ ਗੱਲ ਤਾਂ ਹੁਣ ਇਹ ਹੈ ਵੀ ਇਹ ਸਾਰੇ ਇਹ ਜਥਾ ਇਸ ਕਿਸਮ ਦਾ ਜਿਹੜੇ ਸੈਟਅਪ ਜਾਂ ਇਸ ਕਿਸਮ ਦਾ ਸਿਸਟਮ ਜੇ ਰਹਿੰਦਾ ਜਾਂ ਵੱਧਦਾ ਅੱਗੇ ਥੋੜਾ ਜਿਹਾ ਹਿੰਦੂਤਵ ਵਾਲਾ, ਉਹਦੇ ਵਿੱਚ ਜਿਹੜਾ ਉੱਥੇ ਵੀ ਕਿਹਾ ਗਿਆ, ਖੜਗੇ ਨੇ ਵੀ ਕਿਹਾ ਵੀ ਇਹ ਅਸੀਂ ਤਾਨਾਸ਼ਾਹੀ ਵੱਲ ਵੱਧ ਰਹੇ ਹਾਂ। ਤਾਨਾਸ਼ਾਹੀ ਦੇ ਨਾਲ ਦੂਸਰਾ ਹੈ ਵੀ ਡੈਮੋਕ੍ਰੇਸੀ ਇੱਥੇ ਖਤਮ ਹੋ ਰਹੀ ਹੈ। ਮੁੜ ਕੇ ਡੈਮੋਕ੍ਰੇਸੀ ਸੱਚ ਰਹੇਗੀ ਨਹੀਂ, ਜਿਹੜੀ ਹੋਰ ਬਹੁਤ ਦੇਸ਼ਾਂ ਦੇ ਵਿੱਚ ਪਹਿਲਾਂ ਆਲਰੇਡੀ ਡੈਮੋਕ੍ਰੇਸੀ ਰਹੀ ਨਹੀਂ। ਇਲੈਕਸ਼ਨਾਂ ਹੁੰਦੀਆਂ ਰਹਿਣਗੀਆਂ, ਸਾਰਾ ਕੁਝ। ਤੇ ਇਸ ਗੱਲ ਤੋਂ ਬਚਾਉਣ ਲਈ ਹੁਣ ਕੱਲ ਦੀ ਜਿਹੜੀ ਮੀਟਿੰਗ ਹੈ, 2 ਦਿਨਾਂ ਦੀ ਮੀਟਿੰਗ ਹੋਈ ਆ, ਉਹ ਬੜੀ ਇੰਪੋਰਟੈਂਟ ਹੈ। ਇਸ ਗੱਲ ਤੋਂ ਹੈ ਵੀ ਡੈਮੋਕ੍ਰੇਸੀ ਕਿਵੇਂ ਬਚਾਉਣੀ ਹੈ। ਹੁਣ ਕੱਲੇ ਉਸ ਕਿਸਮ ਦੇ ਸੈਕੂਲਰ ਲੈਵਲ ਤੇ ਨਹੀਂ ਹੈ ਸਵਾਲ, ਹੈ ਸੈਕੂਲਰਿਜ਼ਮ ਦਾ ਵੀ ਜਿਹੜਾ ਵੀ ਅਸੀਂ ਰੱਖ ਸਕਦੇ ਹਾਂ, ਜਿੰਨਾ ਕੁ ਵਜੂਦ ਅਸੀਂ ਰੱਖ ਸਕਦੇ ਹਾਂ। ਉਹ ਵੀ ਅਸੀਂ ਜਿਹੜਾ ਮਾਰਚ ਹੈ ਹਿੰਦੂਤਵਾ ਦਾ, ਜਾਂ ਜਿਹੜਾ ਹਿੰਦੂ ਰਾਸ਼ਟਰ ਦਾ ਮਾਰਚ ਹੈ, ਜਿਹੜਾ ਰਥ ਹੈ, ਉਸ ਰਥ ਨੂੰ ਅਸੀਂ ਕਿੱਥੇ ਕਿ ਜੇ ਰੋਕ ਸਕਦੇ ਹਾਂ, ਰੋਕ ਕੇ ਫਿਰ ਅਸੀਂ ਉਸ ਨੂੰ ਹਾਲਟ ਕਰਕੇ ਪਿੱਛੇ ਮੋੜ ਸਕਦੇ ਹਾਂ। ਇਹ ਸਾਰਾ ਜਿਹੜਾ ਪ੍ਰੋਸੈਸ ਹੈ ਇਹ ਪਾਰਟੀਆਂ ਕਰ ਰਹੀਆਂ। ਤੇ ਗੱਠਜੋੜ ਆਪਣੇ ਆਪ 'ਚ ਬਹੁਤ ਵਧੀਆ ਗੱਠਜੋੜ ਹੈ, ਕੋਈ ਸ਼ੱਕ ਵਾਲੀ ਗੱਲ ਨਹੀਂ। ਸਭ ਤੋਂ ਜਿਹੜੀ ਇੱਕ ਹੋਰ ਚੰਗੀ ਗੱਲ ਕੀਤੀ ਇਹਨਾਂ ਨੇ, ਜਿਹੜਾ ਚਾਣਾ ਜੀ ਨੇ ਵੀ ਇਹਦੇ ਵੱਲ ਇਸ਼ਾਰਾ ਕੀਤਾ ਵੀ ਹੁਣ ਰੀਜਨਲ ਲੈਵਲ ਦੀ ਵੋਟ ਸ਼ੇਅਰਿੰਗ ਹੋਏਗੀ। ਰੀਜਨਲ ਲੈਵਲ ਤੇ ਜੇ ਤੁਸੀਂ ਉੱਪਰ ਤੋਂ ਨੈਸ਼ਨਲ ਲੈਵਲ ਤੋਂ ਕਰੋਗੇ ਤਾਂ ਫਿਰ ਉਸ ਕਿਸਮ ਦੀਆਂ ਕਈ ਗੱਲਾਂ ਥੱਲੇ ਤੱਕ ਰਹਿ ਜਾਂਦੀਆਂ। ਹਾਈ ਕਮਾਂਡ ਡਿਸਾਈਡ ਕਰਦੀ ਆ, ਕਾਂਗਰਸ ਦੀ ਹਾਈ ਕਮਾਂਡ ਡਿਸਾਈਡ ਕਰਦੀ ਰਹੀ ਹੈ, BJP ਦੀ ਵੀ ਕਰਦੀ ਹੈ, ਵੱਡੀਆਂ ਪਾਰਟੀਆਂ ਦੀ ਹਾਈ ਕਮਾਂਡ ਡਿਸਾਈਡ ਕਰਦੀ ਹੈ। ਜਦੋਂ ਫੈਸਲਾ ਉਹ ਕਰੇ ਫਿਰ ਥੱਲੇ ਲਾਗੂ ਨਹੀਂ ਹੁੰਦਾ। ਹੁਣ ਧਰਤੀ ਉੱਤੇ ਜਦੋਂ ਜ਼ਮੀਨ ਉੱਤੇ ਜਾ ਕੇ ਇਹ ਸਭ ਤੋਂ ਜ਼ਿਆਦਾ ਫੈਸਲਾ ਹੋਏਗਾ। ਇਹਦੇ ਵਿੱਚ ਸੌਖਾ ਕੰਮ ਹੈ। ਤੇ ਉਹਨਾਂ ਨੇ ਵਚਨਬੱਧਤਾ ਵੀ ਮੀਟਿੰਗ 'ਚ ਆ ਕੇ ਪ੍ਰੈਸ ਕਾਨਫਰੰਸ 'ਚ ਕਹੀ ਹੈ ਵੀ ਅਸੀਂ ਕੋਈ ਬਹੁਤਾ ਅੜਿੱਕਾ ਨਹੀਂ ਪੈਣ ਦਿੰਦੇ ਸ਼ੀਟ ਸ਼ੇਅਰਿੰਗ ਵਿੱਚ, ਜਿਹੜਾ ਇਹ ਕਹੀ ਜਾਂਦੇ ਆ, ਇਹ ਪੈਣ ਨਹੀਂ ਦੇਣਾ। ਇਸ ਕਰਕੇ ਇਹ ਆਪਣੇ ਆਪ ਵਿੱਚ ਵੀ ਇੱਕ ਵਧੀਆ ਗੱਲਬਾਤ ਹੈ। ਤੇ ਉਦੋਂ ਪਹਿਲਾਂ ਨਹੀਂ ਸੀ ਹੁੰਦਾ। ਉਦੋਂ ਪਹਿਲਾਂ ਹਰ ਇੱਕ ਬੰਦੇ ਨੇ ਕੇਕ ਤੇ ਲੈਣਾ ਸੀ।
ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਰਿਹਾ ਕੱਲ ਤੱਕ ਜਿਹੜੀ ਜਦੋਂ ਤੱਕ ਇਹ ਮੀਟਿੰਗ ਦੇ ਨਤੀਜੇ ਸਾਹਮਣੇ ਨਹੀਂ ਆ ਗਏ ਉਦੋਂ ਤੱਕ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੇ ਮਹਿਤੀ ਉਹਦੇ ਸਮਰਥਕ ਉਹਦੇ ਬੁਲਾਰੇ ਕਹਿੰਦੇ ਰਹੇ ਆ ਕਿ ਉੱਥੇ ਜਿਹੜੀਆਂ ਆਮ ਤੌਰ ਤੇ ਸ਼ਰਦ ਪਵਾਰ ਬਾਰੇ, ਮਮਤਾ ਬੈਨਰਜੀ ਬਾਰੇ, ਅਰਵਿੰਦ ਕੇਜਰੀਵਾਲ ਬਾਰੇ ਜਿਸ ਤਰ੍ਹਾਂ ਦੀਆਂ ਉਂਗਲਾਂ ਉੱਠਦੀਆਂ ਸੀ ਉਹ ਸਾਰੀਆਂ ਦਾ ਵੀ ਉੱਥੇ ਭੋਗ ਪਾਤਾ ਹੈ ਉਸ ਗੱਠਜੋੜ ਨੇ। ਇੱਕ ਗੱਲ ਹੀ ਮੈਂ ਲਾਸਟ ਚ ਕਹਿਣਾ ਚਾਹੁੰਦਾ ਹੈ, ਜਿਹੜੀ ਸਭ ਤੋਂ ਮੈਨੂੰ ਵਧੀਆ ਗੱਲ ਲੱਗੀ, ਚਲੋ ਤੁਸੀਂ ਇਹ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਬਦਲ ਬਣੀ ਬੈਠੀ ਹੈ ਪੰਜਾਬ ਦੇ ਵਿੱਚ, ਪੰਜਾਬ ਦੀ ਪੋਲਿਟਿਕਸ ਵਿੱਚ ਰੀਜਨਲਿਜ਼ਮ ਦਾ। ਭਗਵੰਤ ਮਾਨ ਬੈਠਾ ਸਾਹਮਣੇ ਸੀਟ ਤੇ, ਪ੍ਰੈਸ ਕਾਨਫਰੰਸ 'ਚ ਵੀ ਬੈਠਾ, ਅਰਵਿੰਦ ਕੇਜਰੀਵਾਲ ਬੋਲ ਰਿਹਾ। ਤੁਸੀਂ ਜਿਹੜੇ ਕਿ ਅਸਲ ਕਲੇਮੈਂਟ ਸੀ ਜਿਨ੍ਹਾਂ ਨੂੰ ਬਣਨਾ ਚਾਹੀਦਾ ਸੀ ਉਹ ਉਹਦੇ ਚ ਇੰਪੋਰਟੈਂਟ ਗੱਲ ਇੱਕ ਹੋਰ ਹੈ ਕਿ ਜਿਹੜੀ 13 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਬਣੀ ਹੈ ਉਹਦੇ ਵਿੱਚ ਰਾਘਵ ਚੱਡਾ ਨੂੰ ਲਿਆ ਗਿਆ। ਰਾਘਵ ਚੱਡਾ ਨੂੰ ਲੈ ਕੇ ਬੜੀ, ਤੇ ਤੁਸੀਂ ਇਹ ਦੇਖੋ ਬਣਨਾ ਕਿਹਨੇ ਸੀਗਾ, ਬਣਨਾ ਚਾਹੀਦਾ ਸੀ ਅਕਾਲੀ ਦਲ ਨੂੰ ਇਹ ਜੁਆਇਨ ਕਰਨਾ ਚਾਹੀਦਾ ਸੀ। ਹੁਣ ਅਕਾਲੀ ਦਲ ਬਦਕਿਸਮਤੀ ਹੈ, ਉਹ ਬਿਲਕੁਲ ਹੀ ਬੀਜੇਪੀ ਦੀ ਲਾਈਨ ਤੇ ਹੀ ਹੋ ਗਿਆ ਉਹ ਸਾਰਾ, ਉਹ ਅਕਾਲੀ ਦਲ ਵਾਲੀ ਗੱਲ ਰਹਿ ਨਹੀਂ ਗਈ। ਅਕਾਲੀ ਦਲ ਦੀ ਗੱਲ ਛੱਡੋ, ਉਹ ਜਿਹੜੀ ਸਿੱਖ ਸਪਿਰਿਟ ਦੇ ਨਾਲ ਬੰਦੇ ਉਹਦੇ ਨਾਲ ਜੁੜੇ ਆ ਜਾਂ ਸਿੱਖੀ ਸਪਿਰਿਟ ਵਾਲੇ ਜਾਂ ਉਸ ਧਰਮ ਵਾਲੇ ਆ ਜਾਂ ਜਿੰਨੀ ਕੁ ਉਹਨਾਂ ਕੋਲ ਬਚਿਆ ਖੁਚਿਆ ਕੋਈ ਸਪਿਰਿਟ ਹੈਗੀ ਹੈ, ਉਹ ਵੀ ਨਹੀਂ ਸਮਝਦੇ ਸਾਰੀ ਗੱਲ ਨੂੰ। ਜਾਂ ਉਹਨਾਂ ਦੀ ਐਡੀ ਵੱਡੀ ਮਜਬੂਰੀ ਹੋਈ ਬੈਠੀ ਹੈ ਇੱਕ ਬਾਦਲ ਪਰਿਵਾਰ ਕਰਕੇ ਵੀ ਉਹ ਕਹਿ ਬੈਠੇ, ਬਿਆਨ ਵੀ ਦੇ ਬੈਠੇ ਆ ਵੀ ਹਾਂ ਦੇਸ਼ ਦੀ ਇਹ ਇੱਕੋ ਹੀ ਦੇਸ਼ ਹੈ, ਇੱਕ ਦੇਸ਼ ਹੈ ਤੇ ਇੱਕ ਹੀ ਚੋਣ ਹੋਣੀ ਚਾਹੀਦੀ ਹੈ। ਵੀ ਇਹ ਤਾਂ ਤੁਸੀਂ ਸਾਰਾ 370 ਦੇ ਨੂੰ ਹਟਾਉਣ ਦੇ ਹੱਕ 'ਚ ਵੀ ਉਹ ਪਹਿਲਾਂ ਵੋਟ ਪਾ ਚੁੱਕੇ। ਸਾਰਾ ਜਿਹੜੇ ਵੀ ਐਕਸ਼ਨ ਹੈ ਹਿੰਦੂ ਰਾਸ਼ਟਰ ਬਣਨ ਵਾਲੇ, ਉਹਦੀ ਸਾਰੀ ਸਪੋਰਟ ਅਕਾਲੀ ਦਲ ਕਰ ਰਿਹਾ ਹੈ, ਲਗਾਤਾਰ ਕਰ ਰਿਹਾ ਹੈ। ਤੋ ਇਸ ਕਰਕੇ ਬੜੀ ਬਦਕਿਸਮਤੀ ਹੈ ਤੇ ਇਸ ਕਿਸਮ ਦੀ ਡਿਫੀਟਿਸਟ ਹਾਰੀ ਹੋਈ ਪੋਲਿਟਿਕਸ ਜਾਂ ਹਾਰੀ ਹੋਈ ਮਾਨਸਿਕਤਾ ਦੇ ਪ੍ਰਤੀਨਿਧ ਕਦੇ ਸਿੱਖਾਂ 'ਚੋਂ ਸੋਚਿਆ ਨਹੀਂ ਸੀ ਜਾ ਸਕਦਾ ਵੀ ਜਾਂ ਅਕਾਲੀ ਦਲ ਪਾਰਟੀ ਇਸ ਕਿਸਮ ਦੀ ਹਾਰੀ ਹੋਈ ਮਾਨਸਿਕਤਾ ਦਾ ਪ੍ਰਤੀਨਿਧਤਵ ਕਰੇਗੀ। ਹਾਂਜੀ, ਇਹੀ ਮੈਂ ਕਹਿਣਾ ਚਾਹੁੰਦਾ। ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇੱਕ ਪਾਸੇ ਜਦੋਂ ਇਹ ਇੰਡੀਆ ਦਾ ਜਿਹੜਾ ਗੱਠਜੋੜ ਹੈ ਇਹ ਮਜ਼ਬੂਤ ਹੋ ਰਿਹਾ ਹੈ, ਦਿਨ ਬ ਦਿਨ ਪੱਕਾ ਹੋ ਰਿਹਾ ਔਰ ਲੋਕਾਂ ਵਿੱਚ ਜਾਣ ਲਈ ਅੱਗੇ ਵਧ ਰਿਹਾ। ਜਿਸ ਤਰ੍ਹਾਂ ਉਹਨਾਂ ਨੇ ਫੈਸਲੇ ਕੀਤੇ ਆ ਕਿ ਅਸੀਂ ਦੇਸ਼ ਦੇ 5-6 ਥਾਵਾਂ ਦੇ ਉੱਤੇ ਵੱਡੀਆਂ ਰੈਲੀਆਂ ਹੋਣਗੀਆਂ ਜਿਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਆ ਉਹ ਸ਼ਾਮਲ ਹੋਣਗੇ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਪਾਰਲੀਮੈਂਟ ਦਾ ਵਿਸ਼ੇਸ਼ ਅਜਲਾਸ ਸੱਦਿਆ ਗਿਆ, ਕਿਉਂਕਿ ਹੁਣੇ ਅਜੇ ਜਿਹੜਾ ਮੌਨਸੂਨ ਅਜਲਾਸ ਹੋ ਕੇ ਹਟਿਆ ਤਾਂ ਉਸਦੇ ਕੁਝ ਹੀ 2-3 ਹਫ਼ਤਿਆਂ ਬਾਅਦ ਹੀ ਇਹ ਜਿਹੜਾ ਅਜਲਾਸ ਸੱਦਿਆ ਗਿਆ ਔਰ G20 ਦੀ ਮੀਟਿੰਗ ਵੀ ਹੋ ਰਹੀ ਹੈ। ਤਾਂ ਇਹ ਸਾਰੇ ਦੇ ਵਿੱਚ ਉਹਨਾਂ ਦਾ ਜਿਹੜਾ ਏਜੰਡਾ ਆ ਰਿਹਾ ਸਾਹਮਣੇ, ਪਹਿਲਾਂ ਤਾਂ ਜੋ ਕੁਝ ਜਿਹੜਾ ਅਜਲਾਸ ਸੱਦਣ ਲਈ ਇੱਕ ਪ੍ਰਕਿਰਿਆ ਹੁੰਦੀ ਹੈ ਉਸ ਪੂਰੀ ਪ੍ਰਕਿਰਿਆ ਨੂੰ ਪੂਰਾ ਨਹੀਂ ਕੀਤਾ ਗਿਆ। ਜਿਸ ਤਰ੍ਹਾਂ ਕਿ ਖੜਗੇ ਹੋਣਾ ਨੇ ਵੀ ਅੱਜ ਉੱਥੇ ਬੰਬਈ 'ਚ ਕਿਹਾ ਕਿ ਇੱਕ ਬਿਜ਼ਨਸ ਕਮੇਟੀ ਹੈ ਜਿਹਦੀ ਮੀਟਿੰਗ ਹੁੰਦੀ ਹੈ, ਉਸ ਤੋਂ ਬਾਅਦ ਉਹ ਸਾਰਾ ਕੁਝ ਤੈਅ ਹੁੰਦਾ ਹੈ। ਤਾਂ ਸੋ ਉਹ ਜਿਸ ਤਰ੍ਹਾਂ ਅਜਲਾਸ ਨੂੰ ਸੱਦਿਆ ਗਿਆ, ਜਿਸ ਤਰ੍ਹਾਂ ਉਹਦੇ ਏਜੰਡੇ ਬਾਰੇ ਗੱਲ ਕੀਤੀ ਜਾ ਰਹੀ ਹੈ ਕਿ ਵਨ ਨੇਸ਼ਨ ਵਨ ਪੋਲ, ਤੇ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਇੱਕ ਤਾਂ ਹਾਲਾਤ ਐਸੇ ਡਿਵੈਲਪ ਹੋ ਗਏ ਆ ਕਿ ਬੀਜੇਪੀ ਨੂੰ ਲਗਾਤਾਰ ਮਾਰ ਪੈ ਰਹੀ ਔਰ ਉਹ ਮਾਰ ਪੈ ਰਹੀ ਆ ਇੰਡੀਆ ਅਲਾਇੰਸ ਦੇ ਵੱਲੋਂ। ਜਦੋਂ ਇੱਕ ਮਾਰ ਪੈਂਦੀ ਆ ਤਾਂ ਉਹਨਾਂ ਦੀ ਹਾਲਤ ਖਰਾਬ ਹੋ ਜਾਂਦੀ ਆ, ਜੇ ਉਹਦੇ ਤੋਂ ਸੰਭਲੇ ਨਹੀਂ ਹੁੰਦੇ ਦੂਜੀ ਪੈ ਜਾਂਦੀ ਔਰ ਇਹ ਤੀਜੀ ਪੈ ਜਾਂਦੀ ਹੈ ਹਨਾ। ਇਸ ਤਰ੍ਹਾਂ ਹੁਣ ਉਹ ਜਦੋਂ ਇਹਦੇ ਬਦਲ ਦੇ ਵਿੱਚ ਜਾਂ ਇਹਦੇ ਜਵਾਬ ਦੇ ਜਿਹੜੇ ਫੈਸਲੇ ਕਰਦੇ ਉਹ ਸਾਰੇ ਹਫੜਾ ਦਫੜੀ ਵਾਲੇ। ਹੁਣ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਉਹਦੇ ਬਾਰੇ ਕਿਆ ਸਰਾਈਆਂ ਲਾਈਆਂ ਜਾਵੇ, ਕੋਈ ਵੈਸੇ ਅੰਦਾਜ਼ਾ ਲਗਾ ਨਹੀਂ ਸਕਦਾ ਕਿ ਅਸਲ 'ਚ ਮੋਦੀ ਸਾਹਿਬ ਦੇ ਦਿਮਾਗ ਦੇ ਵਿੱਚ ਗੱਲ ਕਿਹੜੀ ਹੈ ਜਿਹੜੀ ਉਹ ਇੰਪਲੀਮੈਂਟ ਕਰਨਾ ਚਾਹੁੰਦੇ ਆ। ਜਿੱਥੋਂ ਤੱਕ ਤਾਂ ਹੈਗੀ ਕਿ ਵਨ ਨੇਸ਼ਨ ਵਨ ਇਲੈਕਸ਼ਨ ਜਿਹੜਾ ਨਾ ਉਹਦੇ ਵਿੱਚ ਸੰਵਿਧਾਨਕ ਅੜਿੱਕੇ ਬਹੁਤ ਨੇ, ਇਹ ਇੰਨਾ ਸੌਖਾ ਨਹੀਂ ਹੈ। ਔਰ ਉਹਦੇ ਲਈ ਇਹ ਨਹੀਂ ਕਿ ਪਾਰਲੀਮੈਂਟ ਦਾ ਸੈਸ਼ਨ ਸੱਦਿਆ ਤੇ ਆਰਡੀਨੈਂਸ ਜਾਰੀ ਕਰ ਦਿੱਤਾ ਜਾਂ ਹੋ ਰਿਹਾ। ਉਹਦੇ 'ਚ ਘੱਟੋ ਘੱਟ ਵੀ ਜਿਹੜੀਆਂ ਨਾ 50% ਅਸੈਂਬਲੀਆਂ ਆ ਉਹਨਾਂ ਦੀ ਅਪਰੂਵਲ ਵੀ ਚਾਹੀਦੀ ਹੁੰਦੀ ਹੈ ਜਦੋਂ ਇੱਦਾਂ ਦਾ ਕਾਨੂੰਨ ਸਾਨੂੰ ਬਦਲਣਾ ਪੈਣਾ। ਤੇ ਇਸੇ ਤਰ੍ਹਾਂ ਹੀ 1/3 ਜਿਹੜੀ ਹੈ ਨਾ ਉਹ ਦੋਹਾਂ ਸਦਨਾਂ ਦੀ ਚਾਹੀਦੀ ਹੈ। ਉਹ ਹੋ ਨਹੀਂ ਸਕਣਾ, ਲੇਕਿਨ ਉਹ ਹੋ ਸਕਦਾ ਕਿ ਐਸਾ ਕੋਈ ਡੋਜ ਦੇਣ ਦੇ ਵਾਸਤੇ ਉਹ ਏਜੰਡਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਦੀ ਕੋਈ ਪ੍ਰਪੋਜ਼ਲ ਬਣ ਕੇ ਰਹਿ ਜਾਊਗੀ। ਇਸ ਗੱਲ ਦੀ ਸੰਭਾਵਨਾ ਜ਼ਿਆਦਾ ਲੱਗਦੀ ਹੈਗੀ ਆ। ਇੱਕ ਕਮੇਟੀ ਜ਼ਰੂਰ ਬਣਾਤੀ ਹੈ ਜਿਹੜੇ ਸਾਬਕਾ ਰਾਸ਼ਟਰਪਤੀ ਦੀ ਅਗਵਾਈ 'ਚ। ਹਾਂ, ਕਮੇਟੀ ਦੀ ਹੀ ਮੈਂ ਗੱਲ ਕਰਦਾ ਕਿ ਵੀ ਉਹ ਜਿਹੜੀ ਪ੍ਰਪੋਜ਼ਲ ਤਿਆਰ ਕਰਨਗੇ ਵੀ ਕਿ ਉਹ ਸੰਵਿਧਾਨ ਉਸ ਨੂੰ ਇਹਨਾਂ ਇਲੈਕਸ਼ਨ ਤੋਂ ਪਹਿਲਾਂ ਅਲਾਉ ਕਰਦਾ ਸਾਡਾ ਕਿ ਵੀ ਉਹ ਇੰਪਲੀਮੈਂਟ ਹੋ ਜਾਏਗੀ, ਕਿ ਉਹ ਡੋਜ ਦੇਣ ਵਾਸਤੇ ਕੰਮ ਕੀਤਾ ਗਿਆ। ਤੇ ਅਸਲੀ ਜਿਹੜੇ ਬਿੱਲ ਆਉਣਗੇ 5 ਦਿਨ ਦਾ ਸੈਸ਼ਨ ਹੈਗਾ,
5 ਦਿਨਾਂ ਦੇ ਵਿੱਚ ਜਿਹੜੀਆਂ ਉਹ ਕੁਝ ਗੱਲਾਂ ਕਰਨ ਜਾ ਰਹੇ ਆ, ਉਹਨਾਂ ਬਾਰੇ ਅਜੇ ਕਿਸੇ ਨੂੰ ਕੋਈ ਅੰਦਾਜ਼ਾ ਨਹੀਂ ਹੈ। ਮੇਰਾ ਖਿਆਲ ਹੈ ਕਿ ਅਜੇ ਹਾਲ ਦੀ ਘੜੀ ਉਹ ਮੋਦੀ ਸਾਹਿਬ ਦੇ ਆਪਣੇ ਹੀ ਜਿਹੜੇ ਨਾ ਦਿਮਾਗ ਦੇ ਵਿੱਚ ਹੈਗੀ ਆ, ਜਿਹਨੂੰ ਉਹ ਕੱਢਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਸੋ ਇਸ ਕਰਕੇ ਮੈਂ ਇਹ ਸਮਝਦਾ ਕਿ ਹੋ ਸਕਦਾ ਕਿ ਆਹ ਪਾਰਲੀਮੈਂਟ ਦੀ ਇਲੈਕਸ਼ਨ ਵੀ ਪਹਿਲਾਂ ਕਰਵਾ ਲਈ ਜਾਵੇ। ਉਹਦੇ ਲਈ ਇੰਨੇ ਝੰਜਟ ਕੋਈ ਹੈ ਨਹੀਂ, ਹੈ ਨਾ ਵੀ ਇਹ ਕਿਉਂਕਿ ਜੇ ਉਹ ਹੁਣ ਸਟੇਟਾਂ 'ਚ ਹੋਣ ਵਾਲੇ ਇਲੈਕਸ਼ਨਾਂ 'ਚ ਹਾਰ ਗਏ, ਜਿਹੋ ਜਿਹਾ ਮਾਹੌਲ ਬਣਦਾ ਜਾਂਦਾ, ਤਾਂ ਫਿਰ ਡੈਫੀਨੇਟਲੀ ਹੁੰਝਾ ਫਿਰ ਜਾਏਗਾ ਪਾਰਲੀਮੈਂਟ ਦੀਆਂ ਇਲੈਕਸ਼ਨਾਂ 'ਚ। ਉਹ ਐਸਾ ਇੰਪ੍ਰੈਸ਼ਨ ਤੋਂ ਬਚਣ ਦੇ ਲਈ ਕਿ ਹੁੰਝਾ ਫਿਰ ਉਹ ਹਾਰ ਨਹੀਂ ਹੋ ਰਹੀ, ਇਸ ਕਰਕੇ ਸਾਰੇ ਇਕੱਠੀ ਜਿਹੜੀ ਨਾ ਹੋ ਜਾਵੇ, ਤਾਂ ਉਹ ਉਸ ਪਹਿਲੀਆਂ ਹਾਰਾਂ ਤੋਂ ਜਿਹੜਾ ਬਚ ਜਾਣਗੇ, ਜਿਨ੍ਹਾਂ ਨੇ ਸਰਟਨ ਕਰ ਦੇਣੀ ਆ, ਪੱਕੀ ਕਰ ਦੇਣੀ ਆ 24 ਦੀ ਹਾਰ ਹੈ ਜਿਹੜੀ। ਸੋ ਇੱਕ ਇੱਦਾਂ ਦੇ ਕੋਈ ਤਾਂ ਹੈਗਾ, ਲੇਕਿਨ ਇਹ ਆ ਕਿ ਚਾਹੇ ਉਹ ਪਟਨੇ ਮੀਟਿੰਗ ਹੋਈ ਸੀ, ਚਾਹੇ ਬੰਗਲੌਰ ਹੋਈ ਸੀ, ਉਹਦੇ ਬਦਲ ਦੇ ਵਿੱਚ ਤਾਂ ਕਿ ਪ੍ਰੈਸ ਦੇ ਵਿੱਚ ਵੀ ਇੰਨੀ ਹਾਈਲਾਈਟ ਚੀਜ਼ ਨਾ ਹੋ ਸਕੇ, ਔਰ ਉਹ ਸਾਈਮਲਟੇਨੀਅਸਲੀ ਜਾਂ ਉਹਦੇ ਬਦਲ ਦੇ ਵਿੱਚ ਕੋਈ ਨਾ ਕੋਈ ਸਟੈਪ ਜਿਹੜਾ ਨਾ ਸਰਕਾਰ ਲੈਂਦੀ ਰਹੀ ਆ, ਉਹਦਾ ਰਿਜ਼ਲਟ ਕੀ ਨਿਕਲਦਾ ਰਿਹਾ, ਉਹਨਾਂ ਨੂੰ ਕੋਈ ਉਹਦੇ ਚੋਂ ਲਾਭ ਪ੍ਰਾਪਤੀ ਨਹੀਂ ਹੋਈ ਹੈ। ਹੁਣ ਜਦੋਂ ਇਹ ਹੋ ਰਿਹਾ ਸੀਗਾ ਤਾਂ ਸਿਲੰਡਰ ਦੀ ਕੀਮਤ 200 ਰੁਪਈਆ ਜਿਹੜੀ ਘਟਾਈ ਆ, ਉਹਨੂੰ ਜਿਨ੍ਹਾਂ ਨੂੰ ਲਾਭ ਹੋਣਾ ਬਹੁਤ ਥੋੜੇ ਹੋਣਗੇ, ਹੌਲੀ ਹੌਲੀ ਉਹ ਵੀ ਹੋ ਜਾਣਗੇ, ਲੇਕਿਨ ਉਹਦੇ ਤੇ ਮਜ਼ਾਕ ਹੋ ਰਿਹਾ ਕਿ ਜਿਹੜੇ ਪਿਛਲੇ 9 ਸਾਲਾਂ ਦੇ ਵਿੱਚ ਘਟਾਏ ਤਾਂ 200 ਆ, ਵਧਾਏ ਕਿੰਨੇ ਆ, ਹਨਾ 700 ਹਾਂ ਵਧਾਏ ਕਿੰਨੇ ਆ, ਉਹ ਤੁਸੀਂ ਵਧਾਏ ਆ ਨਾ। ਹੁਣ ਨਹੀਂ, ਲੋਕ ਕਹਿੰਦੇ ਕੀ ਆ, ਉਹਦੇ ਬਾਰੇ ਜਾਣੇ ਤੁਹਾਡੀ ਗੱਲ 'ਚ ਐਡ ਕਰਦਾ, ਉਹਦੇ ਬਾਰੇ ਖੜ ਕੇ ਉਹਨਾਂ ਬੜੀ ਵਧੀਆ ਗੱਲ ਕਹੀ ਆ। ਉਹ ਕਹਿੰਦੇ ਕਿ ਵਧਾਉਂਦੇ 100 ਰੁਪਈਆ, ਘਟਾਉਂਦੇ 2 ਰੁਪਈਏ ਆ। ਹਾਂ ਉਲਟੀ ਹੈਗੀ ਗੱਲ। ਲੋਕ ਮਜ਼ਾਕ ਇਹ ਕਰਦੇ ਆ ਕਿ ਜਿੱਦਣ ਤੁਸੀਂ ਬਟਨ ਦਬਾ ਦਿੱਤਾ, ਬਟਨ ਦਬਾਉਂਦੇ ਸਾਰੀ ਇਹ 400 ਵਧਣਾ ਆ, ਹਨਾ। ਇਹਨਾਂ ਦਾ ਇਹਦਾ ਸਾਰਾ ਜਿਹੜਾ ਹਿਸਟਰੀ ਹੈ ਨਾ, ਕਿਉਂਕਿ ਮਜ਼ਾਕ ਹੋ ਰਿਹਾ, ਇਹ ਹੇਠਲੇ ਲੈਵਲ ਤੇ ਜਿਹੜਾ ਪ੍ਰੈਸ 'ਚ ਨਹੀਂ ਆ, ਸੋਸ਼ਲ ਮੀਡੀਆ ਤੇ ਨਹੀਂ, ਉਹ ਹੋਰ ਗੱਲਾਂ ਹੈਗੀਆਂ ਕਿ ਸੋਸ਼ਲ ਮੀਡੀਆ ਤੇ ਕੈਮਰੇ ਦੇ ਸਾਹਮਣੇ ਕਿਹੜੀ ਗੱਲ ਕਹੀ ਜਾ ਰਹੀ ਹੈ। ਲੋਕ ਆਪਸ ਵਿੱਚ ਹੀ ਜਿਹੜੀਆਂ ਗੱਲਾਂ ਕਰਦੇ ਆ, ਉਹਦੇ ਵਿੱਚੋਂ ਜਿਹੜੀਆਂ ਆਮ ਸਾਡੇ ਮੇਲ ਮਿਲਾਪ ਵਾਲੇ ਲੋਕ ਕਰਦੇ ਆ, ਉਹ ਲੋਕ ਕੋਈ ਇਹਨਾਂ ਨੇ 200 ਰੁਪਈਆ ਘਟਾ ਵੀ ਲਿਆ, ਉਹਦਾ ਇੰਪ੍ਰੈਸ਼ਨ ਵੀ ਜਿਹੜਾ ਨਾ ਉਲਟਾ ਪਿਆ। ਲੋਕਾਂ ਨੂੰ ਯਾਦ ਆ ਗਿਆ ਕਿ 700 ਵਧਾਇਆ ਸੀ, ਹਨਾ, ਔਰ ਲੋਕਾਂ ਨੂੰ ਇਹ ਪਤਾ ਇਹ ਲੱਗਦਾ ਕਿ ਇਹ ਸਿਰਫ ਬਟਨ ਦਬਾਉਣ ਤੱਕ ਹੈਗਾ ਆ। ਜਦੋਂ ਬਟਨ ਦਬ ਗਿਆ, ਇਹ 200 ਘਟਾਇਆ ਜਿਹੜਾ ਨਾ 400 ਵੱਧ ਜਾਣਾ। ਸੋ ਇਸ ਕਰਕੇ ਇਹਦਾ ਕੋਈ ਪ੍ਰਭਾਵ ਨਹੀਂ। ਇਹ ਹਵੜਾ ਦਬੜੀ 'ਚ ਲਏ ਹੋਏ ਕਦਮ ਆ ਸਾਰੇ। ਔਰ ਦੂਸਰੀ ਗੱਲ ਇਹ ਕਿ ਇਹ ਪੋਲੀਟੀਕਲ ਪੋਲਰਾਈਜੇਸ਼ਨ ਜਿਹੜੀ ਹੈ ਨਾ, ਤਾਂ ਹੋ ਗਈ ਆ ਕਲੀਅਰ ਕਿ ਇੱਕ ਪਾਸੇ ਉਹ ਫੋਰਸਸ ਨੇ ਜਿਹੜੀਆਂ ਹਿੰਦੂਤਵ ਫੋਰਸਸ ਦੇ ਪਿੱਛੇ ਲਾਮਬੰਦ ਨੇ ਪੋਲੀਟੀਕਲੀ, ਉਹਨਾਂ ਦੇ ਨਾਲ ਜਾਣਗੇ, ਛੋਟੇ ਆ ਵੱਡੇ 29 38 ਕਿੰਨੇ, ਇਹਨੂੰ ਛੱਡੋ, ਔਰ ਉਹ ਹੈਗੀ ਪੋਲੀਟੀਕਲ ਪੋਲਰਾਈਜੇਸ਼ਨ। ਲੇਕਿਨ ਜਿਹੜਾ ਖਤਰਨਾਕ ਟ੍ਰੈਂਡ ਹੈ ਨਾ ਜੀ, ਉਹ ਹੈਗਾ ਜਿਹੜੀ ਕਲਚਰਲ ਪੋਲਰਾਈਜੇਸ਼ਨ ਹੋ ਰਹੀ ਹੈ ਨਾ, ਜਿਹੜੇ ਤੇ 9 ਸਾਲ ਲਾਏ ਆ ਇਹਨਾਂ ਨੇ, ਔਰ ਉਹ ਕਲਚਰਲ ਪੋਲਰਾਈਜੇਸ਼ਨ ਦਾ ਸਪੌਂਟੇਨੀਅਸ ਰਿਐਕਸ਼ਨ ਜਿਹੜੇ ਨਾ ਕਈ ਗਈ ਸਾਹਮਣੇ ਆਏ, ਜਿਹੜੇ ਉਹ ਉਸੇ ਦਾ ਹੀ ਆ, ਉਸੇ ਤਾਕ ਦੇ ਵਿੱਚ ਕਿ ਵੀ ਉਹ ਪੋਲਰਾਈਜੇਸ਼ਨ ਜੇ ਉਹ ਕੰਪਲੀਟ ਹੋ ਜਾਂਦੀ ਆ, ਪ੍ਰੂਵ ਹੋ ਜਾਂਦੀ ਆ, ਫਿਰ ਕੋਈ ਐਸੀ ਡਿਕਟੇਟਰਸ਼ਿਪ ਦੀ ਲੋੜ ਨਹੀਂ ਹੈ ਕਿ ਇਲੈਕਸ਼ਨ ਨਹੀਂ ਹੋਣ ਦੇਣੀ, ਫਿਰ ਉਹ ਇਲੈਕਸ਼ਨ ਦੇ ਨਾਲ ਹੀ ਡਿਕਟੇਟਰਸ਼ਿਪ ਹੋਇਆ ਕਰੇ, ਕਿਉਂਕਿ ਪੋਲਰਾਈਜੇਸ਼ਨ ਐਸੀ ਹੋ ਜਾਣੀ ਆ ਜਿਹੜਾ ਪ੍ਰੋਸੈਸ ਚੱਲ ਰਿਹਾ। ਪਰ ਹਾਲ ਦੀ ਘੜੀ ਕੀ ਆ ਸਾਹਮਣੇ, ਜੇ 85% ਉਹ ਕਲੇਮ ਕੀਤਾ ਜਾ ਰਿਹਾ ਕਿ 85% ਹਿੰਦੂ ਨੇ, ਬਾਕੀ 15% ਨੇ, ਔਰ ਉਹਨਾਂ ਦੇ ਵਿੱਚੋਂ ਹੁਣ ਕਿੰਨੇ ਪਰਸੈਂਟ ਉਹ ਨੇ ਸਾਰੇ ਹਿੰਦੂਤਵੀ ਨਹੀਂ ਹੈਗੇ, ਔਰ ਹਿੰਦੂਆਂ ਨੂੰ ਹਿੰਦੂਤਵੀ ਨਹੀਂ ਕਿਹਾ ਜਾ ਸਕਦਾ, ਔਰ ਉਹ ਬਹੁਤ ਘੱਟ ਪਰਸੈਂਟੇਜ ਹੈਗੀ ਆ। ਔਰ ਜਿਹੜੇ ਇਸ ਭਾਈਚਾਰੇ ਨੂੰ ਬਣਾ ਕੇ ਸੈਕੂਲਰ ਨੇ ਜਾਂ ਜਿਹੜੇ ਮੁਹੱਬਤ ਦੀ ਦੁਕਾਨ ਵਾਲੇ ਆ, ਉਹਨਾਂ ਦੀ ਪਰਸੈਂਟੇਜ ਅਜੇ ਵੀ ਹਿੰਦੂਆਂ ਦੇ ਵਿੱਚ ਜ਼ਿਆਦਾ ਆ। ਉਹ ਪੋਲਰਾਈਜੇਸ਼ਨ ਨੂੰ ਕਿਸ ਤਰ੍ਹਾਂ ਕੰਪਲੀਟ ਕਰਨਾ ਆ, ਉਹ ਪ੍ਰੋਸੈਸ ਜ਼ਿਆਦਾ ਖਤਰਨਾਕ ਆ, ਜਿਹੜਾ ਮੈਂ ਸਮਝਦਾ ਕਿ ਉਹ ਬਹੁਤ ਲੌਂਗ ਲਾਸਟਿੰਗ ਹੋਏਗਾ, ਉਹਨੂੰ ਤੋੜਨਾ ਬੜਾ ਔਖਾ ਹੋ ਜਾਏਗਾ। ਇਸ ਤੋਂ ਬਚਣਾ ਬੜਾ ਜ਼ਰੂਰੀ ਹੈ, ਔਰ ਇਹਦੇ ਬਚਣ ਦੇ ਲਈ ਜ਼ਰੂਰੀ ਆ ਕਿ ਸਟੇਟ ਨੂੰ ਜਿਹੜੇ ਨਾ ਉਹ ਪਾਵਰ ਬਦਲੀ ਜਾਏ, ਔਰ ਸਟੇਟ ਜਿਹੜੀ ਹੈ ਨਾ ਉਹਦੇ ਤੋਂ ਤਾਂ ਕਿਉਂਕਿ ਸਟੇਟ ਦਾ ਰੋਲ ਕੀ ਰਿਹਾ ਹੈ ਸਾਰੇ ਸਮੇਂ ਦੇ ਵਿੱਚ, ਉਹਦੇ ਵਿੱਚ ਜਿਸ ਤਰ੍ਹਾਂ ਦੇ ਇਹ ਐਕਸ਼ਨ ਹੋਏ ਆ, ਕਿਸੇ ਨੇ ਕਿਸੇ ਨੂੰ ਰੋਕਿਆ ਨਹੀਂ, ਜੋ ਮਰਜ਼ੀ ਕਰੀ ਗਿਆ, ਹਨਾ। ਕੋਈ ਮਤਲਬ ਆ ਕਿ ਵੀ ਕੋਈ ਗ੍ਰਿਫਤਾਰੀਆਂ ਨਹੀਂ,
ਕੋਈ ਉਹਦੇ ਖਿਲਾਫ ਮੇਜਰ ਨਹੀਂ। ਪਹਿਲੇ ਚਲੋ ਜੇ ਕੋਈ ਕਾਨੂੰਨੀ ਜਾਂ ਸਖਤ ਨਹੀਂ ਤਾਂ ਉਹਦੇ ਖਿਲਾਫ ਕੋਈ ਮੁਹਿੰਮ ਹੀ ਚਲਾਈ ਜਾਂਦੀ ਕਿ ਗਲਤ ਕਰ ਰਹੇ ਹੋ ਤੁਸੀਂ, ਹਨਾ, ਜਾਂ ਪਬਲਿਕ ਮੋਬਿਲਾਈਜੇਸ਼ਨ ਹੀ ਕੀਤੀ ਜਾਂਦੀ, ਜਾਂ ਲੋਕਾਂ ਦੀ ਮਾਨਸਿਕਤਾ ਨੂੰ ਚੇਂਜ ਕਰਨ ਦੇ ਲਈ ਕੋਈ ਮੇਜਰ ਲਈ ਜਾਂਦੇ ਕਿ ਗਲਤ ਹੋ ਰਿਹਾ, ਗਲਤ ਹੋ ਰਿਹਾ। ਐਸਾ ਸਟੇਟ ਵੱਲੋਂ ਕੁਝ ਨਹੀਂ ਹੋ ਰਿਹਾ, ਸਗੋਂ ਉਹ ਜਿਹੜਾ ਐਟੀਟਿਊਡ ਹੈਗਾ ਉਹਦੇ ਨਾਲ ਉਹ ਇਨਕਰੇਜਮੈਂਟ ਹੋਈ ਆ। ਚਾਹੇ ਤੁਸੀਂ ਉਹ ਗੋਧਰਾ ਤੋਂ ਸ਼ੁਰੂ ਕਰ ਲਓ, ਹਨਾ, ਕਿ ਆ ਪਿੱਛੇ ਨੂੰ ਮੁੜਿਆ, ਕੁਛ ਪਿੱਛੇ ਨੂੰ ਮੁੜਿਆ ਕਿਸੇ ਵੀ ਸਟੇਜ ਉੱਤੇ ਕੋਈ ਨਜ਼ਰ ਆਉਂਦਾ, ਜੇ ਅੱਗੇ ਅੱਗੇ ਜਾ ਰਿਹਾ, ਉਹਦੇ ਵਿੱਚ ਹੀ ਸਾਰਾ ਖਤਰਾ ਪਿਆ ਆ, ਜਿਹੜਾ ਕਿ ਦੇਸ਼ ਨੂੰ ਜਿਹਦੇ ਤੋਂ ਬਚਣ ਦੀ ਬਹੁਤ ਜ਼ਰੂਰਤ ਆ। ਉਹਦੇ ਵਿੱਚ ਹੀ ਹੈਗਾ ਫਿਰ ਹੁਣ ਇਹ ਕਿ ਉਹ ਡੈਮੋਕ੍ਰੇਸੀ ਐਨ ਰੀਅਲ ਡੈਮੋਕ੍ਰੇਸੀ ਜਿਹੜੀ ਇਸ ਕੰਸਟੀਟਿਊਸ਼ਨ, ਜਿਹੜਾ ਸਾਨੂੰ ਕੰਸਟੀਟਿਊਸ਼ਨ ਬਹੁਤ ਕੁਰਬਾਨੀਆਂ ਦੇ ਨਾਲ, ਬੜੀ ਜਦੋਜਹਿਦ ਦੇ ਨਾਲ, ਲੜਾਈ ਦੇ ਨਾਲ ਮਿਲਿਆ ਆ, ਔਰ ਉਸ ਕੰਸਟੀਟਿਊਸ਼ਨ ਲੈ ਕੇ ਦੇਸ਼ ਇੱਥੇ ਤੱਕ ਪਹੁੰਚਿਆ ਕਿ ਹੁਣ ਉਹ ਕੰਸਟੀਟਿਊਸ਼ਨ ਦੀ ਮਿਹਰਬਾਨੀ ਹੀ ਸੀ ਜਿਹੜਾ ਚੰਦ ਤੇ ਅੱਜ ਸਾਡੀਆਂ ਅੱਜ ਸਾਡੇ ਰੋਵਰ ਤੁਰਿਆ ਫਿਰਦਾ ਹੈ ਨਾ। ਉਹਦੀ ਡਿਵੈਲਪਮੈਂਟ ਜਿਹੜੀ ਇੱਦਾਂ ਹੋਈ ਆ, ਔਰ ਉਹ ਦੇਸ਼ ਇੱਦਾਂ ਡਿਵੈਲਪ ਹੋ ਕੇ ਇੱਥੇ ਆਇਆ, ਔਰ ਜੇ ਇਹਦੀ ਇਕੋਨੋਮੀ ਵੀ ਇੱਥੇ ਪਹੁੰਚੀ ਆ ਤਾਂ ਉਹ ਇੱਕ ਲੰਬੀ ਜਦੋਜਹਿਦ ਆ, ਔਰ ਉਹ ਇੱਕ ਕੰਸਟੀਟਿਊਸ਼ਨ ਦੀ ਦੇਣ ਆ। ਤੇ ਕੰਸਟੀਟਿਊਸ਼ਨ ਨੂੰ ਜੇ ਬਚਾਉਣ ਦੀ ਗੱਲ ਹੋ ਰਹੀ ਆ, ਉਹ ਅਸਲ 'ਚ ਰੀਅਲ ਡੈਮੋਕ੍ਰੇਸੀ ਜਿਹੜੀ ਨਾ ਹੈਗੀ ਆ, ਬਹੁਤ ਸੰਮਤੀ ਨਾਲ ਵੋਟ ਪਵਾਉਣੀ। ਔਰ ਉਹ ਦੁਨੀਆ ਦੇ ਤੁਸੀਂ ਬਹੁਤ ਸਾਰੇ ਦੇਸ਼ਾਂ 'ਚ ਦੇਖ ਸਕਦੇ ਆ ਕਿ ਡਿਕਟੇਟਰਸ਼ਿਪ ਜਿਹੜੀ ਹੈ ਨਾ ਉਹ ਵੋਟਾਂ ਦੇ ਨਾਲ ਆ, ਹਨਾ। ਔਰ ਉਹ ਇੱਕ ਵੱਖਰੀ ਗੱਲ ਹੈਗੀ ਹੈ, ਜਿਹਦੇ ਤੇ ਸਾਨੂੰ ਵੱਖਰਾ ਸਮਾਂ ਚਾਹੀਦਾ ਹੈ ਗੱਲ ਕਰਨ ਦੇ ਵਾਸਤੇ ਵੀ ਉਹ ਕਿਉਂ ਹੋ ਰਿਹਾ, ਉਹ ਕਿਉਂ ਹੋ ਰਿਹਾ, ਟ੍ਰੈਂਡ ਕਿਉਂ ਪੈਦਾ ਹੋਇਆ ਹੈ ਦੇਸ਼ ਦੇ ਵੱਖਰੇ ਵੱਖਰੇ ਭਾਗਾਂ 'ਚ। ਇਹ ਨਹੀਂ ਕਿ ਵੀ ਏਸ਼ੀਆ 'ਚ ਹੋ ਰਿਹਾ, ਯੂਰਪ ਦੇ ਵਿੱਚ ਹੋ ਰਿਹਾ, ਲੈਟਨ ਅਮਰੀਕਾ 'ਚ ਹੋ ਰਿਹਾ, ਹਨਾ। ਔਰ ਇਸ ਤਰ੍ਹਾਂ ਇਹ ਅਸੀਂ ਕੰਟਰੀਜ਼ ਦੀਆਂ ਐਗਜ਼ਾਮਪਲ ਜਿਹੜੀਆਂ ਨਾ ਚੁੱਕ ਸਕਦੇ ਹਾਂ। ਉਹ ਜਿਹੜਾ ਟ੍ਰੈਂਡ ਪੈਦਾ ਹੋ ਰਿਹਾ ਆ, ਉਹਦੇ ਵਿੱਚ ਲੋਕਾਂ ਦੇ ਅੰਦਰ ਜਿਹੜੀ ਇਹ ਧਸ ਗਈ ਆ ਫੀਲਿੰਗ, ਜਿਹਦੇ ਵਿੱਚ ਉਹਨੂੰ ਨਿਕਲਣ ਦੀ ਲੋੜ ਆ, ਸਾਰੀ ਵਰਲਡ ਵਾਈਡ ਹੀ ਨਿਕਲਣ ਦੀ ਲੋੜ ਆ ਕਿ ਇਨਸਿਕਿਉਰਿਟੀ ਦੀ ਜਿਹੜੀ ਸੈਂਸ ਆ, ਉਹਦੇ ਵਿੱਚ ਮੇਜਰ ਜਿਹੜੀ ਆ ਨਾ ਕਲਚਰਲ ਇਨਸਿਕਿਉਰਿਟੀ ਦੀ ਸੈਂਸ ਪਾਈ ਗਈ ਆ, ਜਿਹਦਾ ਇਹ ਪ੍ਰਭਾਵ ਆ ਜਿਹਦੇ ਅਸੀਂ ਵੀ ਸ਼ਿਕਾਰ ਹੋਏ ਆ ਆਪਣੇ ਦੇਸ਼ ਦੇ ਵਿੱਚ। ਸੋ ਇਸ ਕਰਕੇ ਜਿਹੜਾ ਇਹ ਯੁੱਧ ਹੋਰ ਤਰ੍ਹਾਂ ਦਾ ਆ, ਇਹ ਸਿਰਫ ਵੋਟਾਂ ਦਾ ਹੀ ਯੁੱਧ ਨਹੀਂ ਹੈਗਾ, ਹਨਾ। ਇਹ ਜਿਹੜੀ ਇਨਸਿਕਿਉਰਿਟੀ ਦੀ, ਕਲਚਰਲ ਇਨਸਿਕਿਉਰਿਟੀ ਦਾ, ਇਹ ਇਨਸਿਕਿਉਰਿਟੀ ਇੱਕ ਤਾਂ ਪੋਲੀਟੀਕਲ ਰਾਈਟਸ ਦੀ ਹੈ ਕਿ ਸਾਨੂੰ ਮਿਲਦੇ ਨਹੀਂ, ਜਾਂ ਸਾਡੀ ਰਾਖੀ ਲਈ ਪ੍ਰੋਪਰ ਜਿਹੜੇ ਸਟੇਟ ਕੰਮ ਨੇ, ਉਹ ਸਿਕਿਉਰਿਟੀ ਤੋਂ ਉੱਪਰ ਉੱਠ ਕੇ ਜਦੋਂ ਇਹ ਸੈਂਸ ਪੈਦਾ ਹੋਈ ਕਿ ਕਲਚਰਲ ਇਨਸਿਕਿਉਰਿਟੀ ਹੋ ਗਈ ਆ, ਉਹ ਜ਼ਿਆਦਾ ਖਤਰਨਾਕ ਹੈ। ਸਗੋਂ ਮੈਜੋਰਿਟੀਜ਼ ਦੇ ਅੰਦਰ ਇਹ ਫਸਾਇਆ ਜਾ ਰਹੀ ਹੈ ਗੱਲ ਕਿ ਮਾਈਨੋਰਿਟੀ ਤੋਂ ਕਲਚਰਲ ਇਨਸਿਕਿਉਰਿਟੀ ਜਿਹੜੀ ਨਾ ਉਹਨੂੰ ਫੀਲ ਕਰਨ ਤੇ ਲਾ ਦਿੱਤਾ ਉਹਨਾਂ ਨੇ। ਇੱਥੇ ਨਹੀਂ, ਦੁਨੀਆ ਦੇ ਤੁਸੀਂ ਹੋਰ ਦੇਸ਼ਾਂ 'ਚ ਵੀ ਦੇਖ ਲਓ, ਕਈ ਸਾਰਿਆਂ 'ਚ ਤੁਹਾਨੂੰ ਨਜ਼ਰ ਆ ਜਾਏਗੀ, ਹਨਾ। ਉੱਥੇ ਕਿੱਦਾਂ ਦੇ ਸਲੋਗਨ ਲਾਏ ਚਾਹਨਾ ਆਪਾਂ ਇਹਦੇ ਵੱਲ ਆਉਣੇ, ਲੰਬਾ ਵਿਸ਼ਾ ਹੈਗਾ। ਮੈਂ ਸਿੱਧ ਸਾਹਿਬ ਨਾਲ ਵੀ ਇਸ ਤੇ ਗੱਲ ਨੂੰ ਜੋੜ ਲਈਏ ਆਪਾਂ। ਸਿੱਧ ਸਾਹਿਬ, ਜਿਸ ਤਰ੍ਹਾਂ ਤੁਸੀਂ ਤਾਂ ਬੜਾ ਲੰਬਾ ਸਮਾਂ ਪਾਰਲੀਮੈਂਟ ਨੂੰ ਕਵਰ ਵੀ ਕੀਤਾ ਹੈਗਾ ਐਜ਼ ਏ ਸਪੈਸ਼ਲ ਕੋਰਸਪੋਂਡੈਂਟ ਦੇ ਤੌਰ ਤੇ, ਤਾਂ ਇੱਕ ਤਾਂ ਇਹ ਹੈ ਕਿ ਜਿਸ ਤਰ੍ਹਾਂ ਇਹ ਸਵਾਲ ਉੱਠ ਰਿਹਾ ਕਿ ਜਿਹੜਾ ਇਹ ਸੱਦਿਆ ਗਿਆ ਸੈਸ਼ਨ, ਇਹ ਬਹੁਤ ਰੇਅਰ ਸੱਦਿਆ ਜਾਂਦਾ। ਜਿਸ ਤਰ੍ਹਾਂ ਖੜਗੇ ਉਹਨਾਂ ਨੇ ਸਵਾਲ ਉਠਾਇਆ ਕਿ ਜਦੋਂ ਮਣੀਪੁਰ ਇਹਦਾ ਚੱਲ ਰਿਹਾ 4 ਮਹੀਨੇ ਤੋਂ, ਉਹਦੇ ਲਈ ਤਾਂ ਸਪੈਸ਼ਲ ਸੈਸ਼ਨ ਸੱਦਿਆ ਨਹੀਂ ਗਿਆ, ਹੋਰ ਇੰਨਾ ਕੁਝ ਵਾਪਰਿਆ ਦੇਸ਼ ਦੇ ਅੰਦਰ, ਉਹਦੇ ਤੇ ਤਾਂ ਸੱਦਿਆ ਨਹੀਂ ਗਿਆ, ਤਾਂ ਹੁਣ ਸਪੈਸ਼ਲ ਸੈਸ਼ਨ ਸੱਦਿਆ ਗਿਆ। ਇੱਕ ਦੂਸਰਾ, ਜਿਸ ਤਰ੍ਹਾਂ ਚਾਣਾ ਜੀ ਨੇ ਕਿਹਾ ਕਿ ਜਿਹੜਾ ਸੰਵਿਧਾਨ ਸਾਡੀ ਆਜ਼ਾਦੀ ਤੋਂ ਬਾਅਦ ਬਣਿਆ, ਉਹ ਸੰਵਿਧਾਨ ਦੇ ਤਹਿਤ ਹੀ ਹੁਣ ਤੱਕ ਦੇਸ਼ ਨੇ ਇੰਨੀ ਤਰੱਕੀ ਕੀਤੀ। ਤੇ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਇਹ ਗੱਲਾਂ ਆਮ ਉੱਠ ਰਹੀਆਂ, ਖਾਸ ਕਰਕੇ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਲੋਕ ਹੈ, ਸੰਵਿਧਾਨ ਨੂੰ ਬਦਲਣ ਦੀ ਲੋੜ ਹੈ। ਤੇ ਇਹ ਗੱਲ ਆ ਵੀ ਰਹੀ ਹੈ ਕਿ ਜਿਹੜਾ ਜੇ 2024 ਚ ਨਰਿੰਦਰ ਮੋਦੀ ਜਿੱਤ ਜਾਂਦਾ ਹੈ ਤਾਂ ਉਹ ਇਸ ਸੰਵਿਧਾਨ ਨੂੰ ਜ਼ਰੂਰ ਬਦਲੇਗਾ ਔਰ ਹਿੰਦੂ ਰਾਸ਼ਟਰ ਬਣਾਉਣ ਵੱਲ ਨੂੰ ਗੱਲ ਜਿਹੜੀ ਹੈ ਉਹ ਤੁਰੇਗੀ। ਤੇ ਨਾਲ ਦੀ ਨਾਲ ਜਿਸ ਤਰ੍ਹਾਂ ਚਾਣਾ ਜੀ ਨੇ ਕਿਹਾ ਕਿ ਜਿਹੜੀ ਇੱਕ ਸੱਭਿਆਚਾਰਕ ਤੌਰ ਤੇ ਜਿਹੜੀ ਇਨਸਿਕਿਉਰਿਟੀ ਦੀ ਗੱਲ ਆ ਰਹੀ ਹੈ, ਇਹ ਸਾਰੇ ਦੇ ਤੁਸੀਂ ਕਿਸ ਤਰ੍ਹਾਂ ਇਹਦੇ ਬਾਰੇ ਸੋਚਦੇ ਹੋ? ਤੁਹਾਡਾ ਕੀ ਨਜ਼ਰੀਆ ਹੈ ਸਾਰੇ ਬਾਰੇ? ਦੇਖੋ, ਜਿਹੜੀਆਂ ਰਾਈਟਿਸਟ ਫੋਰਸਿਸ ਹੈ, ਸਾਰੀਆਂ ਗੱਲ ਦਾ ਥੰਮ ਰੂਲ ਹੈ ਸਾਰੀ ਦੁਨੀਆ ਦੇ ਵਿੱਚ, ਹੁਣ ਤੱਕ ਹਿਸਟਰੀ ਵਿੱਚ ਵੀ ਇਹ ਰਿਹਾ ਵੀ ਰਾਈਟਿਸਟ ਫੋਰਸ ਹਮੇਸ਼ਾ ਸੱਤਾ ਨਾਲ ਜਾਂ ਤਾਕਤ ਨਾਲ ਜੁੜ ਕੇ ਹੀ ਕਲਚਰ ਪੈਦਾ ਕਰਦਾ। ਤਾਂ ਫਿਰ ਇਸੇ ਕਰਕੇ ਸਾਡੀ ਜਿਹੜੀ ਇੰਡੀਅਨ ਸਟੇਟ ਸੀ, ਜਿਹੜੀ ਰਾਈਟਿਸਟ ਥੱਲੇ ਰਹੀ ਹੈ, ਮੈਂ ਤਾਂ ਇਸ ਨੂੰ ਪਿੱਛੇ ਇੰਦਰਾ ਗਾਂਧੀ ਤੋਂ ਹੀ ਲੈਣਾ। ਤੇ ਪਰ ਉਹ ਉਸੇ ਦਾ ਹੀ ਸ਼ੁਰੂ ਕੀਤਾ ਕਿ ਪ੍ਰੋਸੈਸ ਸੀ ਜਿਹੜਾ ਮੋਦੀ ਨੇ ਬਹੁਤ ਜ਼ੋਰ ਸ਼ੋਰ ਨਾਲ ਚੁੱਕ ਲਿਆ। ਉਹਦੇ 'ਚ ਰਾਈਟਿਸਟ ਫੋਰਸਿਸ ਹਮੇਸ਼ਾ ਹੀ ਇਹ ਕਰਦੀਆਂ ਵੀ ਉਹ ਇੱਕ ਸਟੇਟ ਦਾ ਪ੍ਰੋਜੈਕਟ ਬਣਾ ਦਿੰਦੀਆਂ ਇਸ ਕਿਸਮ ਦਾ ਕਲਚਰ ਖੜਾ ਕਰਨਾ।
ਇਹ ਸਟੇਟ ਦਾ ਪ੍ਰੋਜੈਕਟ ਹੀ ਰਿਹਾ ਜਿਹਦੇ ਵਿੱਚ ਲਿੰਚਿੰਗ ਦੇ ਉੱਤੇ ਕਿਸੇ ਤੇ ਐਕਸ਼ਨ ਨਹੀਂ ਹੋਇਆ, ਕੁਝ ਨਹੀਂ ਹੋਇਆ, ਤੇ ਸਭ ਚੀਜ਼ ਨੂੰ ਦਬਾਉਣ ਦੇ ਕੁਛ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਚ ਲਿੰਚਿੰਗ ਕਰਨ ਵਾਲੇ ਜਾਂ ਵਿਜੀਲੈਂਟ ਗਰੁੱਪ ਸੀ ਜਿਹੜੇ ਹਥਿਆਰਬੰਦ ਹੁੰਦੇ ਆ, ਉਹਨਾਂ ਨੂੰ ਇਨਡਾਇਰੈਕਟਲੀ ਤਕੜਾ ਕੀਤਾ ਜਾਂਦਾ, ਹੱਲਾਸ਼ੇਰੀ ਦਿੱਤੀ ਜਾਂਦੀ ਹੈ, ਤੇ ਉਹਨਾਂ ਨੂੰ ਵੀ ਪਤਾ ਹੁੰਦਾ ਤੇ ਫਿਰ ਇਹੋ ਜਿਹੇ ਕੰਮ ਕਰਦੇ ਆ। ਇਹ ਸਾਡੇ ਸਟੇਟ ਦਾ ਪ੍ਰੋਜੈਕਟ ਸੀਗਾ ਜਿਹੜਾ ਮੋਦੀ ਦੇ ਰਾਹੀਂ ਇਹ ਪ੍ਰੋਜੈਕਟ ਚੱਲਿਆ ਆਉਂਦਾ, ਅੱਗੇ ਜਿਹੜਾ ਹਿੰਦੂ ਰਾਸ਼ਟਰ ਵੱਲ ਨੂੰ ਵੱਧ ਰਿਹਾ, ਤੇ ਇਹਦੀ ਸ਼ੁਰੂਆਤ ਇੰਦਰਾ ਗਾਂਧੀ ਤੋਂ ਹੋਈ। ਦੂਸਰੀ ਗੱਲ ਇਹ ਵੀ ਸਪੈਸ਼ਲ ਸੈਸ਼ਨ ਦੀ ਤੁਸੀਂ ਗੱਲ ਕੀਤੀ ਹੈ, ਜਿਹੜੀ ਕਲਚਰ ਤਾਂ ਬਣ ਗਿਆ ਹੁਣ ਸਪੈਸ਼ਲ ਸੈਸ਼ਨ ਦੇ ਨਾਲ ਜਿਹੜਾ ਵਨ ਨੇਸ਼ਨ ਵਨ ਪੋਲ ਵਾਲੀ ਗੱਲ ਸ਼ੁਰੂ ਕੀਤੀ ਹੈ, ਇਹ ਤਾਂ ਇੱਕ ਐਵੇਂ ਡਰਾਮਾ ਕੀਤਾ। ਮਹਿਜ ਜੀ ਦੇ ਬਾਰੇ ਚਾਣਾ ਜੀ ਨੇ ਕਾਫੀ ਲੰਬਾ ਚੌੜਾ ਦੱਸਤਾ, ਮੈਂ ਵੀ ਬਿਲਕੁਲ ਸਹਿਮਤ ਹਾਂ। ਇਹ ਲੋਕਾਂ ਨੂੰ ਭੁਲੇਖੇ ਪਾਉਣ ਲਈ, ਲੋਕਾਂ ਨੂੰ ਥੋੜਾ ਧਿਆਨ ਵੰਡਣ ਲਈ ਇਹ ਪਾਸੇ ਕੀਤਾ। ਇਸ ਕਰਕੇ ਵੀ ਕੀਤਾ ਵੀ ਆ ਜਿਹੜਾ ਗਾਰਡੀਅਨ ਪੇਪਰ ਤੇ ਫਾਈਨੈਂਸ਼ੀਅਲ ਐਕਸਪ੍ਰੈਸ ਤੇ ਹੋਰ ਸਾਰੇ ਅਖਬਾਰਾਂ ਚ ਆ ਗਿਆ, ਦੂਜਾ ਹੇਰਾਫੇਰੀ ਨਿਕਲੇ ਹੀ ਅਡਾਨੀ ਦੀ। ਇਹ ਅਡਾਨੀ ਵਾਲੀ ਹੇਰਾਫੇਰੀ ਉੱਤੇ ਪਰਦਾਪੋਸ਼ੀ ਕਰਨ ਲਈ ਸਾਰਾ ਕੁਝ, ਜਿਹਦੇ ਚ ਹੁਣ ਰਾਹੁਲ ਨੇ ਵੀ ਕਿਹਾ ਵੀ ਕੁਝ ਬੰਦਿਆਂ ਨੂੰ ਇਹ ਸਾਰੇ ਲੋਕਾਂ ਤੋਂ, ਇੰਡੀਆ ਦੇ ਲੋਕਾਂ ਤੋਂ ਪੈਸੇ ਲੁੱਟ ਕੇ ਕੁਝ ਬੰਦਿਆਂ ਨੂੰ ਦੇ ਰਿਹਾ ਇਹ ਪ੍ਰਾਈਮ ਮਿਨਿਸਟਰ। ਮਤਲਬ ਕਿ ਇਸ ਲੈਵਲ ਤੇ ਸਿੱਧੀ ਗੱਲ ਆ ਜੀ, ਉਸ ਨੂੰ ਕਵਰ ਅਪ ਕਰਨ ਲਈ ਇਹ ਸਾਰਾ ਵਨ ਨੇਸ਼ਨ ਤੇ ਵਨ ਪੋਲ ਵਾਲੀ ਗੱਲ ਚਲਾਈ ਹੈ। ਇਹ ਬਿਲਕੁਲ ਠੀਕ ਹੈ, ਇਹ ਪੋਸੀਬਲ ਹੀ ਨਹੀਂ ਹੈ ਵੀ ਤੁਸੀਂ ਇਸ ਸੈਸ਼ਨ ਦੇ ਵਿੱਚ ਕੋਈ ਨਾ ਕੋਈ ਵਨ ਨੇਸ਼ਨ ਵਨ ਪੋਲ ਵਾਲੀ ਗੱਲ ਕਰ ਸਕੋਗੇ। ਜਾਣ ਕੇ ਪ੍ਰੋਪੇਗੈਂਡਾ ਕੀਤਾ ਜਿਹੜਾ ਕਿ ਹਿੰਦੂਤਵ ਦੀਆਂ ਫੋਰਸਸ ਨੂੰ ਹੋਰ ਜ਼ਿਆਦਾ ਸਪੋਰਟ ਕਰਦਾ। ਇਹ ਗੱਲ ਸਪੋਰਟ ਲਈ ਖੁਦ ਸ਼ੁਰੂ ਕਰਤੀ, ਤੇ ਤੁਸੀਂ ਉਹਦੇ ਤੇ ਡਿਸਕਸ਼ਨ ਕਰੀ ਜਾ, ਅਡਾਨੀ ਵਾਲੀ ਗੱਲ ਭੁੱਲ ਜਾਓ ਤੇ ਹੋਰ ਸਾਰੀਆਂ ਗੱਲਾਂ ਭੁੱਲ ਜਾਓ। ਇਸੇ ਕਰਕੇ ਜਿਹੜਾ ਸੈਸ਼ਨ ਹੈ, ਮੈਂ ਬਿਲਕੁਲ ਚਾਹਣਾ ਹੀ ਨਾ ਸਹਿਮਦਾ, ਸੈਸ਼ਨ ਦੇ ਵਿੱਚ ਕੀ ਕੁਛ ਆਊ, ਬੜਾ ਹੈਰਾਨੀ ਵਾਲਾ ਆਊਗਾ ਇਹ ਸਾਰਾ ਕੁਝ। ਉਹਦੇ ਚ ਪਹਿਲੀ ਵਾਰੀ ਹੋਇਆ ਵੀ ਐਡਵਾਈਜ਼ਰੀ, ਬਿਜ਼ਨਸ ਐਡਵਾਈਜ਼ਰੀ ਕਮੇਟੀ ਦੇ ਬੰਦਿਆਂ ਨੂੰ, ਉਹਦੇ ਚੇਅਰਮੈਨ ਨੂੰ ਕੌਨਫੀਡੈਂਸ ਲਿਆ ਹੋਵੇ, ਕੁਝ ਵੀ ਨਾ ਕੀਤਾ ਹੋਵੇ, ਤੁਸੀਂ ਸਡਨਲੀ ਸੱਦ ਲਓ, ਕੋਈ ਏਜੰਡਾ ਨਾ ਦਿੱਤਾ ਹੋਵੇ। ਇੱਥੇ ਭਗਵੰਤ ਮਾਨ ਨੂੰ ਅਸੈਂਬਲੀ ਵਿੱਚ ਕਹਿੰਦੇ ਰਹੇ ਵੀ ਏਜੰਡੇ ਤੋਂ ਬਗੈਰ ਤੁਸੀਂ ਉਦੋਂ ਗੁਰਦੁਆਰਾ ਐਕਟ ਵਾਲਾ ਛੇੜਛਾੜ ਕਿਵੇਂ ਕੀਤੀ, ਇਹਦਾ ਵੀ ਕੋਈ ਏਜੰਡਾ ਨਹੀਂ, ਕੋਈ ਕਿਸੇ ਕਿਸਮ ਦਾ ਏਜੰਡਾ ਨਹੀਂ। ਏਜੰਡਾ ਸਾਰਾ ਗੁਪਤ ਹੈ ਸਾਰਾ, ਤੇ ਬਾਕੀ ਗੱਲਾਂ ਸਾਰੀਆਂ ਤਾਂ ਪ੍ਰੈਸ ਉਸ ਨੂੰ ਇੰਟਰਪ੍ਰੈਟ ਕਰ ਰਿਹਾ ਵੀ ਆਹ ਸ਼ਾਇਦ ਕਰੇਗਾ ਨਹੀਂ, ਇਹ ਪਤਾ ਨਹੀਂ ਕੀ ਹੋਏਗਾ। ਬੜਾ ਖਤਰਨਾਕ ਹਜੇ ਤੱਕ ਸਾਰਾ ਰੁਝਾਨ ਖੜਾ ਹੈ। ਇਸ ਰੁਝਾਨ ਦੇ ਲਈ ਇਸੇ ਕਰਕੇ ਜਿਹੜੀ ਸਭ ਤੋਂ ਵੱਡੀ ਜਿਹੜੀ ਡਰ ਹੈ, ਬੜੀ ਦੇਖੋ ਜਿਹੜੇ ਹੁਣ ਲੀਡਰ ਹੈ ਪੋਲੀਟੀਕਲ ਪਾਰਟੀਆਂ ਦੇ, ਉਹ ਬਹੁਤ ਬੜੇ ਲੰਬੇ 50 ਸਾਲ ਦੇ ਪੁਰਾਣੀ ਪੋਲਿਟਿਕਸ ਵਿੱਚ ਹੈ। ਉਹਨਾਂ ਨੂੰ ਪਤਾ ਹੈ ਵੀ ਆਹ ਸਾਡੀ ਵੀ ਲਾਸਟ ਗੱਲ ਹੈ, ਵੀ ਅਸੀਂ ਡੈਮੋਕ੍ਰੇਸੀ ਬਚਾ ਲਈ ਨਾ ਬਚਾ ਲਈ, ਇਹ ਵੀ ਸਾਡੀ ਲਾਸਟ ਅਟੈਂਪਟ ਹੈ। ਇਹ ਤੋਂ ਪਿੱਛੋਂ ਅਸੀਂ ਕੋਈ ਕੁਝ ਨਹੀਂ ਕਰ ਸਕਾਂਗੇ, ਸੱਤਾ ਦੀ ਗੱਲ ਛੱਡੋ, ਅਸੀਂ ਲੀਡਰ ਵੀ ਨਹੀਂ ਰਹਿ ਸਕਾਂਗੇ, ਉਹਨਾਂ ਨੂੰ ਵੀ ਪਤਾ ਹੈ। ਇਸ ਕਰਕੇ ਉਹ ਵੋਟਾਂ ਵਾਲੀ ਸੀਟ ਸ਼ੇਅਰਿੰਗ ਤੇ ਲੜਨਗੇ ਨਹੀਂ, ਨਾਲ ਲੜ ਰਹੇ ਆ, ਲੜਨਗੇ ਵੀ ਨਹੀਂ ਗੇ, ਬਹੁਤ ਘੱਟ ਲੜਨਗੇ। ਇਸ ਕਰਕੇ ਉਹਨਾਂ ਦਾ ਜਿਹੜਾ ਪੋਜ਼ਿਟਿਵ ਐਟੀਟਿਊਡ ਹੈ ਉਹ ਲੱਗ ਰਿਹਾ ਵੀ ਉਹਨਾਂ ਨੂੰ ਖਤਰਾ ਸਾਨੂੰ ਘੱਟ ਪਤਾ ਹੋਵੇ, ਉਹਨਾਂ ਨੂੰ ਬਹੁਤ ਪਤਾ ਵੀ ਖਤਰਾ ਬਹੁਤ ਵੱਡਾ ਆ ਰਿਹਾ। ਇਹਦੇ 'ਚ ਕੋਈ ਸ਼ੱਕ ਵਾਲੀ ਗੱਲਬਾਤ ਨਹੀਂ, ਉਹਨਾਂ ਨੂੰ ਤਾਂ ਨੈਸ਼ਨਲ ਐਂਡ ਇੰਟਰਨੈਸ਼ਨਲ ਲੈਵਲ ਤੇ ਜ਼ਿਆਦਾ ਪਤਾ ਹੈ ਸਾਡੇ ਨਾਲ। ਤੇ ਇਸ ਕਰਕੇ ਜਿਹੜੀ ਮਾਹੌਲ ਬਣ ਰਿਹਾ ਹੁਣ ਸਾਰਾ, ਇਹ ਸਡਨਲੀ ਜਿਹੜਾ ਸੈਸ਼ਨ ਸੱਦ ਲੈਣਾ, ਇਹ ਕੋਈ ਬਹੁਤ ਮਾੜੇ ਖਤਰੇ ਦੀ ਨਿਸ਼ਾਨੀ ਹੈ। ਪਤਾ ਨਹੀਂ ਕਿਹੜੇ ਪਾਸੇ ਨੂੰ ਜਾਊ। ਹਜੇ ਵੀ ਜੇ ਉਹਨਾਂ ਨੂੰ ਲੱਗਦਾ ਵੀ ਅਸੀਂ ਆਹ ਇੰਡੀਆ ਗੱਠਜੋੜ ਤੋਂ, ਅਲਾਇੰਸ ਤੋਂ ਸਾਨੂੰ ਬਹੁਤ ਵੱਡਾ ਖਤਰਾ, ਤਾਂ ਓਡਾ ਹੀ ਵੱਡਾ ਇਹ ਕੋਈ ਨਾ ਕੋਈ ਇਸ ਕਿਸਮ ਦਾ ਐਕਟ ਲੈ ਕੇ ਜਾਂ ਕੋਈ ਕਾਨੂੰਨ ਲੈ ਕੇ ਆ ਜਾਣਗੇ। ਇਹ ਮੈਨੂੰ ਹੁਣ ਲੱਗ ਰਿਹਾ ਛੇਤੀ ਸੱਤਾ ਨੂੰ ਛੱਡਣ ਵਾਲੇ ਹੈ ਨਹੀਂ। ਇੱਕ ਵਾਰੀ ਜੇ ਇਹ ਆਹ ਪਾਰ ਕਰ ਗਏ, ਮੋਦੀ ਨੂੰ ਵੀ ਪਤਾ, ਹਿੰਦੂਤਵ ਫੋਰਸ ਨੂੰ ਪਤਾ, ਜੇ ਇਸ ਵਾਰ ਉਹ ਸੱਤਾ ਤੇ ਕਾਬਜ ਹੋ ਗਏ ਤਾਂ ਹਿੰਦੂਤਵਾ ਦਾ ਛੋਟਾ ਮੋਟਾ ਪ੍ਰੋਜੈਕਟ ਰਹਿ ਜਾਊਗਾ, ਜਾਂ ਹਿੰਦੂ ਰਾਸ਼ਟਰ ਵਾਲੀ ਗੱਲ ਰਹਿ ਜੂ, ਨਹੀਂ ਤਾਂ ਫਿਰ ਇਹ ਬਿਲਕੁਲ ਸਦਾ ਲਈ ਖਤਮ ਹੋ ਜੂ। 50 ਸਾਲ ਪਿੱਛੇ ਜਾ ਡਿੱਗਣਗੇ, ਉਸ ਤੋਂ ਬਾਅਦ ਪਤਾ ਨਹੀਂ ਕੀ ਹੋਊਗਾ। ਤੇ ਇਸ ਕਰਕੇ ਇਹ ਵੀ ਉਹਨਾਂ ਦੀ ਲਾਸਟ ਅਟੈਂਪਟ ਹੈ। ਇਸ ਕਰਕੇ ਜਿਹੜੀਆਂ ਹੁਣ ਤਾਕਤਾਂ ਤਣ ਚੁੱਕੀਆਂ ਦੋਨੋਂ ਪਾਸੇ, ਇਹ ਇਹੋ ਜਿਹਾ ਮੌਕਾ ਇੰਡੀਆ ਵਿੱਚ ਕਦੇ ਆਇਆ ਹੀ ਨਹੀਂ ਸੀ, ਮੈਨੂੰ ਲੱਗਦਾ, ਜਿਹੜਾ ਇੰਡੀਪੈਂਡੈਂਟ ਲੈਵਲ ਉੱਤੇ ਵਿਦਨ ਕੰਟਰੀ ਇਹ ਸਾਰਾ ਇਸ ਕਿਸਮ ਦੀਆਂ ਫੋਰਸਸ ਦੀ ਇੱਕ ਪਾਲਾਬੰਦੀ ਹੋਈ ਹੋਵੇ। ਇਹ ਇੱਕ ਆਪਣੇ ਆਪ ਚ ਪਾਲਾਬੰਦੀ ਹੈ, ਸ਼ੁਭ ਸ਼ਗਨ ਵੀ ਹੈ, ਤੇ ਇਹਦੇ ਨਾਲ ਲੜਾਈ ਦਾ ਮਾਹੌਲ ਵੀ ਬੜਾ ਤਿੱਖਾ ਹੈ। ਇਹਦੇ ਚੋਂ ਤਿੱਖੀਆਂ ਗੱਲਾਂ ਨਿਕਲਣਗੀਆਂ। ਤੇ ਜਿਹੜੀ ਗੱਲ ਸਰ ਚਾਨਾ ਜੀ ਨੇ ਕਹੀ ਹੈ ਕਿ ਸੱਭਿਆਚਾਰਕ ਇਨਸਿਕਿਉਰਿਟੀ ਜਿਹੜੀ ਗੱਲ ਹੈ, ਉਹਦੇ ਬਾਰੇ ਤੁਹਾਡਾ ਕੀ ਕਹਿਣਾ?
ਉਹ ਮੈਂ ਬਿਲਕੁਲ ਇਹੀ ਗੱਲ ਹੈ, ਮੈਂ ਇਹਦਾ ਕਾਫੀ ਗੱਲ ਕਰਤੀ। ਸੱਭਿਆਚਾਰਕ ਇਨਸਿਕਿਉਰਿਟੀ ਜਿਹੜਾ ਜਿਹੜਾ ਨੈਰੇਟਿਵ ਖੜਾ ਕਰਦੀ ਅੱਜ ਦੀ ਪੋਲਿਟਿਕਸ, ਜਿਹੜੀ ਇੱਕ ਪਰਸੈਪਸ਼ਨ ਬਣਾਉਂਦੀ ਹੈ, ਉਹ ਸੱਭਿਆਚਾਰਕ ਪਰਸੈਪਸ਼ਨ ਹੁੰਦਾ ਹੈ ਵੀ ਇਹ ਹਿੰਦੂਆਂ ਦਾ ਦੇਸ਼ ਹੈ ਜੀ, ਇੱਥੇ ਹਿੰਦੂਆਂ ਦਾ ਹਿੰਦੀ ਲਾਗੂ ਕਰੋ ਜੀ, ਇੱਥੇ ਸਾਰੀ ਇਹ ਸਾਰਾ ਮੈਜੋਰਿਟੀ ਕਿਹਨਾਂ ਦੀ ਹੈ ਜੀ, ਕੱਲਾ ਇਹੀ ਇੰਡੀਆ ਹੀ ਹੈ ਇੱਕ ਹਿੰਦੂਆਂ ਦਾ ਦੇਸ਼ ਹੈ ਜਿਹੜਾ, ਹੋਰ ਕਿਤੇ ਹੈ ਨਹੀਂ। ਜਾਂ ਸਾਡਾ ਜਿਹੜਾ ਬਾਹਰੋਂ ਅੰਦਰੋਂ ਸਾਰਾ ਇਹ ਖਤਰਾ ਹੈ। ਜਿਹੜਾ ਖਤਰੇ ਵਾਲੀ ਗੱਲ ਹੈ ਵੀ ਇਹ ਵੀ ਗੱਲ ਮੈਂ ਫੇਰ ਰਿਪੀਟ ਕਰਦਾ ਚਾਹਣਾ ਜੀ ਦੀ ਗੱਲ ਨੂੰ, ਇਹ ਕਦੇ ਵੀ ਦੁਨੀਆ 'ਚ ਹੁੰਦਾ ਹੈ ਇਸੇ ਤਰੀਕੇ ਨਾਲ। ਇੱਕ ਛੋਟੀ ਜਿਹੀ ਮਿਨੋਰਿਟੀ ਤੋਂ ਖਤਰਾ ਦੇਸ਼ ਨੂੰ, ਵੱਡੀ ਮਿਨੋਰਿਟੀ ਨੂੰ, ਜਿਵੇਂ 1% 1.5% 2% ਸਿੱਖ ਪਾਪੂਲੇਸ਼ਨ ਤੋਂ ਖਤਰਾ ਸੀਗਾ 80-85% ਪਾਪੂਲੇਸ਼ਨ ਨੂੰ। ਇਹੀ ਇਸੇ ਕਿਸਮ ਦਾ ਐਟੀਟਿਊਡ ਜੇ ਅਸੀਂ ਦੂਜੇ ਪਾਸੇ ਐਕਸਟੈਂਡ ਕਰੀਏ ਪੋਲੀਟੀਕਲੀ, ਟੈਰਰਿਜ਼ਮ ਤੋਂ ਖਤਰਾ। ਅਮਰੀਕਾ ਨੇ ਜਿਹੜਾ ਇੱਕ ਖਾਸ ਕਰਕੇ ਟੈਰਰਿਜ਼ਮ ਦਾ ਖਤਰਾ ਦੁਨੀਆ 'ਚ ਸ਼ੁਰੂ ਕਰਤਾ, ਉਹ ਵੀ ਟੈਰਰਿਜ਼ਮ ਵਰਡ ਹੈ ਹੀ ਇਹੀ ਵੀ ਟੈਰਰਿਜ਼ਮ ਦੇ ਨਾਂ ਤੇ ਕੁਝ ਬੰਦਿਆਂ ਨੂੰ ਤੁਸੀਂ ਦਬਾਉਣਾ ਕਿਵੇਂ ਆ। ਟੈਰਰਿਸਟ ਹੁੰਦੇ ਕਿੰਨੇ ਕੁ ਬੰਦੇ ਹਥਿਆਰ ਚੁੱਕਦੇ ਹੁੰਦੇ ਆ, ਜਿਹੜੇ ਨਾਨ ਸਟੇਟ ਐਕਟਰ ਹੋਣ, ਉਹਨਾਂ ਦੀ ਗਿਣਤੀ ਹਮੇਸ਼ਾ ਛੋਟੀ ਹੁੰਦੀ ਹੈ, ਬਹੁਤ ਹੀ ਘੱਟ ਹੁੰਦੀ ਹੈ। ਤੇ ਨਾ ਅੱਜ ਕੱਲ ਉਹਨਾਂ ਕੋਲੇ ਆਹ ਖਤਰਾ ਹੈ, ਇਹ ਨਿਊਕਲੀਅਰ ਵੈਪਨ ਤੱਕ ਵੀ ਅਪਰੋਚ ਇਹਨਾਂ ਦੀ ਹੋ ਸਕਦੀ। ਉਹ ਸਾਰੇ ਫਜ਼ੂਲ ਲੰਬੀਆਂ ਗੱਲਾਂ ਖੜੀਆਂ ਕੀਤੀਆਂ ਜਾਂਦੀਆਂ ਤਾਂ ਕਿ ਇਹ ਉਹਨਾਂ ਬੰਦਿਆਂ ਨੂੰ ਜਿਹੜੇ ਕਾਬਜ ਬੈਠੇ ਆ ਉਹਨਾਂ ਉੱਤੇ ਕੋਈ ਉਂਗਲ ਨਾ ਠਾ ਸਕੇ ਵੀ ਤੁਸੀਂ ਕੀ ਕਰ ਰਹੇ ਹੋ। ਤੇ ਸਾਡੇ ਵੀ ਇਹੀ ਹੈ, ਇਹ ਵੱਡੇ ਖਤਰੇ ਮਿਨੋਰਿਟੀਆਂ ਤੋਂ ਤੇ ਇੱਧਰ ਉੱਧਰ ਤੋਂ ਪਾਏ ਹੋਏ ਆ। ਤੇ ਇਹੀ ਕਲਚਰ ਹੈ ਜਿਹੜਾ ਨੈਰੇਟਿਵ ਬਹੁਤ ਵੱਡਾ ਖੜਾ ਕੀਤਾ, ਉਹ ਨੈਰੇਟਿਵ ਦੇ ਵਿੱਚੋਂ ਹੀ ਇਹ ਸਾਰੀ ਗੱਲ ਹੈ। ਤੇ ਉਸ ਨੂੰ ਇਹ ਕੰਟੀਨਿਊ ਰੱਖਣਾ ਚਾਹੁੰਦੇ ਆ। ਜਿਹੜਾ ਵਨ ਨੇਸ਼ਨ ਵਨ ਪੋਲ ਵਾਲਾ ਵੀ ਉਹੀ ਨੈਰੇਟਿਵ ਦਾ ਪਾਰਟ ਹੈ। ਕਿਤੇ ਇੱਕ ਅੱਧਾ ਕੋਈ ਲਿੰਚਿੰਗ ਹੋ ਜਾਂਦਾ ਹੁੰਦਾ, ਉਹ ਹਿੰਦੂਤਵ ਦੀ ਸੇਵਾ ਵਿੱਚ ਹੀ ਭੁਗਤਦਾ ਅਖੀਰ ਜਾ ਕੇ। ਨੂੰਹ ਵਾਲਾ ਕੇਸ ਵੀ ਹਿੰਦੂਤਵ ਦੀ ਸੇਵਾ 'ਚ ਹੀ ਭੁਗਤੂਗਾ ਸਾਰਾ, ਜਿਹੜਾ ਹਰਿਆਣੇ ਦੇ ਵਿੱਚ ਹੋਇਆ। ਬੇਸ਼ੱਕ ਉੱਥੇ ਕੁਝ ਨਹੀਂ ਹੋਇਆ, ਉਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ। ਹੁਣ ਦੁਬਾਰਾ ਉਹ ਸਾਰਾ ਆਪਦਾ ਜਲੂਸ ਨਹੀਂ ਕੱਢ ਸਕੇ, ਜਿਹੜੇ ਜਾੜਾ ਮਾਰਚ ਕੱਢਣਾ ਸੀ ਨਹੀਂ ਕਰ ਸਕੇ। ਪਰ ਇਹਦੇ ਬਾਵਜੂਦ ਵੀ ਇਹ ਸਾਰੇ ਪ੍ਰਾਪੋਗੰਡੇ ਨੇ ਉੱਥੇ ਕੁਛ ਨਾ ਕੁਛ ਹਿੰਦੂ ਐਲੀਮੈਂਟ ਨੂੰ ਤਕੜਾ ਕੀਤਾ, ਹਿੰਦੂਤਵ ਨੂੰ ਤਕੜਾ ਕੀਤਾ। ਇਹੀ ਸਾਰਾ ਤੇ ਕਮ ਸੇ ਕਮ ਇਹ ਤਾਂ ਬਿਲਕੁਲ ਕਲੀਅਰ ਹੈ, ਜਿਸ ਤਰੀਕੇ ਨਾਲ ਤੁਸੀਂ ਖੁਦ ਕਿਹਾ ਵੀ ਭਾਈ ਜੀ ਉੱਥੇ ਜਿਹੜੇ ਕਾਂਗਰਸੀ ਲੀਡਰ ਸੀ ਉਹ ਨਹੀਂ ਬੋਲ ਸਕੇ ਹਿੰਦੂਤਵਾਦੀਆਂ ਸਾਰੀਆਂ ਗੱਲਾਂ ਬੋਲੇ। ਕਾਂਗਰਸੀ ਲੀਡਰ ਭੁਪਿੰਦਰ ਹੁੱਡੇ ਵਰਗੇ ਚੁੱਪ ਰਹੇ ਆ ਸਾਰੇ। ਸਭ ਨੂੰ ਪਤਾ ਵੀ ਅਸੀਂ ਹਿੰਦੂ ਵੋਟ ਨਾ ਗਵਾ ਲਈਏ, ਹਿੰਦੂ ਵੋਟ ਬਹੁਤ ਹੈ। ਇਹ ਹੈਗਾ, ਇਹ ਜਿੱਤ ਹੈ ਇੱਕ ਤਰੀਕੇ ਦੀ ਹਿੰਦੂਤਵ ਫੋਰਸਸ ਦੀ। ਐਕਸ਼ਨ ਬੇਸ਼ੱਕ ਉੱਥੇ ਕੁਝ ਹੋਇਆ ਜਾਂ ਨਹੀਂ ਹੋਇਆ, ਕਿਸਾਨ ਜਥੇਬੰਦੀਆਂ ਖੜੀਆਂ ਹੋਈਆਂ ਤਾਂ ਉਹਨਾਂ ਕਰਕੇ ਉਹ ਰੁਕ ਗਿਆ। ਸੋ ਇਹ ਕਲਚਰ ਲੈਵਲ ਦਾ ਜਿਹੜਾ ਮਾਹੌਲ ਇੱਕ ਛੋਟੀ ਘਟਨਾ ਨਾਲ ਖੜਾ ਹੀ ਕੀਤਾ ਜਾਂਦਾ। ਕਲਚਰਲੀ ਇੱਕ ਖਾਸ ਕੌਰ ਮਾਹੌਲ ਬਣਾਉਣ ਲਈ ਹੀ ਇਹ ਛੋਟੇ ਇਨਸੀਡੈਂਟ ਕੀਤੇ ਜਾਂਦੇ। ਹਾਂਜੀ, ਚਾਹਨਾ ਜਿਸ ਤਰ੍ਹਾਂ ਸਿੱਧੂ ਸਾਹਿਬ ਦਾ ਕਿਹਾ ਕਿ ਇਹ ਸੱਭਿਆਚਾਰ ਕਿ ਕਿਦਾਂ ਦਾ ਬਣ ਗਿਆ, ਮਾਹੌਲ ਬਣ ਗਿਆ। ਪਰ ਅਸੀਂ ਦੂਸਰੇ ਪਾਸੇ ਦੇਖਦੇ ਹਾਂ ਕਿ ਜਿਸ ਤਰ੍ਹਾਂ ਜਦੋਂ ਭਾਰਤੀ ਜਨਤਾ ਪਾਰਟੀ ਨੇ ਹਿਮਾਚਲ ਵਿੱਚ ਹਾਰੀ, ਕਰਨਾਟਕ 'ਚ ਹਾਰੀ, ਤਾਂ ਉਦੋਂ ਜਿਹੜਾ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਹੀ ਇੱਕ ਅਖਬਾਰ ਹੈ ਆਰਗੇਨਾਈਜ਼ਰ, ਉਹਨੇ ਲਿਖਿਆ ਸੀਗਾ ਕਿ ਹੁਣ ਮੋਦੀ ਦੇ ਚਿਹਰੇ ਤੇ ਹਿੰਦੂਤਵ ਦੇ ਨਾਂ ਤੇ ਵੋਟਾਂ ਨਹੀਂ ਜਿੱਤੀਆਂ ਜਾ ਸਕਦੀਆਂ। ਤੇ ਨਰਿੰਦਰ ਮੋਦੀ ਵੱਲੋਂ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੇ ਅੰਦਰ ਹੀ ਵੱਖ-ਵੱਖ ਸਟੇਟਾਂ 'ਚੋਂ ਜਿੱਥੇ ਇਲੈਕਸ਼ਨ ਹੋ ਰਹੇ ਆ, ਉੱਥੋਂ ਦੀ ਸਟੇਟ ਲੀਡਰਸ਼ਿਪ ਨੂੰ ਪਾਸੇ ਕਰ ਦਿੱਤਾ ਜਾਂਦਾ। ਜਿਸ ਤਰ੍ਹਾਂ ਮੱਧ ਪ੍ਰਦੇਸ਼ ਦੇ ਵਿੱਚ ਹੁਣ ਕੀਤਾ ਗਿਆ ਕਿ ਉੱਥੇ ਨਰਿੰਦਰ ਮੋਦੀ ਹੋਣਾ ਦੇ ਚਿਹਰੇ ਤੇ ਇਲੈਕਸ਼ਨ ਲੜਨ ਦੀ ਫੇਰ ਜਿਹੜੀ ਹੈ ਤਿਆਰੀ ਹੋ ਰਹੀ ਹੈ। ਤੇ ਇੱਕ ਪਾਸੇ ਜਿਹੜੀ ਹੈ RSS ਇਹ ਗੱਲ ਕਹਿ ਰਹੀ ਹੈ, ਦੂਸਰੇ ਪਾਸੇ ਇਹ ਹੋ ਰਿਹਾ। ਤਾਂ ਇਹ ਸਾਰੇ ਦੇ ਵਿੱਚ ਕਿ ਜੇ ਉਹਨਾਂ ਦਾ ਵਿਧਾਨਿਕ ਤੌਰ ਤੇ, ਸੰਵਿਧਾਨਿਕ ਤੌਰ ਤੇ ਉਹ ਆਪਣੇ ਇਰਾਦਿਆਂ 'ਚ ਸਫਲ ਨਹੀਂ ਹੁੰਦੇ, ਤਾਂ ਕੀ ਉਹ ਹਿੰਸਾ ਵੱਲ ਵੀ ਅੱਗੇ ਵੱਧ ਸਕਦਾ ਸਾਰਾ ਕੁਝ? ਦੇਖੋ, ਇਹ ਦੇਸ਼ ਵਿੱਚ ਹੀ ਨਹੀਂ, ਉਹਨਾਂ ਜਿੰਨਾ ਭਾਰਤੀ ਜਨਤਾ ਪਾਰਟੀ ਦੇ ਅੰਦਰ ਤੇ ਉਹਦੇ ਨਾਲ ਜਿਹੜੀਆਂ ਅਲਾਈਡ ਦੂਜੀਆਂ ਸੰਸਥਾਵਾਂ ਹੈਗੀਆਂ, ਉਹਨਾਂ ਦੇ ਅੰਦਰ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਆ ਕਿ ਮੋਦੀ ਜੀ ਹੁਣ ਅਟਰੈਕਸ਼ਨ ਦਾ ਫੇਸ ਨਹੀਂ ਰਹੇ। ਔਰ ਉਹ ਕਿਉਂ ਨਹੀਂ ਰਹੇ, ਉਹਦੇ ਵੱਖਰੇ ਥਾਂ ਤੋਂ ਰਿਜ਼ਲਟ ਇੱਕ ਹਾਰਾਂ ਪਿਛਲੇ ਸਮੇਂ 'ਚ ਜਿਹੜੀਆਂ ਲਗਾਤਾਰ ਹੋਈਆਂ ਉਹ ਵੀ ਆ। ਲੇਕਿਨ ਲੋਕਾਂ ਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਅੰਦਰ ਵੀ ਕੁਝ ਲੀਡਰ ਐਸੇ ਬੈਠੇ ਆ ਜਿਨ੍ਹਾਂ ਤੋਂ ਉਮੀਦ ਸੀ ਲੋਕਾਂ ਨੂੰ ਕਿ ਉਹ ਇਸ ਗਲਤ ਟੈਂਡੈਂਸੀ ਦੇ ਖਿਲਾਫ ਬੋਲਣਗੇ, ਖੜਨਗੇ, ਉਹ ਚੁੱਪ ਕਿਉਂ ਬੈਠੇ ਆ। ਹੁਣ ਇਹ ਆ ਕਿ ਉਹਨਾਂ ਦੇ ਅੰਦਰ ਫੁਸਰ ਜਿਹੜੀ ਹੋ ਰਹੀ ਆ, ਉਹਨਾਂ ਨੂੰ ਲੀਡ ਦੇਣ ਵਾਲਾ ਕੋਈ ਨਹੀਂ, ਹੈ ਨਾ। ਲੋਕ ਇਹ ਸਮਝਦੇ ਜੀ ਗਡਕਰੀ ਸਾਹਿਬ ਜਾਂ
ਜਿਹੜਾ ਸੁਬਰਾਮਨੀਅਮ ਸਵਾਮੀ ਦਾ ਬੋਲ ਪੈਂਦੇ ਹੈਗੇ ਆ। ਔਰ ਇਹਦੇ ਰਾਜਨਾਥ ਸਿੰਘ ਜਿਹੜੇ ਹੈਗੇ ਆ, ਇਸ ਤਰ੍ਹਾਂ ਦੇ ਲੀਡਰਾਂ ਦੇ ਨਾਂ ਲੈ ਕੇ ਲੋਕ ਗੱਲਾਂ ਕਰਦੇ ਪੁੱਛਦੇ ਆ, ਜਿਹੜੇ ਪੋਲੀਟੀਕਲੀ ਚੇਤਨ ਲੋਕ ਹੈਗੇ ਆ, ਕਿ ਇੰਨੀ ਅੰਦਰ ਅਨਰੈਸਟ ਹੋਣ ਦੇ ਬਾਵਜੂਦ ਵੀ ਇਹ ਓਪਨਲੀ ਬੋਲ ਕਿਉਂ ਨਹੀਂ ਰਹੇ। ਜਾਣੀ ਇਸ ਗੱਲ ਦਾ ਆ ਕਿ ਅਜੇ ਜਿੰਨਾ ਸਮਾਂ ਪਿਆ, ਜੇ ਹੋਰ ਪ੍ਰੋਲੋਂਗ ਹੁੰਦਾ, ਜੇ ਠੀਕ ਟਾਈਮ ਤੇ ਜਾ ਕੇ ਇਲੈਕਸ਼ਨ ਹੁੰਦੀ ਆ, ਤਾਂ ਇਹ ਵੀ ਕੋਈ ਪਤਾ ਨਹੀਂ ਕਿ ਇਹ ਜਿਹੜੀ ਅੰਦਰ ਗੱਲ ਚੱਲ ਰਹੀ ਆ ਇਹ ਬਾਹਰ ਨਿਕਲ ਆਵੇ ਤੇ ਲੋਕ ਬੋਲਣਾ ਸ਼ੁਰੂ ਕਰ ਦੇਣ। ਫਿਰ ਜਿਹੜਾ ਬੇਯਕੀਨੀ ਦਾ ਮਾਹੌਲ ਬਣਿਆ ਹੋਇਆ ਉਹਦੇ ਤੇ ਮੋਹਰ ਲੱਗ ਜਾਵੇ ਕਿ ਪਾਰਟੀ ਵੀ ਨਹੀਂ ਸਮਝਦੀ ਕਿ ਹੁਣ ਅਟਰੈਕਸ਼ਨ ਦਾ ਫੇਸ ਰਹੇ ਹੈਗੇ ਆ। ਔਰ ਦੂਸਰਾ ਇਹ ਆ ਕਿ ਇੱਕ ਸੈਕਸ਼ਨ ਹੈ ਜਿਹੜਾ ਤੁਸੀਂ ਖਦਸ਼ਾ ਜ਼ਾਹਰ ਕੀਤਾ, ਜਿਹੜਾ ਪ੍ਰੋਐਕਟਿਵ ਹੈਗਾ ਆ, ਜਿਹੜਾ ਇੱਕ ਆਰਗੇਨਾਈਜ਼ਡ ਸੈਕਸ਼ਨ ਹੈਗਾ ਆ, ਜਿਹੜਾ ਇਸ਼ਾਰੇ ਤੇ ਕੰਮ ਕਰਦਾ ਆ, ਔਰ ਉਹਦੀਆਂ ਐਗਜ਼ਾਮਪਲਸ ਵੀ ਪਿਛਲੇ ਸਮੇਂ ਦੇ ਸਾਹਮਣੇ ਆਈਆਂ। ਉਹ ਕੋਈ ਖਤਰਾ ਪੈਦਾ ਕਰ ਸਕਦਾ ਜਾਂ ਗੜਬੜੀ ਵੱਲ ਨੂੰ ਜਾ ਸਕਦਾ ਹੈਗਾ, ਉਹਦੇ ਬਾਰੇ ਕੋਈ ਇੱਦਾਂ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਵੀ ਅਸਲ ਵਿੱਚ ਕਿੱਦਾਂ ਵਾਪਰੇਗਾ, ਕਿਸ ਤਰ੍ਹਾਂ ਹੋਏਗਾ। ਔਰ ਜੇ ਉਹਦੇ ਚੋਂ ਕੁਝ ਨਿਕਲਦਾ ਹੀ ਨਹੀਂ, ਫਿਰ ਉਸ ਪਾਸੇ ਵੱਲ ਨੂੰ ਉਹ ਨਹੀਂ ਵੀ ਜਾਣਗੇ, ਹੈ ਨਾ। ਜੇ ਲੱਗਦਾ ਹੈ ਕਿ ਹਾਂ ਕੁਝ ਹੋਰ ਉਲਟੇ ਪਾਸੇ ਨੂੰ ਲੈ ਜਾਵਾਂਗੇ ਖਿੱਚ ਕੇ, ਫਿਰ ਪਾਸੇ ਹੋਰ। ਲੇਕਿਨ ਇਹ ਆ ਕਿ ਵੀ ਅਨਰੈਸਟ ਜਿਹੜੀ ਉਹਨਾਂ ਦੇ ਅੰਦਰ ਵੀ ਆ, ਉਹ ਸਰਫੇਸ ਤੇ ਆਉਣੀ ਸ਼ੁਰੂ ਹੋ ਗਈ ਆ। ਮੈਂ ਇੰਟਰਵਿਊ ਤੇ ਸੁਬਰਾਮਨੀਅਮ ਸਵਾਮੀ ਨੂੰ ਬੜਾ ਡਿਟੇਲ ਦੇ ਵਿੱਚ ਸੁਣਿਆ, ਔਰ ਉਹਨਾਂ ਨੇ ਬਹੁਤ ਸਾਰੀਆਂ ਗੱਲਾਂ ਉਠਾਈਆਂ, ਔਰ ਇੱਕ ਕਰਕੇ ਉਠਾਈਆਂ। ਜੇ ਚੀਨ ਵਾਲਾ ਮਸਲਾ ਵੀ ਆ, ਬਹੁਤ ਸਾਰੀਆਂ ਗੱਲਾਂ ਉਹ ਕਹੀਆਂ ਜਿਹੜੀਆਂ ਰਾਹੁਲ ਗਾਂਧੀ ਕਹਿ ਰਹੇ ਆ ਨਾ, ਔਰ ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਸਾਹਮਣੇ ਲੈ ਕੇ ਆਉਂਦੇ ਜਿਹੜਾ ਕਹਿੰਦਾ ਵੀ ਮੈਂ ਤਾਂ ਦੇਰ ਤੋਂ ਉਠਾਉਂਦਾ ਆ ਰਿਹਾ। ਇਸ ਤਰ੍ਹਾਂ ਜਿਹੜੀ ਪਬਲਿਕ ਇਮੇਜ ਜਾਂ ਵਕਾਰ ਹੈਗਾ, ਉਹਦੇ ਤੇ ਵੀ ਉਹਨੇ ਸ਼ੰਕੇ ਪ੍ਰਗਟ ਕੀਤੇ, ਹੈ ਨਾ। ਲੇਕਿਨ ਉਹ ਜਿਹੜਾ ਇੱਕ ਭਾਵਨਾ ਅੰਦਰ ਆ, ਉਹਦੀ ਪ੍ਰੋਜੈਕਸ਼ਨ ਨਹੀਂ ਹੋ ਰਹੀ ਥਰੂ ਲੀਡਰਸ਼ਿਪ। ਸੋ ਇਸ ਕਰਕੇ ਇੱਕ ਤਾਂ ਪੁਆਇੰਟ ਇਹ ਹੈਗਾ। ਦੂਸਰੇ ਪਾਸੇ ਜਿਹੜਾ ਇੰਡੀਆ ਦਾ ਨਾ ਬੰਬੇ ਵਾਲਾ ਹੋਇਆ, ਇਹਦੇ ਬਾਰੇ ਮੈਂ ਇੱਕ ਜ਼ਰੂਰ ਪੁਆਇੰਟ ਵੱਲ ਧਿਆਨ ਦੇਣਾ ਚਾਹੁੰਦਾ। ਉਹ ਇਹ ਆ ਕਿ ਜਿਹੜਾ ਉਹਦਾ ਵਿਸ਼ੇਸ਼ ਹੈ ਨਾ, ਜਿਹਦਾ ਬੜਾ ਪ੍ਰਭਾਵ ਪਏਗਾ, ਉਹ ਇਹ ਆ ਕਿ ਉਂਝ ਅੰਡਰਸਟੂਡ ਹੀ ਸੀਗਾ ਹੁੰਦਾ ਆ ਕਿ ਜਦੋਂ ਕੋਈ ਪਾਰਟੀ ਨੈਸ਼ਨਲ ਲੈਵਲ ਦੀ ਆਪਣਾ ਕੋਈ ਰੈਜ਼ੋਲੂਸ਼ਨ ਮਤਾ ਪਾਸ ਕਰਦੀ ਆ, ਉਹ ਆਟੋਮੈਟਿਕਲੀ ਥੱਲੇ ਜਾ ਕੇ ਆਪਣੀਆਂ ਜ਼ਬਾਨਾਂ ਦੇ ਵਿੱਚ ਜਿਹੜਾ ਨਾ ਉਹ ਟਰਾਂਸਲੇਟ ਕਰਕੇ, ਲੇਕਿਨ ਇਹ ਫੈਸਲਾ ਕਰਨਾ ਤੇ ਕਹਿਣਾ, ਐਲਾਨ ਕਰਨਾ, ਇਸ ਗੱਲ ਦੀ ਪ੍ਰੋਜੈਕਸ਼ਨ ਹੈ ਕਿ ਇਹਨੂੰ ਹੁਣ ਮਤੇ ਨੂੰ ਆਪਣੀਆਂ ਜ਼ਬਾਨਾਂ 'ਚ ਜਾ ਕੇ ਕਰੋ, ਹੈ ਨਾ। ਇਹ ਇੱਕ ਰੈਕੋਗਨੀਸ਼ਨ ਹੈ ਕਿ ਇਹ ਦੇਸ਼ ਕਿੰਨੀਆਂ ਬੋਲੀਆਂ ਵਾਲਾ ਦੇਸ਼ ਹੈਗਾ। ਦੂਜਾ ਇਹ ਆ ਕਿ ਜਿਸ ਤਰ੍ਹਾਂ ਸਟਾਲਿਨ ਨੇ ਭਾਸ਼ਣ ਕੀਤਾ ਪ੍ਰੈਸ ਕਾਨਫਰੰਸ ਦੇ ਵਿੱਚ, ਪ੍ਰੈਸ ਕਾਨਫਰੰਸ ਨੂੰ ਐਡਰੈਸ ਕੀਤਾ ਆ, ਉਹ ਕਿੰਨੇ ਪ੍ਰੈਸ ਵਾਲੇ ਜਿਹੜੇ ਨਾ ਸਮਝਦੇ ਹੋਣਗੇ। ਉਹਨੇ ਆਪਣੇ ਤਾਮਿਲ ਦੇ ਵਿੱਚ ਕੀਤਾ, ਨਹੀਂ ਸਮਝਦੇ ਹੋਣਗੇ ਨਾ। ਲੇਕਿਨ ਇਹ ਇੱਕ ਪੋਲੀਟੀਕਲ ਏਜੰਡਾ ਆ ਕਿ ਰੀਜਨਲਿਜ਼ਮ ਹੈ, ਜਿਹੜਾ ਰੀਜਨਲ ਕਲਚਰ ਹੈ, ਜਿਹੜਾ ਉਹਨੂੰ ਅਸੀਂ ਕਿਸ ਤਰ੍ਹਾਂ ਉਹਦਾ ਇੰਪੈਕਟ ਇਹ ਹੋਇਆ ਕਿ ਆਪਣੇ ਸੀਤਾਰਾਮ ਯੈਚੁਰੀ ਨੂੰ ਪ੍ਰੈਸ ਵਾਲਿਆਂ ਨੂੰ ਪੁੱਛਣਾ ਪਿਆ ਵੀ ਮੈਂ ਹਿੰਦੀ 'ਚ ਬੋਲਾਂ ਕਿ ਅੰਗਰੇਜ਼ੀ 'ਚ ਬੋਲਾਂ ਕਿ ਆਪਣੀ ਮਾਤਰ ਭਾਸ਼ਾ 'ਚ ਬੋਲਾਂ, ਹੈ ਨਾ, ਵੀ ਤਾਂ ਕਿ ਮੈਂ ਤੁਹਾਡੇ ਤੱਕ ਗੱਲ ਆਪਣੀ ਪਹੁੰਚਾ ਸਕਾਂ। ਜਾਣੀ ਇਹ ਇੱਕ ਇੰਪੈਕਟ ਜਾਣਾ ਕਿ ਵੀ। ਦੂਸਰਾ ਇਹਦਾ ਪੁਆਇੰਟ ਇਹ ਆ ਕਿ ਜਿਹੜੀ ਸੀਟ ਸ਼ੇਅਰਿੰਗ ਦਾ ਏਜੰਡਾ ਹੈ ਨਾ ਉਹਨਾਂ ਦਾ, ਉਹ ਸਟੇਟਾਂ ਨੂੰ ਸੌਂਪਿਆ ਗਿਆ ਆ। ਜਾਣੀ ਇਹ ਸੈਂਟਰਲਾਈਜੇਸ਼ਨ ਦੇ ਖਿਲਾਫ ਇੱਕ ਟੈਂਡੈਂਸ, ਜਿਹੜਾ ਟ੍ਰੈਂਡ ਆ, ਜਾਣੀ ਰੀਜਨਲ ਫੈਡਰਲਿਜ਼ਮ ਦਾ, ਕਿ ਤੁਸੀਂ ਆਪਣੇ ਸਟੇਟ ਦੇ ਆਪੇ ਫੈਸਲਾ ਕਰੋ, ਇੱਕ ਬਹੁਤ ਵੱਡੀ ਸ਼ੁਰੂਆਤ ਹੈਗੀ ਆ, ਔਰ ਇਹ ਅੱਗੇ ਵਧੂਗੀ, ਹੈ ਨਾ। ਇਸ ਕਰਕੇ ਇਹ ਭਾਸ਼ਾ ਦਾ ਮਸਲਾ, ਕਲਚਰ ਦਾ ਮਸਲਾ, ਜਿਹੜਾ ਸਾਡੇ ਕਲਚਰਲਿਜ਼ਮ ਹੈਗਾ, ਤੇ ਜਿਹੜਾ ਸਾਡਾ ਫੈਡਰਲਿਜ਼ਮ ਹੈਗਾ, ਉਹਦਾ ਇੱਕ ਕੰਬੀਨੇਸ਼ਨ ਇਹਦੇ ਵਿੱਚੋਂ ਉਭਰਿਆ ਹੈਗਾ। ਜਿਹੜੇ ਬੰਬੇ ਦੀ ਉਹ ਹੋਈ ਆ, ਇਹਦਾ ਬੜਾ ਵਿਭਿੰਨਤਾ ਚੋਂ ਏਕਤਾ ਉੱਭਰ ਰਹੀ ਹੈ। ਏਕਤਾ ਤਾਂ ਉਹਨਾਂ ਨੇ ਏਕਤਾ ਕਰ ਲਈ ਹੋਈ ਆ, ਹਨਾ। ਤੇ ਇਸ ਕਰਕੇ ਇਹ ਜਿਹੜਾ ਦੋ ਗੱਲਾਂ, ਇਹਨਾਂ ਵੱਲ ਵੀ ਜਿਹੜਾ ਨਾ ਉਹ ਧਿਆਨ ਦਿੱਤਾ ਜਾਣਾ ਚਾਹੀਦਾ ਹੈਗਾ ਕਿ ਇਹਦਾ ਰਿਜ਼ਲਟ ਕੀ ਨਿਕਲੇਗਾ ਜਦੋਂ ਹੁਣ ਨਿਕਲਣਗੇ। ਹੁਣ ਦੂਸਰੀ ਗੱਲ ਇਹ ਕਿ ਹੁਣ ਕੋਈ ਚੌਥੀ ਮੀਟਿੰਗ ਨਹੀਂ ਹੋਣੀ। ਜੋ ਇੰਪੈਕਟ ਹੈਗਾ, ਜੋ ਪ੍ਰਭਾਵ ਆ, ਜਿਹੜੇ ਉਹਨਾਂ ਨੇ ਫੈਸਲੇ ਕਰਨੇ ਸੀਗੇ ਉਹ ਕਰ ਲਏ। ਕਿਸੇ ਨੇ ਹਵਾ ਤੱਕ ਮਤਲਬ ਉੱਚੀ ਸਾਹ ਨਹੀਂ ਲਿਆ, ਇੱਕ ਦੂਜੇ ਦੇ ਸਾਹ ਦੇ ਵਿੱਚ ਸਾਹ ਦੱਸਿਆ ਕਿ ਸਾਡਾ ਏਦਾਂ ਹੈ। ਔਰ ਹੁਣ ਚੌਥੀ ਮੀਟਿੰਗ ਕੋਈ ਹੋਣ ਦੀ ਜ਼ਰੂਰਤ ਹੀ ਨਹੀਂ ਹੈ। ਜਿਹੜਾ ਉਹਨਾਂ ਨੇ ਕਨਵੀਨਰ ਲਾਉਣਾ ਹੀ ਨਹੀਂ, ਹੈ ਨਾ,
ਔਰ ਕਮੇਟੀਆਂ ਜਿਹੜੀਆਂ ਬਣੀਆਂ, ਜਿਹੜੀ ਕੋਆਰਡੀਨੇਸ਼ਨ ਕਮੇਟੀ ਆ, ਉਹਦੇ 'ਚ ਸਾਰੀਆਂ ਪਾਰਟੀਆਂ ਦੇ ਜਿਹੜੇ ਹਾਈਐਸਟ ਲੈਵਲ ਦੇ ਲੀਡਰ ਹੈਗੇ ਆ ਉਹ ਨੇ, ਯਾਨੀ ਜਿਨ੍ਹਾਂ ਨੇ ਅਸਲ ਫੈਸਲੇ ਕਰਨੇ। ਔਰ ਹੇਠਾਂ ਵੀ ਜਿਹੜੀਆਂ ਕਮੇਟੀਆਂ ਬਣੀਆਂ, ਹੁਣ ਖਾਸ ਤੌਰ ਤੇ ਮੋਸਟ ਇੰਪੋਰਟੈਂਟ ਕਮੇਟੀ ਜਿਹੜੀ ਨਾ ਜਿਹਦਾ ਤੁਸੀਂ ਜ਼ਿਕਰ ਕੀਤਾ, ਜਿਹੜੀ ਰਿਸਰਚ ਕਮੇਟੀ ਆ, ਉਹ ਰਿਸਰਚ ਕਮੇਟੀ ਕੋ ਉਹਨਾਂ ਨੇ PhD ਥੋੜਾ ਕਰਨੀ ਆ, ਹਨਾ। ਉਹਨਾਂ ਨੇ ਤੇ ਪ੍ਰੋਗਰਾਮ ਲਿਖਣਾ, ਜਿਹੜੀ ਆਪਾਂ ਪਿਛਲੀ ਵਾਰੀ ਗੱਲ ਵੀ ਕੀਤੀ ਹੈ ਕਿ ਹੁਣ ਇਹਨਾਂ ਨੂੰ ਦੱਸਣਾ ਪੈਣਾ। ਹੁਣ ਤੁਹਾਡਾ ਨਿੰਦਾ ਦੇ ਨਾਲ ਨਹੀਂ ਚੱਲਣਾ, ਹੁਣ ਤੁਹਾਨੂੰ ਇਹ ਦੱਸਣਾ ਪੈਣਾ ਕਿ ਅਸੀਂ ਕੀ ਕਰਾਂਗੇ, ਹਨਾ, ਅਸੀਂ ਕਿਸ ਪਾਸੇ ਨੂੰ ਜਾਵਾਂਗੇ। ਦੂਜੀ ਗੱਲ ਇਹ ਆ ਕਿ ਇੱਕ ਫੁਸਰ ਵੀ ਹੋਈ ਸੀ ਕਿ ਸ਼ਾਇਦ ਰਾਹੁਲ ਗਾਂਧੀ ਨੂੰ ਅਲੱਗ ਤੋਂ ਕਰਕੇ ਕਿਹਾ ਗਿਆ ਜਾਂ ਥੋੜੀ ਜਿਹੀ ਟੋਨ ਡਾਊਨ ਰੱਖੀ ਉਹਦੇ ਖਿਲਾਫ, ਆਪਣੇ ਅਡਾਨੀ ਦੇ ਖਿਲਾਫ। ਪਰ ਹੋਇਆ ਕੀ ਆ, ਉਹਨੂੰ ਤਾਂ ਛੱਡੋ, ਉਹਨੇ ਜਿਹੜੀ ਗੱਲ ਕਹਿਣੀ ਸੀ ਕਹਿੰਦੀ। ਦੂਜਿਆਂ ਨੇ ਵਿੱਚੇ ਅਰਵਿੰਦ ਕੇਜਰੀਵਾਲ ਨੇ ਵੀ ਜਾਨੀ ਸਿੰਗਲ ਆਊਟ ਕਰਕੇ ਉਹਦੇ ਤੇ ਜਿਹੜੇ ਨਾ ਉਹ ਹਮਲੇ ਕੀਤੇ ਆ। ਔਰ ਇਸੇ ਤਰ੍ਹਾਂ ਹੀ ਜਿਹੜਾ ਜਦੋਂ ਜਿੱਦਾਂ ਸਿੱਧੂ ਸਾਹਿਬ ਨੇ ਕਿਹਾ ਵੀ ਇਹ ਦੇਸ਼ ਦਾ ਧਨ ਲੈ ਕੇ ਕੁਛ ਲੋਕਾਂ ਨੂੰ ਵੀ ਜਿਹੜਾ ਨਾ ਉਹਨਾਂ ਨੇ ਇੱਕਦਮ ਕੰਡੈਂਸ ਕਰਕੇ ਨਾ ਇੱਕ ਬੰਦੇ ਦਾ ਨਾਂ ਲਿਆ ਬਈ ਇਹਦੇ ਚੋਂ ਕੱਢ ਕੇ ਇਸ ਬੰਦੇ ਨੂੰ ਦੇਈ ਜਾਂਦੇ ਆ। ਉਹ ਇਸ ਬੰਦੇ ਨੂੰ ਜਿੱਦਾਂ ਗੇੜਾ ਦਿੱਤਾ ਨਾ ਆਪਣੇ ਰਾਹੁਲ ਨੇ, ਉਹਦੇ ਤੇ ਲੋਕ ਜਿਹੜਾ ਨਾ ਧਿਆਨ ਦੇਣਾ ਬਹੁਤ ਸੀਰੀਅਸਲੀ ਸ਼ੁਰੂ ਕਰ ਦਿੱਤਾ ਹੋਇਆ ਕਿ ਇਹ ਦੇਸ਼ ਵਿੱਚੋਂ ਪੈਸਾ ਕੱਢ ਕੇ ਲਿਜਾ ਕੇ ਬਾਹਰੋਂ ਦੀ ਆਪਣੀਆਂ ਹੀ ਜਿਹੜੀਆਂ ਇੱਕ ਕੰਪਨੀਆਂ ਹੈਗੀਆਂ, ਸ਼ੈਲ ਕੰਪਨੀਆਂ, ਉਹਨਾਂ ਦੇ ਰਾਹੀਂ ਲਿਆ ਕੇ ਅਡਾਨੀ ਦੀ ਕੰਪਨੀਆਂ ਦੇ ਵਿੱਚ ਇਨਵੈਸਟਮੈਂਟ ਜਿਹੜੀ ਨਾ ਉਹ ਕੀਤੀ। ਉਹ ਪੁੱਛਦਾ ਕਿ ਇਹ ਪੈਸੇ ਕਿਹਦੇ ਆ, ਉਹਨੂੰ ਹੁਣ ਦੱਸਣ ਦੀ ਲੋੜ ਹੀ ਨਹੀਂ ਹੈਗੀ। ਜਦੋਂ ਉਹ ਸਵਾਲ ਹੀ ਕਰਦਾ ਆ ਤੇ ਉਹਦਾ ਜਿਹੜਾ ਨਾ ਜਵਾਬ ਆਟੋਮੈਟਿਕਲੀ ਲੋਕਾਂ ਦੇ ਮਨਾਂ 'ਚ ਆਉਂਦਾ ਹੈ ਵੀ ਇਹ ਸ਼ੱਕੀ ਆ ਮਾਮਲਾ। ਕਈ ਤਾਂ ਇੱਕ ਮੈਂ ਬਹਿਸ ਦੇ ਸੁਣਿਆ ਸੀਗਾ, ਉਹਨੇ ਇਹਨੂੰ ਪੋਲੀਟੀਕਲ ਮਨੀ ਇਨਵੈਸਟਮੈਂਟ ਕਿਹਾ ਨਾ, ਕੋਈ ਪੈਸਾ। ਮੇਰਾ ਕਹਿਣ ਦਾ ਮਤਲਬ ਹੈ ਕਿ ਰਾਜਸੀ ਪੈਸੇ ਦਾ ਗੋਲਮਾਲ ਹੈ। ਹੁਣ ਇਹ ਆ ਕਿ ਇਹ ਇੱਕ ਬੜਾ ਟੈਕਟਫੁਲ ਔਰ ਬੜਾ ਸਕਸੈਸਫੁਲ ਇਹ ਜਿਹੜਾ ਟੈਕਟਿਕਸ ਅਪਣਾਇਆ ਨਾ ਉਹਨਾਂ ਨੇ ਕਿ ਸਾਰੀ ਹੀ ਕਾਰਪੋਰੇਸ਼ਨ ਨੂੰ, ਸਾਰੇ ਕਾਰਪੋਰੇਟ ਸੈਕਟਰ ਨੂੰ ਆਪਣੇ ਖਿਲਾਫ ਕਰਨ ਦੀ ਲੋੜ ਕੀ ਹੈ, ਹਨਾ। ਉਹਨਾਂ ਦੇ ਆਪਸ ਵਿੱਚ ਹੀ ਤਾਂ ਵਿਰੋਧਤਾ ਹੀ ਹੈ, ਜਿਹੜੀ ਉਹਨਾਂ ਦੀ ਆਪਣੀਆਂ ਕੰਟਰਾਡਿਕਸ਼ਨਸ ਹੈਗੀਆਂ ਮਾਰਕੀਟ ਦੇ ਵਿੱਚ, ਉਹਨੂੰ ਇਸਤੇਮਾਲ ਕਰਨ ਦਾ ਟਾਈਮ ਹੈਗਾ। ਇਸ ਕਰਕੇ ਉਹਨਾਂ ਨੇ ਇੱਕ ਬੰਦੇ ਨੂੰ ਬਾਹਰ ਕੱਢ ਲਿਆ, ਸਾਰਿਆਂ ਨੇ ਉਹਦੇ ਤੇ ਅਟੈਕ ਕੀਤਾ, ਹਨਾ। ਜੀ ਤੇ ਸਾਹਿਬ, ਜਿਸ ਤਰ੍ਹਾਂ ਚਾਨਾ ਜੀ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਅੰਦਰ ਵੀ ਇਸ ਤਰ੍ਹਾਂ ਦੀਆਂ ਬਾਗੀ ਸੁਰਾਂ ਜਿਹੜੀਆਂ ਉੱਠ ਰਹੀਆਂ ਵੱਖ-ਵੱਖ ਥਾਵਾਂ ਤੇ। ਅਸੀਂ ਵੈਸੇ ਵੀ ਦੇਖ ਰਹੇ ਹਾਂ ਕਿ ਹਿਮਾਚਲ 'ਚ, ਚਾਹੇ ਕਰਨਾਟਕ 'ਚ, ਚਾਹੇ ਹੁਣ ਮੱਧ ਪ੍ਰਦੇਸ਼ 'ਚ, ਜਿੱਥੇ ਵੀ ਚੋਣਾਂ ਆ ਰਹੀਆਂ ਤੇ ਜਿਸ ਢੰਗ ਦੇ ਨਾਲ ਉੱਥੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਬਿਹੇਵ ਕੀਤਾ ਜਾ ਰਿਹਾ ਹੈ ਕਿ ਉੱਥੋਂ ਲੋਕ ਭੱਜ ਕੇ ਕਾਂਗਰਸ ਵਿੱਚ ਜਾ ਰਹੇ। ਔਰ ਵੈਸੇ ਵੀ ਅਸੀਂ ਆਪਣੇ ਇਸ ਦੇਸ਼ ਦਾ ਜਿਹੜਾ ਰਾਜਸੀ ਕਲਚਰ ਹੈ ਜਾਂ ਰਾਜਸੀ ਮਾਹੌਲ ਹੈ, ਜਦੋਂ ਚੋਣਾਂ ਨੇੜੇ ਆਉਂਦੀਆਂ ਅਸੀਂ ਦੇਖਦੇ ਹਾਂ ਕਿ ਹਮੇਸ਼ਾ ਹੀ ਜਿਹੜੇ ਲੋਕਾਂ ਨੇ ਇਸ ਗੱਲ ਨੂੰ ਦੇਖ ਲਿਆ ਹੁੰਦਾ ਹੈ ਕਿ ਹੁਣ ਕਿਹੜਾ ਧੜਾ ਭਾਰੂ ਹੈ, ਲੋਕ ਉਧਰ ਨੂੰ, ਜਿਹੜੇ ਰਾਜਸੀ ਲੀਡਰ ਹੈ ਜਿਹੜੇ ਉਹ ਉਧਰ ਨੂੰ ਭੱਜਣੇ ਸ਼ੁਰੂ ਹੋ ਜਾਂਦੇ ਆ। ਤਾਂ ਇਸ ਸਥਿਤੀ 'ਚ, ਕਿਉਂਕਿ ਤੁਹਾਡਾ ਤਾਂ ਬੜਾ ਲੰਬਾ ਤਜਰਬਾ, ਤੁਸੀਂ ਸਾਰਿਆਂ ਰਿਪੋਰਟ ਕੀਤਾ ਹੈ, ਤੇ ਤੁਸੀਂ ਇਸ ਨੂੰ ਕਿਸ ਤਰ੍ਹਾਂ ਲੈਂਦੇ ਹੋ, ਕਿਸ ਤਰ੍ਹਾਂ ਤੁਹਾਡੀ ਰਾਏ ਇਹਦੇ ਬਾਰੇ? ਦੇਖੋ, ਕੁਝ ਬੜੀਆਂ ਖੂਬਸੂਰਤ ਗੱਲਾਂ ਹੋਈਆਂ ਪੋਲੀਟੀਕਲੀ, ਜਿਹੜੀਆਂ ਕਿ 70-75 ਸਾਲ 'ਚ ਨਹੀਂ ਸੀ ਹੋਈਆਂ। ਨਹਿਰੂ ਦੇ ਪੀਰੀਅਡ 'ਚ ਵੀ ਇਸ ਕਿਸਮ ਦਾ ਰੀਜਨਲਿਜ਼ਮ ਤੇ ਜੋ ਫੈਡਰਲਿਜ਼ਮ ਵੱਲ ਗੱਲ ਵਧੀ ਨਹੀਂ ਸੀਗੀ। ਵੱਡੀ ਪਰਸਨੈਲਿਟੀ ਸੀ ਨਹਿਰੂ ਤੇ ਹੋਰ ਸਾਰੇ, ਗਾਂਧੀ ਵਗੈਰਾ। ਉਦੋਂ ਵੀ ਦੇਸ਼ ਬਚਾਉਣ ਦਾ ਤੇ ਦੇਸ਼ ਇਕੱਠਾ ਕਰਨ ਦਾ ਤੇ ਉਹ ਸਾਰਾ ਪ੍ਰੋਸੈਸ ਵੀ ਟੁੱਟ ਨਾ ਜਾਵੇ, ਇਸ ਨੂੰ ਇੱਕ ਕਰਨ ਦੇ ਪ੍ਰੋਸੈਸ ਵਿੱਚ ਫੈਡਰਲਿਜ਼ਮ ਦੀ ਮਤਲਬ ਕਿ ਬਹੁਤ ਕੁਰਬਾਨੀ ਦਿੱਤੀ ਗਈ। ਨਹਿਰੂ 17 ਸਾਲ ਨਹਿਰੂ ਰਿਹਾ, 17 ਸਾਲਾਂ ਵਿੱਚ ਫੈਡਰਲਿਜ਼ਮ ਕਮਜ਼ੋਰ ਹੀ ਹੋਇਆ ਤੇ ਇੱਕੋ ਪਾਰਟੀ ਹੋਈ ਆ, ਹਾਈ ਕਮਾਂਡ ਹੁੰਦੀ ਸੀ, ਉਹੀ ਫੈਸਲੇ ਕਰਦੀ ਸੀ। 1957 ਵਿੱਚ ਹੀ ਸਮਝੋ ਕੇਰਲਾ ਦੇ ਵਿੱਚ ਉਹ CPM ਦਾ ਲਾਉਣ ਦਾ ਜਿਹੜਾ 57 ਸਭ ਤੋਂ ਪਹਿਲਾਂ ਉਹ ਕਰਤਾ। ਹੋਰ ਵੀ ਕੀਤੇ ਸਾਰੇ। ਉਦੋਂ CPI ਸੀਗੀ, ਨਬੂੰਦਰੀ CPI ਸੀ, ਹਾਂ, CPM ਨਹੀਂ ਸੀ, ਹਾਂ CPI ਸੀ। CPI ਉਦੋਂ ਤੱਕ ਹੀ ਕਰਤਾ ਸੀ, 57 'ਚ ਹੀ ਸਾਰਾ ਸ਼ੁਰੂ ਕਰਤਾ ਸੀ। ਇਸ ਕਰਕੇ 59 'ਚ ਕੀਤਾ ਸੀ ਸਰ, 57 'ਚ ਇਲੈਕਸ਼ਨ ਹੋਏ ਨਾ, 59 'ਚ ਕੀਤਾ। 59 'ਚ ਕੀਤਾ, 59। ਇਸ ਕਿਸਮ ਦੀਆਂ ਸਰਕਾਰਾਂ ਤੋੜਨ ਦਾ ਰੁਝਾਨ 17 ਸਾਲਾਂ 'ਚ ਬਹੁਤ ਚੱਲਿਆ। ਇੰਦਰਾ ਗਾਂਧੀ ਨੇ ਹੋਰ ਵੀ ਤਿੱਖਾ ਕਰਤਾ। ਮੇਰਾ ਮਤਲਬ ਕਹਿਣ ਦਾ ਵੀ ਹਾਈ ਕਮਾਂਡ ਦੀ ਇੰਨੀ ਤਾਕਤ ਰਹੀ ਸੀ। ਹੁਣ ਉਹੀ ਉਸੇ ਦੀ ਲੈਗਸੀ ਹੈ ਜਾਂ ਉਸੇ ਦੀ ਪਾਰਟੀ ਹੈ, ਕਾਂਗਰਸ ਖੜੀ ਹੈ। ਹਿੰਮਤ ਨਹੀਂ ਹੈ ਵੀ ਤੁਸੀਂ ਕਾਂਗਰਸ ਨੂੰ ਤੁਸੀਂ ਉਸ ਕਿਸਮ ਦਾ ਕਨਵੀਨਰ ਵੀ ਬਣਾ ਦਿਓ। ਇਸ ਜਿਹੜੀ ਕਮੇਟੀ ਬਣੀ ਹੈ ਇੰਡੀਆ ਦੀ, ਕਨਵੀਨਰ ਬਣਾਉਣ ਤੋਂ ਵੀ ਡਰਦੇ ਹੋਗੇ ਵੀ ਇਹ ਭਾਵੇਂ ਆਪਾਂ ਨੂੰ ਪਤਾ ਵੀ ਡੋਮੀਨੇਟਿੰਗ ਰੋਲ ਉਹਦਾ ਹੀ ਰਹੇਗਾ। ਪਰ ਜਿਸ ਤਰੀਕੇ ਦਾ ਰਾਹੁਲ ਗਾਂਧੀ ਨੇ
ਜਾਂ ਖੜਗੇ ਨੇ ਸਾਰਾ ਇੱਕ ਪ੍ਰੋਜੈਕਸ਼ਨ ਕੀਤਾ ਵੀ ਅਸੀਂ ਪਿੱਛੇ ਆ, ਤੁਸੀਂ ਅੱਗੇ ਆਓ। ਇਹ ਆਪਣੇ ਆਪ ਵਿੱਚ ਪੋਲੀਟੀਕਲੀ ਇਹ ਜਿੱਤ ਹੈ ਰੀਜਨਲ ਫੋਰਸਸ ਦੀ ਤੇ ਫੈਡਰਲਿਜ਼ਮ ਦੀ ਕੰਟਰੀ ਤੇ, ਜਿਹੜਾ ਕਿ ਸਬ ਕੰਟੀਨੈਂਟ ਚਾਹੀਦਾ ਹੀ ਇਹ ਹੈ। ਇੱਥੇ ਕੋਈ ਇੱਕ ਪਾਰਟੀ ਦਾ ਨਹੀਂ, ਸਬ ਕੰਟੀਨੈਂਟ ਆ ਪੂਰਾ ਸਾਊਥ ਏਸ਼ੀਆ ਦਾ ਤੇ ਵੱਡਾ ਹਿੱਸਾ ਹੈ, ਤੇ ਇਹਨੂੰ ਤੁਸੀਂ ਇੱਕ ਪਾਰਟੀ ਬਣਾ ਕੇ ਕਰਦੇ ਹੋ ਤਾਂ ਪ੍ਰੋਬਲਮਾਂ ਖੜੀਆਂ ਹੋਈਆਂ ਸਾਰੀਆਂ। ਤੇ ਉਹਦੇ ਵਿੱਚ ਇਸ ਕਰਕੇ ਇਹ ਆਪਣੇ ਆਪ ਵਿੱਚ ਵੱਡੀ ਗੱਲ ਜਿਹੜੀ ਮੈਨੂੰ ਲੱਗਦੀ ਹੈ, ਮੈਂ ਸ਼ਾਰਟ 'ਚ ਇਹੀ ਕਹਿੰਦਾ, ਬਾਕੀ ਸਾਰੀਆਂ ਗੱਲਾਂ ਹੋ ਗਈਆਂ ਮੋਟੀਆਂ। ਇੱਕ ਗੱਲ ਜ਼ਰੂਰ ਕਹਾਂਗੇ ਸਾਰਾ ਵੀ ਇਹ ਹੁਣ ਜਿਹੜੀ ਕੋਸ਼ਿਸ਼ ਹੈ ਇਲੈਕਸ਼ਨ ਦੇ ਵਿੱਚ ਆ ਜਿਹੜੇ ਹੋ ਰਿਹਾ, ਇਹਦੇ ਵਿੱਚ ਵੱਡਾ ਜਿਹੜੀ ਲੋਕਾਂ ਨੂੰ ਉਮੀਦ ਹੈ, ਹਜੇ ਕੁਝ ਕਿਹਾ ਨਹੀਂ ਜਾ ਸਕਦਾ, ਪਰ ਇਹ ਲੱਗ ਰਿਹਾ ਵੀ ਉਦੋਂ 5 ਜਿਹੜੀਆਂ ਸਟੇਟਾਂ ਦੀ ਇਲੈਕਸ਼ਨ ਅਗਲੇ ਸਾਲ ਹੋਣੀ ਹੈ, ਉਹ 5 ਸਟੇਟਾਂ ਦੀ ਇਲੈਕਸ਼ਨ ਇਸ ਸਾਲ ਦਸੰਬਰ ਤੱਕ ਹੋ ਜਾਣੀ ਹੈ ਦਸੰਬਰ ਤੱਕ ਹੋ ਜਾਣੀ। ਉਹਨਾਂ ਸਾਰਿਆਂ ਨੂੰ ਲੋਕ ਸਭਾ ਨਾਲ ਜੋੜ ਦਿੱਤਾ ਜਾਊ, ਕਿਉਂਕਿ ਨਹੀਂ ਉਹ 5 ਚੋਂ ਮੋਦੀ ਫੇਰ ਹਾਰ ਸਕਦਾ, 5 ਸਟੇਟਾਂ ਚੋਂ ਸਾਰਾ ਪਤਾ ਹੀ ਆਪਾਂ ਦੁਆਰਾ ਕੀ ਕਹਿਣਾ ਹੈ ਨਾ ਉਹਨਾਂ ਦਾ, ਤੇ ਉਹਨਾਂ ਦੀ ਕਾਫੀ ਪੋਜੀਸ਼ਨ ਚੰਗੀ ਆ ਪੋਜੀਸ਼ਨਾਂ ਦੀ ਉਹਨਾਂ 5 ਸਟੇਟਾਂ ਦੇ ਵਿੱਚ ਜਿਨ੍ਹਾਂ ਦਾ ਹੋ ਰਹੀ ਹੈ। ਤੇ ਇਸ ਕਰਕੇ ਵੀ ਫੇਰ ਨਾ ਹਾਰ ਦਾ ਮੂੰਹ ਦੇਖਣਾ ਪਵੇ, ਫੇਰ ਤਾਂ ਲੋਕ ਸਭਾ ਜਿੱਤਣੀ ਔਖੀ ਹੋ ਜੂ ਬਿਲਕੁਲ ਬੀਜੇਪੀ ਨੂੰ। ਇਸ ਕਰਕੇ ਕੋਸ਼ਿਸ਼ ਇਹਨਾਂ ਦੀ ਇਹ ਵੀ ਹੋ ਸਕਦੀ ਹੈ ਵੀ ਇਹ ਸਾਰੀਆਂ ਆਹ ਇਲੈਕਸ਼ਨਾਂ ਤਾਂ ਇਕੱਠੀਆਂ ਕਰ ਦਿੱਤਾ ਜੇ ਕਰ ਸਕਦੇ ਆ, ਲੋਕ ਸਭਾ ਤੇ 5 ਜਿਹੜੀਆਂ ਸਟੇਟਾਂ ਦੀ ਇਲੈਕਸ਼ਨ ਹੈ ਇਹ ਇਕੱਠੀ ਹੋ ਸਕਦੀ ਹੈ। ਇਹੋ ਜਿਹਾ ਕੁਛ ਤਾਂ ਪੋਸੀਬਿਲਿਟੀ ਹੈ, ਪਰ ਇਹ ਬਹੁਤ ਡਿਵੈਲਪਮੈਂਟ ਵਧੀਆ ਹੋ ਰਹੀ ਹੈ। ਫਿਰ ਮੈਂ ਦੁਬਾਰਾ ਕਹੂੰਗਾ ਫੈਡਰਲਿਜ਼ਮ ਵੱਲ ਕਦਮ ਵੱਧ ਗਏ ਹੈ, ਤੇ ਇਸੇ ਦੇ ਵਿੱਚੋਂ ਹੀ ਰੀਜਨਲਿਜ਼ਮ ਹੈ, ਇਸੇ ਵਿੱਚੋਂ ਹੀ ਸਾਡੀ ਬੋਲੀਆਂ ਤੇ ਕਲਚਰ ਬਚਣਗੇ ਜਿਹੜੇ, ਤੇ ਇਸੇ ਵਿੱਚੋਂ ਹੀ ਸਹੀ ਲੈਵਲ ਉੱਤੇ ਜਿਹੜੀ ਦੇਸ਼ ਦੀ ਯੂਨਿਟੀ ਹੋਊ ਉਹ ਹੋਊਗੀ। ਪਹਿਲਾਂ ਯੂਨਿਟੀ ਤਾਂ ਤੋਂ ਇਨਫੋਰਸ ਕੀਤੀ ਸੀ, ਇੱਕ ਬ੍ਰਿਟਿਸ਼ ਸਟੇਟ ਸੀਗੀ ਜਿਹੜੀ ਉਵੇਂ ਦੀ ਉਵੇਂ ਆਪਰੇਟ ਕਰਦੀ ਰੱਖ ਲਈ ਗਈ ਹੈ। ਅੰਗਰੇਜ਼ਾਂ ਦੀ ਜਿਹੜੀ ਇੰਡੀਅਨ ਸਟੇਟ ਬਣਾਈ ਸੀ ਉਹਨਾਂ ਨੇ, ਉਹਦਾ ਆਪਰੇਸ਼ਨ ਉਵੇਂ ਦੀ ਉਵੇਂ ਕਾਇਮ ਰੱਖ ਲਿਆ ਸੀਗਾ ਆਪਦੀ ਸਹੂਲਤ ਲਈ ਸਾਰਾ ਕੁਝ, ਨਹੀਂ ਇਹਨਾਂ ਦੇ ਹੱਥੋਂ ਖਿਲਰਦਾ ਸੀ ਸਾਰਾ ਕੁਝ। ਉਹ ਹੁਣ ਜਾ ਕੇ ਉਸ ਦਾ ਸਹੀ ਫੈਡਰੇਟਿੰਗ ਉਹਦਾ ਸਹੀ ਪ੍ਰੋਸੈਸ ਚੱਲੂਗੇ, ਆਪਦੇ ਜਿਹੜੇ ਵੱਖਰੇ ਲੈਵਲ ਤੇ ਲੋਕ ਹੋਣਗੇ। ਇਸੇ ਕਰਕੇ ਜਿਹੜਾ ਚਾਣਾ ਜੀ ਨੇ ਕਿਹਾ ਕਿ ਨਾ ਬਿਲਕੁਲ ਠੀਕ ਆ ਵੀ ਰੀਜਨ ਚੋਣ ਹੀ ਸਾਰੀ ਸਟੇਟਾਂ ਲੈਵਲ ਤੇ ਹੋਏਗੀ, ਉੱਥੇ ਹੀ ਡਿਸਾਈਡ ਹੋਏਗਾ, ਤੇ ਇਸ ਕਰਕੇ ਰੌਲਾ ਘੱਟ ਪਊਗਾ। ਦੂਜਾ ਬੰਦਾ ਕੋਈ ਬਾਹਰਲਾ ਨਹੀਂ ਡਿਸਾਈਡ ਕਰੂ, ਉੱਥੇ ਹੀ ਲੋਕਲ ਬੰਦੇ ਹੀ ਡਿਸਾਈਡ ਕਰਨਗੇ ਤੇ ਠੀਕ ਹੋਊਗਾ। ਬਾਕੀ ਹੁਣ ਬੀਜੇਪੀ ਦੀ ਗੱਲ ਮੈਂ ਜ਼ਰੂਰ ਕਹੂੰਗਾ, ਬੀਜੇਪੀ ਦਾ ਇੱਕ ਇੱਥੇ ਬਹੁਤ ਇੱਥੇ ਹਿਮਾਚਲ ਤੋਂ ਵਾਇਰਲ ਹੋਈ ਹੈ ਕਾਫੀ ਜ਼ਿਆਦਾ ਵੀ ਇੱਕ ਬੀਜੇਪੀ ਦਾ ਕੋਈ ਪੁਰਾਣਾ ਲੀਡਰ ਹੈ, ਉਹ ਬੀਜੇਪੀ ਦੇ ਵਿਰੁੱਧ ਖੜਾ ਇੰਡੀਪੈਂਡੈਂਟ ਲੈਵਲ ਤੇ ਖੜਾ ਹੋ ਗਿਆ, ਤੇ ਮੋਦੀ ਉਹਨੂੰ ਫੋਨ ਕਰਕੇ ਕਹਿ ਰਿਹਾ ਵੀ ਤੈਨੂੰ ਅਸੀਂ ਅਕੋਮੋਡੇਟ ਕਰਾਂਗੇ ਤੇ ਤੂੰ ਬਹਿ ਜਾ, ਤੇ ਤੂੰ ਇਹ ਨਾ ਕਰ ਵੀ ਸਾਡੇ ਕੈਂਡੀਡੇਟ ਨਾਲ ਪੁੱਤ ਨਾ ਖੜਾ। ਉਹ ਖੜਾ ਵੀ ਹੋਇਆ ਤੇ ਉਹਨੇ ਬੀਜੇਪੀ ਦਾ ਕੈਂਡੀਡੇਟ ਹਰਾਇਆ ਵੀ ਹਿਮਾਚਲ ਇਲੈਕਸ਼ਨ ਚ ਪਿਛਲੀ ਚ। ਇਸ ਕਰਕੇ ਮੋਦੀ ਦੀ ਕਿੰਨੀ ਕੁ ਚੱਲਦੀ ਹੈ, ਕਿਵੇਂ ਵਿਰੋਧੀ ਆਵਾਜ਼ਾਂ ਉੱਠਣੀਆਂ, ਇਹ ਤਾਂ ਉੱਠਣੀਆਂ ਹੀ ਹੁੰਦੀਆਂ ਜਦੋਂ ਇੰਨੀ ਸੈਂਟਰਲਾਈਜੇਸ਼ਨ ਹੋ ਜੇ ਤੇ ਇੱਕ ਲੀਡਰ ਹੋ ਜੇ, ਤੇ ਉਹ ਡੈਮੋਕ੍ਰੇਸੀ 'ਚ ਚੱਲ ਨਹੀਂ ਸਕਦਾ ਹੁੰਦਾ, ਤੇ ਏਡੇ ਵੱਡੇ ਸਬ ਕੰਟੀਨੈਂਟ ਵਾਲੇ ਟਾਈਪ ਦੇ ਕੰਟਰੀ ਵਿੱਚ ਕਦੇ ਚੱਲਣਾ ਮੁਸ਼ਕਲ ਹੈ। ਸੋ ਇਹ ਬਹੁਤ ਵਧੀਆ ਡਿਵੈਲਪਮੈਂਟ ਹੋ ਰਹੀ ਹੈ। ਇਹ ਚਾਹਨਾ ਜੀ ਆਪਣਾ ਸਮਾਂ ਵੀ ਸਮਾਪਤੀ ਵੱਲ ਜਾ ਰਿਹਾ, ਕੋਈ ਆਖਰੀ ਟਿੱਪਣੀ ਤੁਹਾਡੀ ਤੇ ਉਸ ਤੋਂ ਬਾਅਦ ਸਿੱਧੂ ਸਾਹਿਬ ਦੀ ਵੀ ਸੰਖੇਪ ਟਿੱਪਣੀ ਲੈ ਲਾਂਗੇ। ਆ ਦੇਖੋ ਜਿਹੜੇ ਤੁਸੀਂ ਨਾ ਇੱਕ ਦੋ ਸ਼ੰਕੇ ਜ਼ਾਹਰ ਕੀਤੇ, ਮੈਂ ਉਹਦਾ ਲਈ ਕੋਈ ਜਵਾਬ ਦੇਣਾ ਚਾਹੁੰਦਾ ਇਹ ਬਈ ਮੋਦੀ ਸਾਹਿਬ ਡਰੇ ਤਾਂ ਪਹਿਲਾਂ ਹੀ ਬਹੁਤ ਹੋਏ, ਉਹਨਾਂ ਨੂੰ ਲੱਗਦਾ ਹੈ ਕਿ ਵੀ ਇਹ NDA ਦੇ ਬਣਦੇ ਨਾਲ ਉਹਨਾਂ ਨੂੰ ਖਤਰਾ ਪੈਦਾ ਹੋ ਗਿਆ। ਹੁਣ ਜਦੋਂ ਇਹ ਵਾਰ-ਵਾਰ ਕਹਿੰਦੇ ਵੀ ਗਿਆ ਗਿਆ ਗਿਆ, ਉਹਦਾ ਹੋਰ ਵਧੇਰੇ ਡਰਨਾ ਜਿਹੜਾ ਨਾ ਉਹ ਤਾਂ ਬੜੇ ਜ਼ੋਰ ਸ਼ੋਰ ਨਾਲ ਉੱਥੇ ਜਿੰਨੇ ਵੀ ਬੁਲਾਰੇ ਬੋਲੇ ਆ ਮੁੰਬਈ ਦੇ ਵਿੱਚ, ਉਹਨਾਂ ਨੇ ਗੱਲ ਕਹੀ ਕਿ ਅਸੀਂ ਜਿੱਤ ਰਹੇ ਹਾਂ, ਅਸੀਂ ਆ ਰਹੇ ਹਾਂ। ਹਾਂ ਮਤਲਬ ਵੀ ਇਹ ਆ ਰਹੇ ਦਾ ਵੀ ਮੈਂ ਨਾ ਹੋ ਰਿਹਾ, ਪਰ ਇਹ ਹੈ ਕਿ ਬਈ ਇਹ ਗਿਆ ਜਿਹੜਾ ਉਹ ਪਹਿਲਾਂ ਡਰ ਉਹਦੇ ਮਨ ਦਾ ਸੀ ਨਾ, ਉਹਨੂੰ ਹੋਰ ਗਹਿਰਾ ਕਰ ਦਿੱਤਾ ਇਹਨਾਂ ਨੇ। ਔਰ ਬੰਦਾ ਜਦੋਂ ਬਹੁਤ ਜ਼ਿਆਦਾ ਡਰ ਜਾਵੇ ਨਾ ਤਾਂ ਫਿਰ ਆਪਣੀ ਡਿਫੈਂਸ ਦੇ ਵਿੱਚ ਬਹੁਤ ਮਾਰੂ ਵੀ ਵਾਰ ਕਰਦਾ ਹੁੰਦਾ ਆਪਣੇ ਬਚਣ ਵਾਸਤੇ। ਹੁਣ ਪਤਾ ਨਹੀਂ ਉਹ ਕਿਹੜਾ ਰੱਖ ਤਿਆਰ ਕਰਨਗੇ ਔਰ ਕਿਹੜੇ ਫੈਸਲੇ ਹੋਣ ਵਾਲੇ ਆ। ਮੈਨੂੰ ਤਾਂ ਕੋਈ ਆਪਣੇ ਨਹੀਂ ਹੈ ਕਿ ਇੱਦਾਂ ਦੇ ਵੀ ਇਸ਼ੂਜ਼ ਹੈਗੇ ਆ ਕਿ ED ਨੂੰ ਹੁਣ ਉਹ ਵਿੱਚੇ ED ਦਾ ਤਾਂ ਵਿੱਚੇ CBI ਦਾ ਤੇ ਸਾਰਾ ਇੰਚਾਰਜ ਉਸੇ ਨੂੰ ਹੀ ਲਾਉਣਾ ਚਾਹੁੰਦੇ ਆ ਜਿਹੜਾ ਉਹਨਾਂ ਨੂੰ ਖਾਸ ਲਾਇਆ ਹੋਇਆ, ਜਾਂ ਇੱਕਦਮ ਜਿਹੜਾ ਕੋਈ ਐਕਸ਼ਨ ਕਰਨਗੇ ਜਿੰਨੇ ਕੁ ਦਿਨ ਉਹਨਾਂ ਕੋਲ ਬਚੇ ਹੋਏ ਆ, ਜਿਹੜੇ 2 CM ਤਾਂ ਏਜੰਡੇ ਤੇ ਉਹਨਾਂ ਦੇ ਹੈਗੇ ਹੀ ਆ। ਯਾਨੀ ਕੀ ਹੋਣ ਵਾਲਾ ਆ ਇਸ ਘਬਰਾਹਟ ਦੇ ਵਿੱਚ, ਜਿੱਦਾਂ ਇਹ ਆ ਕਿ ਵੀ
ਗੂਗਲੀ ਮਾਰਦੇ ਜਿੱਦਾਂ ਖੜਗੇ ਨੇ ਕਿਹਾ ਵੀ ਆ ਹਨਾ ਵੀ ਆਪਣੇ ਖਿਲਾਫ ਹੀ ਨਾ, ਮਤਲਬ ਇਹ ਹੋ ਸਕਦਾ ਕਿ ਘਬਰਾਹਟ ਦੇ ਵਿੱਚ ਐਸਾ ਕੋਈ ਸਟੈਪ ਹੋਰ ਲੈ ਲੈਣ ਜਿਹੜਾ ਬੀਜੇਪੀ ਨੂੰ ਹੋਰ ਪੁੱਠਾ ਪੈ ਜਾਵੇ। ਇਹ ਵੀ ਗੱਲ ਹੋ ਸਕਦੀ ਹੈ, ਦੇਸ਼ ਨੂੰ ਨੁਕਸਾਨ ਪਹੁੰਚਾਉਣ ਵਾਲਾ ਵੀ ਹੋ ਸਕਦਾ ਹੈ। ਤੇ ਇਸ ਕਰਕੇ ਮੈਂ ਸੋਚਦਾ ਕਿ ਬੜੀ ਖਤਰਨਾਕ ਹਾਲਾਤ ਜਿਹੜੀ ਪੈਦਾ ਹੋ ਰਹੀ ਆ, ਉਹਦੇ ਵਿੱਚ ਰਾਹ ਵੀ ਨਜ਼ਰ ਆ ਰਿਹਾ, ਉਹਦੇ 'ਚ ਖਤਰੇ ਵੀ ਨਜ਼ਰ ਆ ਰਹੇ ਆ। ਇਹਨਾਂ ਕੁਛ ਕਲੀਅਰ ਕਹਿਣਾ ਅੱਜ ਨਹੀਂ ਪੋਸੀਬਲ ਹੈ। ਸਿੱਧ ਸਾਹਿਬ ਤੁਹਾਡੀ ਕੋਈ ਸੰਖੇਪ ਟਿੱਪਣੀ? ਮੈਂ ਤਾਂ ਇੰਨਾ ਹੀ ਕਹਿਣੂਗਾ ਵੀ ਅਸੀਂ ਪੰਜਾਬ ਵਾਲੇ ਬਹੁਤ ਪਿੱਛੇ ਰਹਿ ਗਏ। ਰੀਜਨਲਿਜ਼ਮ ਦਾ ਅਸੀਂ ਝੰਡਾ ਵੱਡਾ ਚੁੱਕਿਆ ਨਹੀਂ ਸੀ, ਬਣਦਾ ਵੀ ਸੀ ਹਿਸਟੋਰੀਕਲੀ, ਤੇ ਅਸੀਂ ਸਾਰੀ ਗੱਲ ਦੇ ਵਿੱਚੋਂ ਫੈਡਰਲਿਜ਼ਮ ਦੀ ਸਾਰੀ ਦੌੜ ਦੇ ਵਿੱਚੋਂ ਪਿੱਛੇ ਹੋ ਗਏ, ਕਿਉਂਕਿ ਕੇਜਰੀਵਾਲ ਆਮ ਆਦਮੀ ਪਾਰਟੀ ਨੈਸ਼ਨਲ ਲੈਵਲ ਦੀਆਂ ਐਸਪੀਰੇਸ਼ਨ ਰੱਖਦੀਆਂ ਤੇ ਨੈਸ਼ਨਲ ਪਾਰਟੀ ਬਣਨਾ ਚਾਹੁੰਦੀਆਂ, ਤੇ ਉਹਦੀ ਐਫਰਟਸ ਵੀ ਸਾਰੀ ਇਹ ਹੈ। ਉਹ ਰੀਜਨਲ ਪੰਜਾਬ ਦੀ ਪਾਰਟੀ ਨਹੀਂ ਬਣ ਸਕਦੇ ਜਿਹੜੇ ਕਿ ਇੰਡੀਆ ਦੇ ਵਿੱਚ ਰੀਜਨਲਿਜ਼ਮ ਨੂੰ ਜਾਂ ਫੈਡਰਲਿਜ਼ਮ ਨੂੰ ਹੁਣ ਰਿਪਰੈਜ਼ੈਂਟ ਕਰ ਰਹੇ ਆ। ਇਹ ਸਾਡੀ ਬਦਕਿਸਮਤੀ ਆ। ਬਦਕਿਸਮਤੀ ਦਾ ਕਾਰਨ ਹੋਇਆ ਵੀ ਜਿਹੜੀ ਇੱਥੇ ਪੋਲਿਟਿਕਸ ਚੱਲੀ ਆ, ਬੇਸ਼ੱਕ ਕਾਂਗਰਸ ਨੇ ਰੂਲ ਕੀਤਾ, ਕਾਂਗਰਸੀ ਵੀ ਇੱਥੋਂ ਦੇ ਉਸੇ ਕਿਸਮ ਦੇ ਹੀ ਹੈ ਰੂਲ ਕੀਤਾ, ਤੇ ਬੇਸ਼ੱਕ ਅਕਾਲੀ ਦਲ ਨੇ, ਬਾਦਲ ਪਰਿਵਾਰ ਨੇ ਕੀਤਾ। ਉਹ ਪੰਜਾਬੀਆਂ ਨੂੰ ਸਾਡੇ ਨੂੰ ਸਮਝ ਲੈਣਾ ਚਾਹੀਦਾ, ਸਿੱਖਾਂ ਨੂੰ ਖਾਸ ਕਰਕੇ, ਵੀ ਉਹਨਾਂ ਨੇ ਹਾਰੀ ਹੋਈ ਪੋਲਿਟਿਕਸ ਖੇਡੀ ਹੈ ਤੇ ਕਿਸੇ ਦੇ ਉਹ ਏਜੰਡੇ ਤੇ ਕੰਮ ਕੀਤਾ ਸੱਤਾ ਲੈਣ ਲਈ, ਤੇ ਜਿਹਦੇ ਵਿੱਚ ਉਹ ਸਾਰਾ ਅਸੀਂ ਬਿਲਕੁਲ ਸਾਰਾ ਪੰਜਾਬ ਹੀ ਮਾਰਜਨਲਾਈਜ਼ ਹੋ ਗਿਆ ਸਾਰੇ ਸੈਟਅਪ ਦੇ ਵਿੱਚੋਂ। ਇਹ ਸਭ ਤੋਂ ਮਾੜੀ ਗੱਲ ਹੈ। ਮੈਨੂੰ ਇਹ ਲੱਗਦਾ ਜਦੋਂ ਰਾਹੁਲ ਗਾਂਧੀ ਨੇ ਕਿਹਾ ਵੀ ਅਸੀਂ 60% ਪਾਪੂਲੇਸ਼ਨ ਨੂੰ, 60% ਲੋਕਾਂ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ, ਤਾਂ ਉਹਨਾਂ ਨੇ ਪੰਜਾਬ ਦੇ ਸਿੱਖ ਤਾਂ ਬਾਹਰ ਹੀ ਕੱਢ ਦਿੱਤੇ, ਕਿਉਂਕਿ ਅਕਾਲੀ ਦਲ ਆਇਆ ਹੀ ਨਹੀਂ ਵਿੱਚ। ਉਹ ਇਹਨਾਂ ਦੀ ਜਿੰਨੀ ਕੁ ਪਾਪੂਲੇਸ਼ਨ ਛੋਟੀ ਮੋਟੀ ਆ, ਉਹ ਕਹਿੰਦੇ ਵੀ ਇਹਨਾਂ ਨੂੰ ਰਿਪਰੈਜ਼ੈਂਟ ਕਰਨ ਵਾਲਾ ਸਾਡੇ 'ਚ ਹੈ ਨਹੀਂ ਕੋਈ। ਇਹ ਸਾਰਾ ਕੁਝ ਲੱਗਦਾ, ਇਹ ਬੜੀ ਬਦਕਿਸਮਤੀ ਵਾਲੀ ਗੱਲ ਹੈ। ਤੇ ਚਲੋ ਠੀਕ ਹੈ, ਦੇਖਿਆ ਜਾਏ। ਸਿੱਧੂ ਸਾਹਿਬ, ਗੱਲ ਇਹ ਆ ਕਿ ਪੰਜਾਬ ਦਾ ਨਾ ਫੈਡਰਲਿਜ਼ਮ ਦਾ ਚਰਿੱਤਰ ਆ ਜਿਹੜਾ, ਉਹ ਸਾਹਮਣੇ ਆ ਜਾਣਾ ਜਿੱਦਣ ਆਮ ਆਦਮੀ ਪਾਰਟੀ ਤੇ ਕਾਂਗਰਸ ਬਹਿ ਗਏ ਤੇ ਕਾਂਗਰਸ ਨੂੰ ਆਮ ਆਦਮੀ ਪਾਰਟੀ ਤੋਂ ਸੀਟਾਂ ਮੰਗਣੀਆਂ ਪਈਆਂ। ਚਲੋ ਇਹ ਦੇਖਿਆ ਜਾਏਗਾ। ਵੈਸੇ ਡਿਵੈਲਪਮੈਂਟ ਠੀਕ ਹੋਊ, ਹੁਣੇ ਹੀ ਫੈਡਰਲਿਜ਼ਮ ਵਾਲੀ ਕੋਈ ਪਾਰਟੀ ਨਿਕਲੂਗੀ ਜਿਹੜੀ ਕਿ ਪਹਿਲਾਂ ਨਹੀਂ ਨਿਕਲ ਸਕੀ ਸੀ। ਅਕਾਲੀ ਦਲ ਤੋਂ ਉਮੀਦ ਕਰਦੇ ਸੀ, ਕੋਈ ਹੋਰ ਅਕਾਲੀ ਦਲ ਨਿਕਲੂ ਉਹਦੇ ਤੋਂ ਉਮੀਦ ਕਰਦੇ ਸੀ, ਕਿਉਂਕਿ ਇਹਨਾਂ ਸਾਰਿਆਂ ਦੇ ਵਿੱਚ ਉਹ ਵਿਜ਼ਨ ਹੈ ਹੀ ਨਹੀਂ ਹੈ। ਨਾ ਤਾਂ ਸਿੱਖੀ ਸਪਿਰਿਟ ਵਾਲਾ ਵਿਜ਼ਨ ਹੈ ਤੇ ਨਾ ਰੀਜਨਲਿਜ਼ਮ ਵਾਲਾ ਵਿਜ਼ਨ ਹੈ, ਤੇ ਇਹ ਬੇਸਿਕਲੀ ਬ੍ਰਾਹਮਣਵਾਦੀ ਆ। ਮੈਜੋਰਿਟੀ ਸਿੱਖ ਸਾਡੇ ਚੋਂ, ਤੇ ਬ੍ਰਾਹਮਣਵਾਦੀ ਦਾ ਮਤਲਬ ਇਹ ਆ ਵੀ ਜਿਹੜੀ ਮੋਦੀ ਵਾਲੀ ਪੋਲਿਟਿਕਸ। ਮੈਂ ਬ੍ਰਾਹਮਣ ਦੇ ਖਿਲਾਫ ਨਹੀਂ, ਮੋਦੀ ਵਾਲੀ ਪੋਲਿਟਿਕਸ ਦੇ ਇਹ ਹਾਮੀ ਆ ਸਾਰੇ, ਉੱਥੇ ਹੀ ਖੜੇ ਆ। ਜੀ, ਇੱਥੇ ਹੀ ਸਾਡਾ ਜਿਹੜਾ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ। ਜਿਸ ਤਰ੍ਹਾਂ ਸਾਡੇ ਵਿਸ਼ੇਸ਼ ਮਹਿਮਾਨਾਂ ਦੀ ਰਾਏ ਹੈ ਕਿ ਦੇਸ਼ ਦੇ ਵਿੱਚ ਇਸ ਵੇਲੇ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੈ, ਉਹਦੇ ਵਿੱਚ ਅਸਾਰੂ ਵੀ ਤੇ ਹਾਂ ਪੱਖੀ ਵੀ, ਵਧੀਆ ਮਾਹੌਲ ਦੇ ਵੀ ਜਿਹੜੇ ਲੱਛਣ ਹੈ ਉਹ ਵੀ ਨਜ਼ਰ ਆਉਂਦੇ ਆ, ਤੇ ਉਹਦੇ ਵਿੱਚ ਖਤਰੇ ਵੀ ਮੌਜੂਦ ਜਿਹੜੇ ਹੈ ਉਹ ਵੀ ਪਏ ਹੈ। ਇਹ ਹੁਣ ਫੈਸਲਾ ਲੋਕਾਂ ਨੇ ਕਰਨਾ, ਜਦੋਂ ਲੋਕ ਵੋਟਾਂ ਪਾਉਣਗੇ ਜਾਂ ਲੋਕ ਜਦੋਂ ਲਾਮਬੰਦ ਹੋਣਗੇ। ਪਰ ਇਹ ਜ਼ਰੂਰ ਆਸ ਹੈ ਇਸ ਵੇਲੇ ਸਭ ਨੂੰ ਕਿ ਜਿਸ ਪਾਸੇ ਨੂੰ ਦੇਸ਼ ਤੁਰਿਆ ਉਹਦੇ ਵਿੱਚ ਸੰਵਿਧਾਨ ਬਚ ਸਕਦਾ ਹੈ, ਜਮਹੂਰੀਅਤ ਬਚ ਸਕਦੀ ਹੈ। ਜਿਸ ਤਰ੍ਹਾਂ ਇੰਡੀਆ ਗੱਠਜੋੜ ਮਜ਼ਬੂਤ ਹੋ ਰਿਹਾ, ਔਰ ਉੱਥੇ ਜਿਸ ਤਰ੍ਹਾਂ ਦੇ ਸਾਰੇ ਆਗੂਆਂ ਨੇ ਆਪਣੀਆਂ, ਜਿਨ੍ਹਾਂ ਦੇ ਉਹਨਾਂ ਬਾਰੇ ਉਂਗਲ ਉੱਠ ਰਹੀ ਸੀ ਕਿ ਉਹ ਸੀਟਾਂ ਦੇ ਮਾਮਲੇ ਤੇ ਆ ਕੇ ਉਹਨਾਂ ਦੇ ਅੰਦਰ ਲਾਲਸਾ ਪੈਦਾ ਹੋ ਜਾਏਗੀ, ਸੱਤਾ ਦੇ ਲਈ ਉਹਨਾਂ ਦੇ ਅੰਦਰ ਲਾਲਸਾ ਪੈਦਾ ਹੋ ਜਾਏਗੀ। ਪਰ ਮੁੰਬਈ ਦੀ ਜਿਹੜੀ ਮੀਟਿੰਗ ਹੈ ਉਸ ਨੇ ਇਹ ਸਾਰੇ ਸ਼ੰਕੇ ਜਿਹੜੇ ਦੂਰ ਕਰ ਦਿੱਤੇ। ਔਰ ਜਿਸ ਤਰ੍ਹਾਂ ਚਾਨਾ ਜੀ ਨੇ ਕਿਹਾ, ਸਿੱਧੂ ਸਾਹਿਬ ਨੇ ਕਿਹਾ ਕਿ ਬਕਾਇਦਾ ਜਿਹੜਾ ਇੱਕ ਫੈਡਰਲਿਜ਼ਮ ਦੇ ਲਈ ਨਵਾਂ ਮਾਹੌਲ ਜਿਹੜਾ ਤਿਆਰ ਕਰਨ ਦੇ ਵੱਲ ਜਿਹੜੀ ਗੱਲ ਵਧੀ ਹੈ। ਜਿਸ ਤਰ੍ਹਾਂ ਉਹਨਾਂ ਨੇ ਆਪਣੀਆਂ ਸੀਟਾਂ ਨੂੰ ਜਿਹੜਾ ਹੈਗਾ ਸਟੇਟ ਲੈਵਲ ਤੇ ਉਹਨਾਂ ਦੀ ਵੰਡ ਕਰਨ ਦਾ ਫੈਸਲਾ ਕੀਤਾ। ਸੋ ਇੱਥੇ ਹੀ ਅਸੀਂ ਆਪਣੀ ਅੱਜ ਦੀ ਜਿਹੜੀ ਚਰਚਾ ਨੂੰ ਸਮਾਪਤ ਕਰਦੇ ਹਾਂ। ਤੇ ਜਿਹੜੇ ਦੋਸਤ ਸਾਡੀ ਇਸ ਚਰਚਾ ਨਾਲ ਜੁੜੇ, ਦੋਸਤੋ, ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਨਾ, ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ। ਤੇ ਜੇ ਤੁਹਾਡੀ ਇਹ ਸਾਰੀ ਗੱਲਬਾਤ ਬਾਰੇ, ਇਸ ਚਰਚਾ ਬਾਰੇ ਕੋਈ ਟਿੱਪਣੀ ਹੋਵੇ ਤਾਂ ਤੁਸੀਂ ਆਪਣੇ ਸਾਡੇ ਫੇਸਬੁੱਕ ਪੇਜ ਤੇ ਜਾ ਕੇ ਤੇ ਜਾਂ YouTube ਦੇ ਕਮੈਂਟ ਬਾਕਸ ਜਾ ਕੇ ਆਪਣੀ ਟਿੱਪਣੀ ਦਰਜ ਕਰ ਸਕਦੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ। ਚਾਨਾ ਜੀ, ਸਿੱਧੂ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੰਡੂ ਸਾਹਿਬ। ਸ਼ੁਕਰੀਆ।